साढ़े 4.5 साल हो गए सिद्धू साहब इन्ना कि सुता है कि हुण इहनूं जाग आ गई कौम करन दी नींद सुता ही सिद्धू साहब। ਉਹ ਬੰਦੇ ਨੂੰ ਇੰਨਾ ਕੁ ਹੰਕਾਰ ਆ ਕਿ ਮੈਂ ਕਿਸੇ ਕੋ ਵੋਟ ਨਹੀਂ, ਮੈਨੂੰ ਸੈਲੀਬ੍ਰਿਟੀ ਹੋਣ ਕਰਕੇ ਵੋਟਾਂ ਪੈਂਦੀਆਂ। ਐਰਕਾ ਅੰਮ੍ਰਿਤਸਰ ਪੂਰਬੀ ਹਲਕੇ ਲੋਕ ਦੱਸ ਦੇਣਗੇ ਵੀ ਭਾਊ ਤੈਨੂੰ ਵੋਟਾਂ ਕਿੱਦਾਂ ਪੈਂਦੀਆਂ ਰਹੀਆਂ, ਤੇ ਹੁਣ ਭੱਜ ਕੇ ਤੈਨੂੰ ਭੱਜਦਾ। ਸਾਲਾਂ 'ਚ ਕੋਈ ਕੰਮਕਾਰ ਜਿਹੜੇ ਲੋਕਾਂ ਦੇ ਵਿੱਚ ਲੋਕਾਂ 'ਚ ਸਿੱਧੂ ਵਿਚਰੇ ਨੇ ਕੰਮ ਹੋਏ ਨੇ ਜੀ? ਸਿਰਫ 5 ਸਾਲਾਂ ਇੱਕੋ ਦਿਨ ਸਾਡੇ ਪਿੰਡ ਆਇਆ। 5 ਸਾਲ ਕਿੱਥੇ ਰਿਹਾ ਸਿੱਧੂ ਸਾਹਿਬ? 5 ਸਾਲ ਦੇ ਵੜਿਆ ਨਹੀਂ। ਇੱਕੋ ਵਾਰ ਹੀ ਆਇਆ ਪਿੰਡ 'ਚ, ਦੇ ਕੇ ਗਿਆ 40 ਲੱਖ ਰੁਪਈਆ ਤੇ ਕਹਿੰਦਾ ਮੈਂ ਕਰੋੜ ਦੇ ਕੇ ਗਿਆ। ਮੰਨ ਲਓ ਲੋਕਾਂ ਨੂੰ ਲੋਕ ਲਭਾਊ ਨਾਰੇ ਜਿਹੜੇ ਆ ਉਹ ਲਾ ਕੇ ਲੋਕਾਂ ਨੂੰ ਲੁੱਟਣਾ ਤੇ ਕੁੱਟਣਾ ਚਾਹੁੰਦੀ ਹੈ ਇਹ ਪਾਰਟੀਆਂ। ਸਿੱਧੂ ਸਾਹਿਬ ਇੱਕ ਹੰਕਾਰੇ ਹੋਏ ਲੀਡਰ ਆ। 5 ਸਾਲ ਕਾਂਗਰਸ ਸਰਕਾਰ ਰਹੀ ਆ, ਉਦੋਂ ਨਸ਼ੇ ਕੋਈ ਬੰਦ ਕੀਤੇ। ਜਿਹੜਾ ਕੈਬਨਿਟ ਝੂਠ ਦੀ ਪਾੜਨੇ ਜਿਹਨੇ ਸਹੁੰ ਖਾਦੀ ਦਮਰਾ ਸਾਹਿਬ ਗੁਟ ਘਰ 'ਚ ਫੜ ਕੇ, ਉਹ ਕਹਿੰਦਾ ਮੈਂ 24 ਹੁੱਤਾਂ ਦੇ ਵਿੱਚ ਜਿਹੜਾ ਵਾ ਪੰਜਾਬ ਨਸ਼ਾ ਮੁਕਤ ਕਰ ਦੂੰ, ਕਿਉਂ ਨਹੀਂ ਕੀਤਾ? ਜਿਹੜੀ ਸਿੱਧੂ ਤੇ ਮਜੀਠੀਆ ਸਾਹਿਬ ਦੇ ਵਿੱਚ ਜਿਹੜੀ ਇਲੈਕਸ਼ਨ ਆ, ਉਹ ਤਾਂ ਸਿਰਫ ਆਪਣੀ ਇੱਕ ਰੰਜਸਬਾਜ਼ੀ ਦੇ ਤਹਿਤ ਹੀ ਲੜੀ ਜਾ ਰਹੀ ਹੈ। ਇਹ ਕਹਿ ਰਿਹਾ ਵੀ ਪਿੰਡ ਦੀਆਂ ਗਲੀਆਂ ਵੇਖੋ, ਸਭ ਤੋਂ ਪਹਿਲਾਂ ਇਹਦੇ ਘਰ ਨੂੰ ਜਿਹੜੀ ਗਲੀ ਜਾਂਦੀ ਜੀ ਉਹੀ ਕੱਚੀ ਆ। 5 ਸਾਲਾਂ 'ਚ ਕੀ 18 ਸਾਲਾਂ 'ਚ ਨਹੀਂ ਕੁਝ ਬਣਾ ਪਾਏ ਤੇ ਗਾਂ ਕੀ ਬਣਾਉਣਗੇ ਸਿੱਧੂ ਸਾਹਿਬ? ਤੇ ਉਦੋਂ ਕੇਜਰੀਵਾਲ ਸਾਹਿਬ ਚੰਗੇ ਜਦੋਂ ਰਾਜੇਵਾਲ ਸਾਹਿਬ ਅੰਦਰ ਬਹਿ ਕੇ ਮੀਟਿੰਗਾਂ ਕਰਦੇ ਸੀ, ਇਹਨਾਂ ਨੂੰ 60 ਟਿਕਟਾਂ ਦੇ ਦਿੰਦੇ ਤੇ ਫਿਰ ਕੇਜਰੀਵਾਲ ਸਾਹਿਬ ਚੰਗੇ ਸੀ। ਇਹ ਸਾਬਤ ਕਰ ਦੇਣ ਵੀ ਕੇਜਰੀਵਾਲ ਸਾਹਿਬ ਨੇ ਟਿਕਟਾਂ ਵੇਚੀਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ। ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਸ ਵੇਲੇ ਪੂਰਾ ਸਿਆਸੀ ਅਖਾੜਾ ਭਖਿਆ ਹੋਇਆ ਹੈ। ਤਾਂ ਗੱਲ ਕਰ ਰਹੇ ਹਾਂ ਅਸੀਂ ਖਾਸ ਤੌਰ ਤੇ ਉਹਨਾਂ ਸੀਟਾਂ ਦੀ ਜਿਹੜੀਆਂ ਸੀਟਾਂ ਇਸ ਵੇਲੇ ਹੌਟ ਸੀਟਾਂ ਬਣੀਆਂ ਹੋਈਆਂ ਨੇ। ਤਾਂ ਅੰਮ੍ਰਿਤਸਰ ਦੀ ਪੂਰਬੀ ਸੀਟ ਜਿੱਥੋਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਚੋਣ ਮੈਦਾਨ ਦੇ ਵਿੱਚ ਨੇ, ਉੱਥੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਜੀਵਨਜੋਤ ਕੌਰ ਵੀ ਚੋਣ ਮੈਦਾਨ ਦੇ ਵਿੱਚ। ਤਾਂ ਇਸ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਵੀ ਨੁਮਾਇੰਦੇ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਨਿੱਤਰੇ ਹੋਏ ਨੇ। ਸੋ ਬਹੁਤ ਸਾਰੇ ਮੁੱਦੇ ਨੇ ਇਸ ਵੇਲੇ, ਬਹੁਤ ਸਾਰੀਆਂ ਸਿਆਸੀ ਗੱਲਾਂ ਨੇ, ਬਹੁਤ ਸਾਰੇ ਰੁਝੇਵੇਂ ਨੇ ਜਿਨ੍ਹਾਂ ਦੇ ਕਰਕੇ ਇਸ ਵੇਲੇ ਸਿਆਸੀ ਚੋਣਾਂ ਜਿਹੜੀਆਂ ਨੇ, ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਤਾਂ ਭੰਨ ਤੋੜ ਵੋਟਰਾਂ ਦੀ ਵੀ ਹੋ ਰਹੀ ਹੈ, ਵੋਟਾਂ ਦੀ ਵੀ ਹੋ ਰਹੀ ਹੈ ਤੇ ਸਿਆਸੀ ਆਗੂਆਂ ਦੀ ਹੋ ਰਹੀ ਹੈ। ਬਹੁਤ ਸਾਰੇ ਮਾਹੌਲ ਇਸ ਵੇਲੇ ਜਿਹੜੀਆਂ ਸਥਿਤੀਆਂ ਨੇ, ਸਮੀਕਰਨ ਲਗਾਤਾਰ ਬਦਲ ਰਹੇ ਨੇ। ਸੋ ਅੱਜ ਅਸੀਂ ਅਜੀਤ ਵੈਬ ਟੀਵੀ ਦੀ ਟੀਮ ਜਿਹੜੀ ਹੈ ਖਾਸ ਤੌਰ ਤੇ ਅੰਮ੍ਰਿਤਸਰ ਦੇ ਹਲਕਾ ਪੂਰਬੀ ਦੇ ਇਕਲੌਤੇ ਪਿੰਡ ਮੂਧਲ ਵਿਖੇ ਪਹੁੰਚੀ ਹੋਈ ਹੈ, ਜਿੱਥੇ ਵੱਖ-ਵੱਖ ਸਿਆਸੀ ਧਿਰਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ, ਸਿਆਸੀ ਮਾਹੌਲ, ਸਿਆਸੀ ਨਬਜ਼ ਪਛਾਣਨ ਦੀ ਕੋਸ਼ਿਸ਼ ਕਰਾਂਗੇ ਕੀ ਕੁਝ ਖਾਸ ਰਹੇਗਾ, ਕਿਉਂਕਿ ਇਸ ਜਿਹੜੀ ਸੀਟ ਹੈ, ਟੱਕਰ ਹੈ, ਇਸ ਦੇ ਉੱਤੇ ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਲੋਕ ਨਿਗਾਹ ਲਾ ਕੇ ਬੈਠੇ ਹੋਏ ਨੇ ਕਿ ਆਖਰ ਇੱਥੋਂ ਦੀ ਸੀਟ ਦਾ ਕੀ ਸਿਆਸੀ ਭਵਿੱਖ ਹੋਏਗਾ। ਅਸੀਂ ਗੱਲਬਾਤ ਕਰਾਂਗੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਲ। ਤਾਂ ਇਸ ਵੇਲੇ ਜਿਹੜਾ ਸਿਆਸੀ ਅਖਾੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਸੱਜ ਚੁੱਕਾ ਹੈ, ਜਿਸ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਨੇ। ਕਾਂਗਰਸ ਪਾਰਟੀ ਦੇ ਨੁਮਾਇੰਦੇ ਪਹੁੰਚੇ ਹੋਏ ਨੇ, ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਨੇ। ਤਾਂ ਉੱਥੇ ਹੀ ਇੱਕ ਵੱਖਰਾ ਪ੍ਰਭਾਵ ਸਿਰਜਿਆ ਜਿਨ੍ਹਾਂ ਨੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਿਸਾਨ ਸੰਯੁਕਤ ਸਮਾਜ ਮੋਰਚਾ, ਉਹਨਾਂ ਦੇ ਵੀ ਨੁਮਾਇੰਦੇ ਇੱਥੇ ਪਹੁੰਚੇ ਹੋਏ ਨੇ। ਤਾਂ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਪਾਰਟੀਆਂ ਦੇ ਨੁਮਾਇੰਦੇ ਨੇ ਉਹ ਵੀ ਪਹੁੰਚੇ ਹੋਏ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕੁਝ ਸਿਆਸੀ ਇਸ ਵੇਲੇ ਸਮੀਕਰਨ ਬਣੇ ਹੋਏ ਨੇ, ਕੀ ਕੁਝ ਮਾਹੌਲ ਬਣਿਆ ਹੋਏਗਾ, ਕਿਵੇਂ ਦੇ ਲੋਕ ਜਿਹੜੇ ਨੇ ਇਸ ਵੇਲੇ, ਲੋਕਾਂ ਦਾ ਹੁੰਗਾਰਾ ਜਿਹੜਾ ਉੱਥੇ ਹੋਵੇਗਾ। ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਇਸ ਵੇਲੇ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਦਾ ਮਾਹੌਲ ਤੁਸੀਂ ਸਮਝ ਰਹੇ ਹੋ ਜੀ ਇਸ ਵੇਲੇ ਪਿੰਡ ਦੇ ਵਿੱਚ? ਤੁਸੀਂ ਮਾਹੌਲ ਬਹੁਤ ਵਧੀਆ, ਸ਼ਾਂਤਮਈ ਹੈ ਜੀ। ਜੀ ਹਾਂਜੀ। ਸਿੱਧੂ ਸਾਹਿਬ ਦਾ ਹਲਕਾ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਤੋਂ ਗੱਲ ਸ਼ੁਰੂ ਕਰਾਂਗੇ ਕਿ ਉਹਨਾਂ ਨੇ ਕਿੰਨਾ ਕੁ ਪਿਛਲੇ 5-10 ਸਾਲਾਂ ਤੋਂ ਵਿਕਾਸ ਜਿਹੜਾ ਕਰਵਾਇਆ ਹੈ ਜੀ? ਉਹਨਾਂ ਨੇ ਲਗਭਗ 5 ਸਾਲ ਤੋਂ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਇੱਥੇ ਕਮਾਂਡ ਸੰਭਾਲੀ ਸੀ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਪਿੰਡ ਇਸ ਵੇਲੇ ਬਹੁਤ ਹੀ ਵਿਕਾਸ ਕਰ ਚੁੱਕਾ ਹੈ। ਇੱਥੇ ਜਿਹੜੇ ਆ ਸਾਡੇ ਮੋਦਲ ਕਲੋਨੀ, ਹਰੀਜਨ ਕਲੋਨੀ ਆ, ਇਹਦਾ ਪਾਣੀ ਦਾ ਨਿਕਾਸ ਕਿਤੇ ਨਹੀਂ ਸੀ ਹੈਗਾ। ਉਹਦੇ ਵਾਸਤੇ ਉਹਨਾਂ ਨੇ ਕਰੋੜਾਂ ਰੁਪਏ ਦੇ ਕੇ ਅਸੀਂ ਆ ਛੱਪੜ ਬਣਾਇਆ ਵਾ, ਜਿਹਨੂੰ ਬਹੁਤ ਹੀ ਸੱਜੇ ਢੰਗ ਦੇ ਨਾਲ ਸਾਜਿਆ ਜਾ ਰਿਹਾ ਪੰਚਾਇਤ ਵੱਲੋਂ। ਪੰਚਾਇਤ ਦਾ ਪੂਰਾ ਸੰਯੋਗ ਹੈ ਜੀ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੂੰ, ਤੇ ਉਹਨਾਂ ਬਹੁਤ ਹੀ ਸਾਨੂੰ ਦਿਲ ਖੋਲ੍ਹ ਕੇ ਪੈਸੇ ਦਿੱਤੇ ਆ। ਤੇ ਇੱਕੋ ਸਾਨੂੰ ਉਹਨਾਂ ਗੱਲ ਆਖੀ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨਾ, ਤੇ ਉਹੀ ਜਿਹੋ ਹੀ ਕੰਮ ਹੋ ਰਿਹਾ ਵਾ। ਕਈ ਪਾਰਟੀਬਾਜ਼ੀ ਨਹੀਂ ਹੋ ਰਹੀ, ਪੰਚਾਇਤ ਕਰ ਰਹੀ। ਜਿਹੜੀਆਂ ਗਲੀਆਂ ਬਿਲਕੁਲ ਅੱਜ ਤੋਂ 40 ਸਾਲ ਪਹਿਲਾਂ ਕਿਤੇ ਨਹੀਂ ਸੀ ਬਣੀਆਂ, ਜਿਸ ਗਲੀਆਂ ਦੇ ਵਿੱਚ 4-4 5-5 ਵਾਰੀ ਸਰਪੰਚ ਰਹਿ ਚੁੱਕੇ, ਉਹ ਐਸ ਕੇ ਅਸੀਂ ਉਹ ਗਲੀਆਂ ਬਣਾਈਆਂ ਵਾ। ਤੋਂ ਸਰਦਾਰ ਨਵਜੋਤ ਸਿੰਘ ਦੀ ਬਹੁਤ ਦੇਣ ਪਿੰਡ ਮੋਦਲ ਨੂੰ। ਸੋ ਅਕਾਲੀ ਦਲ ਦੇ ਜਿਹੜੇ ਆਗੂ ਨੇ, ਕੀ ਤੁਸੀਂ ਕੀ ਮੰਨਦੇ ਹੋ 5 ਸਾਲਾਂ 'ਚ ਕੋਈ ਕੰਮਕਾਰ ਜਿਹੜੇ ਲੋਕਾਂ ਦੇ ਵਿੱਚ, ਲੋਕਾਂ 'ਚ ਸਿੱਧੂ ਵਿਚਰੇ ਨੇ, ਕੰਮ ਹੋਏ ਨੇ ਜੀ?
ਸਿਰਫ 5 ਸਾਲਾਂ 'ਚ ਇੱਕੋ ਦਿਨ ਸਾਡੇ ਪਿੰਡ ਆਇਆ। 5 ਸਾਲ ਕਿੱਥੇ ਰਿਹਾ ਸਿੱਧੂ ਸਾਹਿਬ, 5 ਸਾਲ ਦੇ ਵੜਿਆ ਨਹੀਂ। 5 ਸਾਲਾਂ 'ਚ ਇੱਕੋ ਵਾਰ ਹੀ ਆਇਆ ਪਿੰਡ 'ਚ, ਦੇ ਕੇ ਗਿਆ 40 ਲੱਖ ਰੁਪਈਆ ਤੇ ਕਹਿੰਦਾ ਮੈਂ ਕਰੋੜ ਦੇ ਕੇ ਗਿਆ। ਉਹ ਤਾਂ ਝੂਠਾ ਇਨਸਾਨ, ਦੁਨੀਆ ਦਾ ਝੂਠ ਨਾ ਮਾਰਤਾ, ਵੱਧ ਤੋਂ ਵੱਧ ਝੂਠਾ ਇਨਸਾਨ ਆ। ਉਹਦੀ ਕਿਹੜੀ ਗੱਲ 'ਚ ਮਰਜ਼ੀ ਬੋਲੀ ਜਾਵੇ। ਇਕਲੌਤਾ ਪਿੰਡ ਹੈ ਇਹ, ਪਿੰਡ ਦੇ ਵਿੱਚ ਕਿਵੇਂ ਦਾ ਮਾਹੌਲ ਤੁਸੀਂ ਸਮਝਦੇ ਹੋ? ਸਿੱਧੂ ਨੂੰ ਲੋਕ ਕਿਉਂ ਨਹੀਂ ਪਿਆਰ ਕਰ ਰਹੇ, ਜਾਂ ਜੇ ਕਰ ਰਹੇ ਨੇ ਤਾਂ ਬਹੁਤ ਕਰ ਰਹੇ ਨੇ, ਕਿਵੇਂ ਦਾ ਮਾਹੌਲ ਤੁਸੀਂ ਸਮਝਦੇ ਹੋ? ਤੁਹਾਨੂੰ ਕੀ ਲੱਗਦਾ ਕਿ ਸਿੱਧੂ ਨੇ ਕੰਮ ਕਿਉਂ ਨਹੀਂ ਕਰਵਾਏ? ਸਿੱਧੂ ਨੂੰ ਸਾਡਾ ਪਿੰਡ ਕੀ ਹਲਕਾ ਪੂਰਬੀ ਕੋਈ ਪਿਆਰ ਨਹੀਂ ਕਰਦਾ। ਵੇਖੋ ਤੇ ਜੇ ਮੀਠਿਆਂ ਵਿੱਚ 4 ਦਿਨ ਹੋਏ ਆ ਟੀਟਨਾਸ ਹੋਏ ਨੂੰ, ਅੱਜ ਕਿੱਦਾਂ ਹਵਾ ਵਗ ਗਈ ਆ ਮੀਠੇ ਸਾਹਿਬ ਦੀ। ਸਾਡੇ ਪਿੰਡੋਂ ਜਿਹੜੀ ਆ ਹੁੰਜਾ ਫਿਰ ਜਿੱਤ ਹੋ ਗਈ ਮੀਠੇ ਸਾਹਿਬ ਦੀ। ਸਿੱਧੂ ਸਾਹਿਬ ਨੂੰ ਤੇ ਬੋਲਣ ਦੀ ਬਿਲਡਿੰਗ ਨੂੰ ਚਾਹੀਦਾ ਵੀ ਕਿੱਦਾਂ ਬੋਲਣਾ ਵਾ। ਉਹ ਤੇ ਪੱਤਰਕਾਰਾਂ ਨਾਲ ਜਦੋਂ ਗੱਲ ਕਰਦਾ ਉਹਨਾਂ ਨੇ ਵੀ ਤੂੰ ਗੱਲ ਨਹੀਂ ਕਰਦਾ। ਉਸ ਬੰਦੇ ਨੂੰ ਤਾਂ ਕੋਈ ਕੂੰ ਦੀ ਨਹੀਂ ਅਕਲ। ਉਹਦੇ ਮਗਰ ਉਹਨੂੰ ਵੋਟ ਕਿਹਨੇ ਪਾਉਣੀ ਆ? ਜਿਹਦੀ ਅੱਗੇ ਉਹ ਹਵਾ ਸੀ ਉਹਦੀ ਵੀ ਸਟਾਰ ਆ, ਉਹ ਤਾਂ ਸਟਾਰ ਬਣ ਕੇ ਉਹਨੇ ਰਹਿਣਾ। ਉਹ ਹੁਣ ਜਾਊਗਾ ਫਿਲਮਾਂ ਬਣਾਵੇ ਕਰੀ, ਉਹ ਕੋਈ ਵੈਲਿਊ ਪਿੰਡ 'ਚ ਨਹੀਂ ਜਾਗੀ, ਬਿਲਕੁਲ ਖਤਮ ਹੋ ਗਈ। ਤੁਸੀਂ ਕੀ ਮੰਨਦੇ ਹੋ ਭਾਜੀ, ਕਿਵੇਂ ਦਾ ਮਾਹੌਲ ਹੈ ਤੁਹਾਡਾ, ਖਾਸ ਤੌਰ ਤੇ ਜਿਵੇਂ ਜੀ ਭੰਨ ਧੂੜ ਜਿਹੜੀ ਆ ਪੂਰੇ ਪੰਜਾਬ 'ਚ ਹੋ ਰਹੀ ਹੈ ਜੀ? ਸਾਡੇ ਪਿੰਡ ਦਾ ਬਹੁਤ ਵਧੀਆ ਮਾਹੌਲ ਹੈ। ਪਿਛਲੀ ਇਲੈਕਸ਼ਨ ਜਿਹੜੀ ਆ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਹੋਈ ਸੀ। ਇਸ ਵਾਰ ਵੀ ਜਿਹੜੀ ਆ ਬਿਲਕੁਲ ਭਾਈਚਾਰਕ ਸਾਂਝ ਜਿਹੜੀ ਆ ਪਿੰਡ ਵਾਲੇ ਜਿਹੜੇ ਉਹਦਾ ਸਬੂਤ ਦੇਣਗੇ ਤੇ ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਗੀ। ਮਨ ਲੋਕਾਂ ਦੇ ਬਣੇ ਆ, ਜਿੱਥੇ ਕਿਸੇ ਨੇ ਵੋਟ ਪਾਉਣੀ ਉੱਥੇ ਪਾਉਣੀ ਆ। ਪਰ ਅਸੀਂ ਕਹਿੰਦੇ ਵੀ ਜੋ ਵੀ ਹੈਗਾ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਵਾ ਇਲੈਕਸ਼ਨ ਜਿਹੜੀ ਸਿਰੇ ਚੜੇ, ਕੋਈ ਝਗੜਾ ਨਾ ਹੋਵੇ ਪਿੰਡ ਦੇ ਵਿੱਚ। ਸ਼ਾਂਤਮਈ ਤਰੀਕੇ ਨਾਲ ਜਿਹੜੀ ਹੈ ਗੱਲ ਹੋਣੀ ਚਾਹੀਦੀ ਆ। ਤੁਸੀਂ ਕੀ ਮੰਨਦੇ ਹੋ ਜੀ, ਪੂਰੇ ਪੰਜਾਬ ਦੇ ਮਾਹੌਲ ਨੂੰ ਕਿਵੇਂ ਦਾ ਇਸ ਵੇਲੇ ਮਾਹੌਲ ਹੈ? ਵੇਖੋ ਜੀ, ਅੱਜ ਕੱਲ੍ਹ ਜਿਹੜੀਆਂ ਸਿਆਸੀ ਪਾਰਟੀਆਂ ਜਿਹੜੀਆਂ ਰਾਜ ਕਰ ਰਹੀਆਂ, ਤਾਂ ਜਿਹੜੀਆਂ ਇਲੈਕਸ਼ਨ ਲੜ ਰਹੀਆਂ, ਜਿਹੜੀਆਂ ਕਾਹਲੀਆਂ ਸੱਤਾ 'ਚ ਆਉਣ ਲਈ, ਅਸੀਂ ਸਮਝਦੇ ਹਾਂ ਸੰਯੁਕਤ ਸਮਾਜ ਮੋਰਚੇ ਵਾਲੇ ਕਿ ਇਲੈਕਸ਼ਨਾਂ 'ਚੋਂ ਉਹ ਮੁੱਦੇ ਗਾਇਬ ਨੇ ਜਿਹੜੇ ਹੋਣੇ ਚਾਹੀਦੇ ਆ। ਅੱਜ ਇਹਨਾਂ ਸਰਮਾਏਦਾਰ ਪਾਰਟੀਆਂ ਨੇ ਚਿਹਰਿਆਂ ਦੀ ਲੜਾਈ ਲੈ ਆਂਦੀ ਆ। ਚਿਹਰਿਆਂ ਦੀ ਲੜਾਈ ਨਹੀਂ ਚਾਹੀਦੀ, ਲੋਕਾਂ ਦੇ ਮੁੱਦੇ ਚਾਹੀਦੇ ਆ। ਇੱਕ ਪਾਰਟੀ ਕਹਿੰਦੀ ਆ ਮੈਂ ਤੁਹਾਨੂੰ 1000 ਰੁਪਈਆ ਮਹੀਨੇ ਦਾ ਦਊਂਗੀ, ਦੂਜੀ ਕਹਿੰਦੇ ਅਸੀਂ 2000 ਦੇਵਾਂਗੇ। ਠੀਕ ਹੈ, ਮੰਨ ਲਓ ਲੋਕਾਂ ਨੂੰ ਲੋਕ ਲਭਾਊ ਨਾਰੇ ਜਿਹੜੇ ਆ ਉਹ ਲਾ ਕੇ ਲੋਕਾਂ ਨੂੰ ਲੁੱਟਣਾ ਤੇ ਕੁੱਟਣਾ ਚਾਹੁੰਦੇ ਆ ਇਹ ਪਾਰਟੀਆਂ। ਜਦੋਂ ਕਿ ਸੰਯੁਕਤ ਸਮਾਜ ਮੋਰਚਾ ਜਿਹੜਾ ਬਿਲਕੁਲ ਇਹਨਾਂ ਗੱਲਾਂ ਤੇ ਮੰਨ ਲਓ ਕਿ ਖਿਲਾਫ ਆ। ਔਰ ਸੰਯੁਕਤ ਸਮਾਜ ਮੋਰਚੇ ਨੂੰ ਤੁਸੀਂ ਮੰਨ ਲਓ ਵੇਖਿਆ ਕਿ ਉਹਨਾਂ ਨੂੰ ਤੇ ਚੋਣ ਨਿਸ਼ਾਨ ਵੀ ਨਹੀਂ ਲੈਣ ਦੇ ਰਹੇ। ਇਹ ਨਹੀਂ ਪਾਰਟੀਆਂ ਚਾਹੁੰਦੀਆਂ ਕਿ ਸੰਯੁਕਤ ਸਮਾਜ ਮੋਰਚਾ ਵੀ ਇਲੈਕਸ਼ਨਾਂ 'ਚ ਹਿੱਸਾ ਲੈ ਸਕੇ। ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਆ, ਆਮ ਆਦਮੀ ਪਾਰਟੀ ਵੀ ਅੱਜ ਕੱਲ੍ਹ ਕੋਈ ਆਮ ਆਦਮੀ ਪਾਰਟੀ ਨਹੀਂ ਰਹੀ। ਕਰੋੜਾਂ ਦੇ ਹਿਸਾਬ ਨਾਲ ਇਹਨਾਂ ਦੀਆਂ ਟਿਕਟਾਂ ਵਿਕ ਗਈਆਂ। ਇਹ ਲੋਕਾਂ ਦੇ ਲੀਡਰ ਨਹੀਂ ਰਹੇ। ਨੰਬਰ 2 ਤੇ ਨਵਜੋਤ ਸਿੰਘ ਸਿੱਧੂ, ਸਾਡਾ ਪਿੰਡ ਅੰਮ੍ਰਿਤਸਰ ਪੂਰਬੀ ਦਾ ਇੱਕੋ ਇੱਕ ਆਖਰੀ ਪਿੰਡ ਪੈਂਦਾ ਵਾ। ਕਹਿਣ ਨੂੰ ਭਾਵੇਂ ਜੋ ਮਰਜ਼ੀ ਕਹੀ ਜਾਣ, ਸਿੱਧੂ ਸਾਹਿਬ ਇੱਕ ਹੰਕਾਰੇ ਹੋਏ ਲੀਡਰ ਆ। ਔਰ ਉਹ ਆਪਣੇ ਇੱਥੋਂ ਤੱਕ, ਮੈਂ ਤਾਂ 1-2 ਵਾਰ ਪੰਚਾਇਤ ਦੇ ਨਾਲ ਗਿਆ ਵਾਂ, ਮੈਂ ਉਹਨਾਂ ਦੀ ਮੰਨ ਲਓ ਇਹੋ ਜਿਹੀ ਸਿਚੁਏਸ਼ਨ ਵੇਖੀ ਆ ਕਿ ਉਹ ਕਿਸੇ ਆਪਣੇ ਕਾਉਂਸਲਰ ਨੂੰ, ਕਿਸੇ ਸਰਪੰਚ ਨੂੰ, ਇੱਕੋ ਪਿੰਡ ਅੰਮ੍ਰਿਤਸਰ ਦਾ ਪੂਰਬੀ ਪੈਂਦਾ, ਉਹਨਾਂ ਨੂੰ ਕਿਸੇ ਨੂੰ ਮਿਲਦੇ ਹੀ ਨਹੀਂ। ਔਰ ਜੇ ਮਿਲਦੇ ਵੀ ਆ ਤੇ ਮੰਨ ਲਓ ਕਿ ਮੈਂ ਤਾਂ ਸਮਝਦਾ ਕਿ ਹਵਾ 'ਚ ਗੱਲਾਂ, ਮੰਨ ਲਓ ਇੰਨੇ ਕਰੋੜ ਦੇ ਦਿਓ, ਇੰਨੇ ਦੇ ਦਿਓ, ਆ ਤੁਹਾਡੇ ਸਾਹਮਣੇ ਆ ਮੂੰਹ ਬੋਲਦੀ ਤਸਵੀਰ। ਹੁਣ ਇਲੈਕਸ਼ਨ ਲੱਗ ਆਈ ਆ ਤੇ ਇਹਨਾਂ ਨੇ ਇੱਕਦਮ ਮੰਨ ਲਓ ਪੈਸਾ ਸੁੱਟ ਗਏ। ਤੇ ਔਰ 2 ਧੜੇ ਕਾਂਗਰਸ ਦੇ ਆ ਸਾਡੇ ਪਿੰਡ ਦੇ ਵਿੱਚ, ਜਦੋਂ ਕਿ ਕਾਂਗਰਸ ਪਾਰਟੀ ਨੂੰ ਚਾਹੀਦਾ ਸੀ ਕਿ ਆਪਣੇ ਦੋਵਾਂ ਧੜਿਆਂ ਨੂੰ ਇੱਕ ਕਰਦੀ। ਜੇ ਉਹਨੇ ਮੰਨ ਲਓ ਕੋਈ ਵਿਕਾਸ ਕਰਾਉਣੇ ਕੁਝ ਆ, ਉਹ ਦੋਵਾਂ ਧੜਿਆਂ ਨੂੰ ਪਾੜ ਕੇ ਰੱਖਦੇ ਆ। ਠੀਕ ਹੈ, ਔਰ ਜਿੱਥੋਂ ਤੱਕ ਰਿਹਾ ਅਕਾਲੀ ਦਲ ਦੀ ਗੱਲ ਆ, ਤੁਸੀਂ ਸਮਝਦੇ ਹੋ ਕਿ ਅਕਾਲੀ ਦਲ ਵਾਲੇ ਵੀ ਹਵਾ 'ਚ ਤਲਵਾਰਾਂ ਮਾਰਦੇ ਆ। ਇਹ ਕਹਿੰਦੇ ਆ ਕਿ ਮੰਨ ਲਓ ਮਜੀਠਾ ਛੱਡ ਕੇ ਇੱਥੇ ਅੰਮ੍ਰਿਤਸਰ ਪੂਰਬੀ ਦੇ ਵਿੱਚ ਆਣ ਕੇ, ਮੰਨ ਲਓ ਕਿ ਅੱਜ ਜੋ ਬੇਅਦਬੀਆਂ ਦਾ ਸਵਾਲ ਆ, ਕਿੰਨੇ ਇਹਨਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਆ। ਜੋ ਕੁਝ ਪੰਜਾਬ ਨੂੰ ਰੋੜ ਦਿੱਤਾ ਇਹਨਾਂ ਲੀਡਰਾਂ ਨੇ, ਸੱਤਿਆਨਾਸ਼ ਕਰਕੇ ਰੱਖਤਾ ਪਿਛਲੇ ਸਮੇਂ ਦੇ ਵਿੱਚ। ਅੱਜ ਉਹੀ ਲੋਕ ਪੰਜਾਬ ਨੂੰ ਕਿਹੜੇ ਕਿਨਾਰੇ ਤੇ ਲਾ ਦੂਗੀ ਇਹਨਾਂ ਦੀ ਮਜੀਠੀਆ ਸਾਹਿਬ ਦੀ ਬੇੜੀ। ਇਸ ਕਰਕੇ ਬੇਦਬੀ ਦੀ ਗੱਲ ਕਰਦੇ ਆ ਜੀ, ਤੁਸੀਂ ਚਿਹਰੇ ਦੀ ਗੱਲ ਕਰਦੇ ਹੋ। ਬੇਦਬੀ, ਨਸ਼ੇ ਮੁੱਦੇ ਜਿਹੜੇ ਅਕਾਲੀ ਦਲ ਦੇ ਵੇਲੇ ਹੋਏ ਸੀ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਜਿਹੜੀ ਗੱਲ ਕਰਦੇ ਨਸ਼ੇ ਦੀ, ਨਸ਼ੇ ਜਦੋਂ ਕਾਂਗਰਸ ਸਰਕਾਰ ਪਹਿਲਾਂ ਬਣੀ ਉਦੋਂ ਨਹੀਂ ਨਸ਼ੇ ਹੈਗੇ, ਉਦੋਂ ਨਸ਼ੇ ਹੈਗੇ ਨੇ। ਅੱਜ ਕਿਹੜੇ ਨਸ਼ੇ ਬੰਦ ਹੋ ਗਏ? 5 ਸਾਲ ਕਾਂਗਰਸ ਸਰਕਾਰ ਰਹੀ ਆ, ਉਦੋਂ ਨਸ਼ੇ ਕੋਈ ਨਹੀਂ ਬੰਦ ਕੀਤੇ। ਜਿਹੜਾ ਕੈਬਨਿਟ ਝੂਠ ਦੀ ਪਾਰਟੀ ਜਿਹਨੇ ਸਹੁੰ ਖਾਧੀ ਦਮਰਾ ਸਾਹਿਬ ਗੁਟਕਾ ਤੇ ਫੜ ਕੇ, ਉਹ ਕਹਿੰਦਾ ਮੈਂ 4 ਹਫ਼ਤਿਆਂ ਦੇ ਵਿੱਚ ਜਿਹੜਾ ਵਾ ਪੰਜਾਬ ਨਸ਼ਾ ਮੁਕਤ ਕਰ ਦੂੰ। ਕਿਉਂ ਨਹੀਂ ਕੀਤਾ? 4.5 ਸਾਲ ਮੁੱਖ ਮੰਤਰੀ ਰਿਹਾ ਵਾ। ਰਹੀ ਗੱਲ ਬੇਅਦਬੀ ਦੀ, ਆਪਾਂ 2 ਮਹੀਨੇ ਪਹਿਲਾਂ ਸੱਚਖੰਡ ਹਰਿਮੰਦਰ ਸਾਹਿਬ ਦੇ ਵਿੱਚ ਮੁੰਡਾ ਟੱਪ ਕੇ ਜੰਗਲ ਅੰਦਰ ਗਿਆ ਵਾ। ਉਹ ਕੀ ਗੱਲ, ਉਦੋਂ ਨਹੀਂ ਕਾਂਗਰਸ ਸਰਕਾਰ ਸੀ? ਉਦੋਂ ਕਾਂਗਰਸ ਸਰਕਾਰ ਜਵਾਬ ਦੇ ਵੀ ਹੁਣ ਕਿ ਬੇਅਦਬੀਆਂ ਹੋਣ ਡੀਆਂ। ਪਰ ਕਹਿੰਦੇ ਪ੍ਰਬੰਧ ਸ਼੍ਰੋਮਣੀ ਕਮੇਟੀ ਦਾ ਸੀ ਨਾ, ਇਹ ਕਾਲੀ ਸਰਕਾਰ ਦੇ ਨਾਂ ਲੱਗਣ ਡਿਆ ਵਾ ਬੇਅਦਬੀਆਂ ਦਾ, ਤੇ ਬਾਅਦ 'ਚ ਬੇਅਦਬੀ ਨਹੀਂ ਹੋਏ। 5 ਸਾਲ ਕਿਉਂ ਨਹੀਂ ਬਦਲੀਆਂ ਹੋਈਆਂ? ਉਦੋਂ ਕਿ ਡੱਕਿਆਂ ਕਿਉਂ ਨਹੀਂ ਗਈਆਂ ਨਾ? ਇੱਕ ਬੰਦਾ ਠੋਸ ਫੜਿਆ ਜਿਹੜਾ ਅੱਜ ਤੱਕ ਬੇਅਦਬੀ ਵਾਲਾ ਹੋਵੇ। ਜੇ ਹੁਣ ਜੀ ਮਜੀਠੀ ਸਾਹਿਬ ਦੇ ਉੱਤੇ ਇਹਨਾਂ ਨੇ ਤੂੰ ਤਲਾਈ ਆ ਕਾਂਗਰਸ ਸਰਕਾਰ ਨੇ, ਤੇ ਉਹ ਸਾਹਮਣੇ ਹੋਗਾ ਉਹਨਾਂ ਨੂੰ ਜਿਹੜੀ ਸਵੇਰੇ ਪੱਕੀ ਜਮਾਤ ਮਿਲ ਜਾਣੀ ਆ। ਇੱਕ ਵੀ ਉਹਨਾਂ ਦੇ ਸਾਹਮਣੇ ਸਬੂਤ ਠੋਸ ਨਹੀਂ ਰਿਹਾ। ਇਹ ਸਿਰਫ ਸਿਆਸੀ ਮੁੱਦਾ ਬਣਾ ਕੇ ਉਹਨਾਂ ਦੇ ਇਹ ਚੀਜ਼ ਥੱਪੀ ਗਈ ਆ। ਉਹ ਜੱਦੀਪੁਰ ਸਰਦਾਰ ਤੁਰੇ ਆਉਂਦੇ ਆ, ਉਹਨਾਂ ਸਰਦਾਰ ਰਹਿਣਾ ਵਾ। ਬਾਕੀ ਸਿੱਧੂ ਸਾਹਿਬ ਨੇ ਇਹ ਧੱਕੇ ਨਾਲ ਪਰਚਾ ਕਰਾਇਆ ਆਪਣੀ ਹੋਂਦ ਕਾਇਮ ਕਰ ਲਈ, ਉਹਨੂੰ ਇਹ ਮੂੰਹ ਦਿਖਾਣੇ ਪੈਣੇ ਆ। ਕਹਿੰਦੇ ਸਿਆਸੀ ਜਿਹੜੇ ਵੋਟਾਂ ਨੇ, ਟਿਕਟਾਂ ਨੇ, ਉਹ ਪੈਸੇ ਦੇ ਕੇ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ। ਇਹ ਪਹਿਲਾਂ ਵੀ ਗੱਲ ਉੱਠੀ ਸੀ, ਪਰ ਕੇਜਰੀਵਾਲ ਸਾਹਿਬ ਪਹਿਲਾਂ ਵੀ ਕਹਿ ਚੁੱਕੇ ਆ ਕਿ ਸਾਬਤ ਕਰੋ, ਅਸੀਂ ਉਹਦੇ ਤੇ ਕਾਰਵਾਈ ਕਰਾਂਗੇ। ਇਹ ਝੂਠੇ ਤੇ ਬੇਬੁਨਿਆਦ
ਜਿਹੜੇ ਇਲਜ਼ਾਮ ਲਾਏ ਜਾ ਰਹੇ ਇਹੋ ਜਿਹਾ ਕੁਝ ਨਹੀਂ ਹੈਗਾ ਪਾਰਟੀ 'ਚ। ਪਾਰਟੀ ਇਮਾਨਦਾਰੀ ਨਾਲ ਟਿਕਟਾਂ ਦਿੱਤੀਆਂ ਜਾ ਰਹੀਆਂ, ਉਹਨਾਂ ਦੀ ਕਾਬਲੀਅਤ ਦੇ ਬੇਸ ਤੇ ਟਿਕਟਾਂ ਦਿੱਤੀਆਂ ਜਾ ਰਹੀਆਂ। ਸਾਡੇ ਇੱਕ ਕੈਂਡੀਡੇਟ ਹੈ ਜੀਵਨਜੋਤ ਕੌਰ ਮੈਡਮ, ਸਿੰਪਲ ਮੈਡਮ ਨੇ, ਘਰੇਲੂ ਮੈਡਮ ਨੇ, ਠੀਕ ਹੈ, ਪਾਰਟੀ ਦੇ ਸ਼ਹਿਰੀ ਪ੍ਰਧਾਨ ਰਹਿ ਚੁੱਕੇ, ਆਮ ਲੋਕਾਂ ਚੋਂ ਨਿਕਲੇ ਹੋਏ ਨੇ, ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਉਹਨਾਂ ਕੋਲ ਕੋਈ ਪੈਸਾ ਨਹੀਂ ਹੈਗਾ, ਕੋਈ ਕੁਝ ਨਹੀਂ ਹੈਗਾ। ਜਿਹੜੀ ਚੋਣ ਲੜੀ ਜਾ ਰਹੀ ਆ ਉਹ ਸਿਰਫ ਸਿੱਧੂ ਮਜੀਠੀਆ ਦੇ ਨਾਂ ਤੇ ਲੜੀ ਜਾ ਰਹੀ ਹੈ, ਤੁਸੀਂ ਕੀ ਮੰਨਦੇ ਹੋ, ਮੁੱਦੇ ਕਿੱਥੇ ਰਹਿ ਗਏ? ਜਿਹੜੀ ਸਿੱਧੂ ਤੇ ਮਜੀਠੀਆ ਸਾਹਿਬ ਦੇ ਵਿੱਚ ਜਿਹੜੀ ਇਲੈਕਸ਼ਨ ਆ ਉਹ ਤਾਂ ਸਿਰਫ ਆਪਣੀ ਇੱਕ ਰੰਜਸਬਾਜ਼ੀ ਦੇ ਤਹਿਤ ਹੀ ਲੜੀ ਜਾ ਰਹੀ ਹੈ। ਜਿਹੜੀ ਆਮ ਆਦਮੀ ਪਾਰਟੀ ਆ ਇਹ ਇੱਕ ਮੁੱਦਿਆਂ ਦੇ ਆਧਾਰ ਤੇ ਇਲੈਕਸ਼ਨ ਲੜਨ ਰਹੀ ਹੈ। ਇਹਨਾਂ ਦੇ ਤੇ ਇੱਕ ਸਿਆਸੀ ਇੱਕ ਦੂਜੇ ਦੇ ਕਿੜਾਂ ਕੱਢਣ ਵਾਸਤੇ ਆ ਵੀ ਉਹ ਸਿੱਧੂ ਨੂੰ ਮਾੜਾ ਆਂਦਾ, ਉਹ ਉਹਨੂੰ ਮਾੜਾ ਆਂਦਾ। ਇਹਦੇ ਵਿੱਚ ਜਿਹੜੇ ਆਮ ਲੋਕਾਂ ਦੇ ਮੁੱਦੇ ਆ ਉਹ ਗਾਇਬ ਹੋ ਗਏ। ਕਿਹੜੇ ਮੁੱਦੇ ਗਾਇਬ ਹੋ ਗਏ ਜੀ? ਕਹਿੰਦੇ ਮੁੱਦੇ ਨਹੀਂ ਲੱਭ ਰਹੇ। ਬਾਪੂ ਜੀ ਕੀ ਕਹਿਣਾ ਜੀ? ਮੁੱਦੇ ਜਿਹੜੇ ਇਹ ਆਂਦੇ ਆਮ ਪਾਰਟੀ ਵਾਲੇ ਪੁੱਛੋ, ਜਿਹੜੇ ਤੁਹਾਡੇ ਆਪਣੇ 25 ਬਣੇ MLA ਪੀਲੀ ਨਾ, ਉਹਨਾਂ 'ਚ ਹੈਗਾ ਕੋਈ ਮੌਜੂਦਾ ਕਿ ਭੱਜ ਗਏ ਸਾਰੇ ਗਏ? ਹਾਂ ਪੁੱਛੋ ਆਮ ਪਾਰਟੀ ਲੱਭ ਭੱਜ ਗਏ ਜੀ ਸਾਰੇ? ਨਹੀਂ, ਕੋਈ ਭੱਜਿਆ ਨਹੀਂ ਜੀ, ਸਾਰੇ ਦੇ ਸਾਰੇ ਉੱਥੇ ਸਟੈਂਡ ਨੇ। ਕੋਈ ਬੰਦੇ ਮਾੜੇ ਸੀ ਉਹ ਚਲੇ ਗਏ ਨੇ, ਉਹਨਾਂ ਦੀ ਜਗ੍ਹਾ ਤੇ ਚੰਗੇ ਤੇ ਨਵੇਂ ਬੰਦੇ ਆਏ ਨੇ, ਉਹ ਨਵੇਂ ਬੰਦੇ ਕਾਇਮ ਰਹਿਣਗੇ। ਔਰ ਪਾਰਟੀ ਬੜੀ ਵਧੀਆ ਚੱਲ ਰਹੀ ਆ। ਪਾਰਟੀ ਆਮ ਆਦਮੀ ਪਾਰਟੀ ਸਰਕਾਰ ਬਣਾ ਰਹੀ ਆ, ਸਾਡੇ ਭਗਵੰਤ ਮਾਨ ਸਾਹਿਬ CM ਆ ਰਹੇ ਨੇ, ਇਸ ਕਰਕੇ ਇਹਨਾਂ ਨੂੰ ਬਗਲਾੜ ਵਿੱਚ ਬਿਆਨ ਦੇ ਰਹੇ ਨੇ। ਦੇਖੋ ਜੀ, ਗੱਲ ਮੁੱਦੇ ਤੇ ਕਰਨ, ਭੱਜਣ ਭਜਾਉਣ ਤੇ ਹੁੰਦਾ ਹੀ ਰਹਿੰਦਾ ਪਾਰਟੀਆਂ 'ਚ, ਹੈ ਨਾ। ਗੱਲ ਸਿੱਧੂ ਸਾਹਿਬ ਦੀ ਕਰਦੇ ਆ ਕਿ ਸਿੱਧੂ ਸਾਹਿਬ ਨੇ ਕੀ ਵਿਕਾਸ ਕੀਤਾ। ਇਹਨਾਂ ਦੀ ਸੋਚ ਹੈ ਸਿਰਫ ਗਲੀਆਂ ਨਾਲੀਆਂ ਤੱਕ। ਸਿੱਧੂ ਸਾਹਿਬ ਕਹਿੰਦੇ ਪੰਜਾਬ ਮਾਡਲ ਲੈ ਕੇ ਆਉਣਾ। ਸਭ ਤੋਂ ਪਹਿਲਾਂ ਪੰਜਾਬ ਮਾਡਲ, ਜਦੋਂ ਆਪਾਂ ਕੋਈ ਬਾਹਰ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰਦੇ ਹਾਂ। ਇਹਨਾਂ ਨੇ ਆਪਣੇ ਹਲਕੇ ਤੋਂ ਕੀ ਸਟਾਰਟ ਕੀਤਾ? ਕੋਈ ਸਕੂਲ ਨਹੀਂ ਚੱਜਦਾ ਹੈਗਾ, ਕੋਈ ਹਸਪੀਟਲ ਨਹੀਂ ਚੱਜਦਾ ਹੈਗਾ। ਸਭ ਤੋਂ ਜ਼ਿਆਦਾ ਨਸ਼ਾ ਸਾਡੇ ਹਲਕੇ 'ਚ ਮਕਬੂਲਪੁਰਾ ਏਰੀਆ ਜਾਓ, ਜਾ ਕੇ ਚਮਰੰਗ ਰੋਡ ਤੇ ਜਾ ਕੇ ਵੇਖ ਲਓ, ਸਭ ਤੋਂ ਜ਼ਿਆਦਾ ਨਸ਼ਾ 10 ਸਾਲ, ਹਾਂਜੀ 10 ਸਾਲ ਅਕਾਲੀ ਦਲ ਨੇ ਨਸ਼ਾ ਵੇਚਿਆ, ਠੀਕ ਹੈ। ਆਪਸ 'ਚ ਇਹਨਾਂ ਦੀ ਇੱਕ ਲੜਾਈ ਹੈ, ਦੋ ਹਾਥੀ ਲੜ ਰਹੇ ਆ, ਪਰ ਉਹਦੇ ਵਿੱਚ ਸਾਡੀ ਇੱਕ ਭੈਣ ਆ, ਉਹ ਆਮ ਘਰਾਂ ਤੋਂ ਉੱਠੀ ਹੋਈ ਆ, ਉਹੀ ਇੱਕ ਫਾਇਦਾ ਚੁੱਕ ਕੇ ਜਾਣਗੇ। ਉਹਨਾਂ ਨੂੰ ਲੋਕੀ ਵੋਟਾਂ ਦੇਣਗੇ, ਕਿਉਂਕਿ ਲੋਕੀ ਬਹੁਤ ਸਮਝਦਾਰ ਹੋ ਗਏ ਆ। ਇਸ ਵਾਰ ਜਿਹੜੀ ਰਾਜਨੀਤੀ ਉਹ ਰਾਜਨੀਤੀ ਨਹੀਂ ਰਹੀ ਕਿ ਵੱਡੇ ਚਿਹਰਿਆਂ ਨੂੰ ਵੋਟ ਪੈਣੀ। ਲੋਕੀ ਬੜੇ ਸਮਝਦਾਰ ਹੋ ਚੁੱਕੇ। 10 ਸਾਲ ਅਕਾਲੀ ਦਲ ਨੇ ਰੱਜ ਕੇ ਲੋਕਾਂ ਨੂੰ ਲੁੱਟਿਆ ਘਸੁੱਟਿਆ, 10 ਸਾਲ ਨਸ਼ਾ ਵਕਾਇਆ, 10 ਸਾਲ ਇਹਨਾਂ ਦੇ ਰਾਜ 'ਚ ਹੀ ਬੇਦਬੀਆਂ ਆਈਆਂ। ਉਸ ਤੋਂ ਬਾਅਦ ਸਿੱਧੂ ਸਾਹਿਬ ਆ ਗਏ, 4.5 ਸਾਲ ਤੇ ਉਹ ਘਰੋਂ ਹੀ ਨਹੀਂ ਨਿਕਲੇ। 4.5 ਸਾਲ ਜੀ ਕਦੀ ਉਹਦੇ ਨਾਲ ਲੜਾਈ, ਇਹਨਾਂ ਦੀ ਆਪਸੀ ਲੜਾਈ ਨਹੀਂ ਮੁੱਕੀ। ਇਹ ਲੜਾਈਆਂ ਸਿਰਫ ਇਹਨਾਂ ਦੀਆਂ ਆਪਸ ਦੀਆਂ, ਲੋਕਾਂ ਲਈ ਕੋਈ ਨਹੀਂ ਲੜਦੇ ਪਏ, ਬਸ ਇੰਨਾ ਹੀ। ਸਿੱਧੂ ਸਾਹਿਬ ਕਹਿੰਦੇ 4 ਸਾਲ ਘਰੋਂ ਨਹੀਂ ਨਿਕਲੇ, 4.5 ਸਾਲ। ਤੁਸੀਂ ਕੀ ਮੰਨਦੇ ਹੋ ਜੀ? ਅਸੀਂ ਇਹ ਗੱਲ ਮੰਨਦੇ ਵੀ ਗੱਲ ਹੈਗੀ ਵਿਕਾਸ ਕਰਨ ਦੀ। ਜੇ ਇੱਥੇ ਆਪਣਾ ਪਿੰਡ ਜਾ ਕੇ ਬਹਿ ਜਾਂਦੇ ਤੇ ਪੈਸਾ ਕਿੱਥੋਂ ਲਿਆਉਣਾ ਹੈ? ਸਾਨੂੰ 2 ਕਰੋੜ ਤੋਂ ਵੱਧ ਪੈਸਾ ਦਿੱਤਾ ਸਿੱਧੂ ਸਾਹਿਬ ਨੇ। ਜਿਹੜੀ ਮੂੰਹ ਬੋਲਦੀ ਤਸਵੀਰ ਤੁਸੀਂ ਪਿੰਡ ਜਾ ਕੇ ਕੱਲੀ ਗਲੀ ਜਾ ਕੇ ਵੇਖ ਸਕਦੇ ਜੇ। ਸਿਰਫ ਇਹ ਆ ਵੀ ਹੁਣ ਇੱਕ ਦੂਜੇ ਤੇ ਇਲਜ਼ਾਮ ਲੈ ਗੱਲ ਨਹੀਂ ਬਣਨੀ, ਮੂੰਹ ਬੋਲਦੀ ਤਸਵੀਰ ਆ। 20 ਤਰੀਕ ਨੂੰ ਸਭ ਸਾਫ਼ ਹੋ ਜਾਣਾ ਜੀ। ਕਹਿੰਦੇ ਜੀ ਪੈਸਾ ਬੜਾ ਆ ਗਿਆ ਜੀ, ਕਰੋੜ ਰੁਪਈਆ ਆ ਗਿਆ ਜੀ। ਵੀਰ ਕਹਿ ਰਿਹਾ ਵੀ ਪਿੰਡ ਦੀਆਂ ਗਲੀਆਂ ਵੇਖੋ, ਸਭ ਤੋਂ ਪਹਿਲਾਂ ਇਹਦੇ ਘਰ ਨੂੰ ਜਿਹੜੀ ਗਲੀ ਜਾਂਦੀ ਜੀ ਉਹੀ ਕੱਚੀ ਆ, ਹੋਰ ਤੇ ਬਾਕੀ ਬਾਹਰ ਦੀਆਂ ਗੱਲਾਂ ਜੀ। ਉਹਨੂੰ ਪੁੱਛੋ ਵੀ ਤੇਰੇ ਘਰ ਦੀ ਗਲੀ ਬਣੀ ਜਿਹੜੀ ਮੇਨ ਤੋਂ ਆਉਣ ਡਈ ਆ। ਕਹਿੰਦੇ ਗਲੀ ਤੁਹਾਡੀ ਨਹੀਂ ਬਣੀ ਜੀ। ਗਲੀ ਵੇਖੋ, ਜਿਹੜੀ ਮੋਚੀ ਹੁੰਦਾ ਉਹਦੀ ਆਪਣੀ ਜਿਹਦੀ ਟੁੱਟੀ ਹੁੰਦੀ ਆ। ਸਾਜਾ ਕਲੋਨੀ ਵੇਖੋ, ਨਰਕ ਪਿਆ ਸੀ, ਨਰਕ ਪਿਆ ਤੇ ਜਾ ਕੇ ਕਲੋਨੀ ਇੱਕ ਗਲੀ ਵੇਖੋ, ਇੱਕ ਗਲੀ ਕੋਈ ਇੱਥੇ ਗੱਲ ਨਹੀਂ ਕੀ ਜਾਹੀ ਸਾਰੇ ਇੱਥੇ ਖਲੋਨੇ ਆ, ਜਾ ਕੇ ਉੱਥੇ ਜਾ ਕੇ ਕਲੋਨੀ 'ਚ ਇੱਕ ਕੋ ਪੁੱਛ ਲਓ ਵੀ ਤੁਹਾਡੇ ਗਲੀਆਂ ਕਿੱਦਾਂ ਦੀਆਂ। ਸਾਡੀ ਗਲੀ ਆ ਬਣਾਏ, ਉਸ ਗਲੀ ਦੇ ਵਿੱਚ ਸਿਰਫ ਇੱਕੋ ਹੀ ਘਰ ਆ ਇਹਦਾ, ਤੇ ਇੱਕ ਪਿੱਛੇ ਘਰ ਆ, ਤੇ ਉਹਦੇ ਉਸ ਗਲੀ ਦੇ ਵਿੱਚ ਮਿੱਟੀ ਪੈਂਦੀ ਬਹੁਤ ਜ਼ਿਆਦਾ, ਵੀ ਕਮ ਸੇ ਕਮ 100 ਟਰਾਲੀ ਦੇ ਲਾਗੇ ਬੰਨੇ ਮਿੱਟੀ ਪਵੇ ਤੇ ਫਿਰ ਉਹ ਗਲੀ ਬਣਦੀ ਆ। ਇਸ ਕਰਕੇ ਉਹ ਜਿਹੜੀ ਮਿੱਟੀ ਆ, ਇਹ ਗਰੀਬ ਘਰ ਆ ਦੋਵੇਂ, ਇਹ ਪਾ ਨਹੀਂ ਸਕਦੇ, ਉਸ ਕਰਕੇ ਗਲੀ ਜਿਹੜੀ ਰਹਿਣ ਡਈ ਹੈ। ਬੇਨਤੀ ਆ, ਚਲੋ ਗਰੀਬ ਨੇ ਆ ਸ਼ਮਸ਼ਾਨ ਘਾਟ ਨੂੰ ਰਾਹ ਜਾਂਦੇ, ਤੁਸੀਂ ਆਹ ਰਾਹ ਵੇਖ ਲਓ ਸਾਡਾ ਕਿੰਨਾ ਗੰਦ ਆ। ਇੱਥੇ ਬਾਹਰੋਂ ਆ ਲੋਕ ਆਉਂਦੇ ਆ, ਸ਼ਮਸ਼ਾਨ ਘਾਟ ਜਾਂਦੇ, ਵੇਖੋ ਲੰਘਿਆ ਨਹੀਂ ਜਾਣ ਡਿਆ ਉੱਥੋਂ। ਉਹਦਾ ਦੱਸਦਾ ਵੀ ਉਹ ਗੋਣੀ ਬਣੀ। ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਵੇਖ ਲਓ ਜੀ, ਸ਼ਮਸ਼ਾਨ ਘਾਟ ਬਣਿਆ ਪਿਆ ਪੂਰਾ। ਸਿਰਫ ਪਤਾ ਕੀ ਆ, ਇੱਕਦਮ ਨਹੀਂ ਗੱਲ ਬਣਨੀ, ਗਲੀਆਂ ਰੂਟੀਨ ਦੇ ਨਾਲ ਬਣੀਆਂ ਵਾ। ਇਹ ਗਲੀ ਪੈ ਚੁੱਕੀ ਆ, ਇਹ ਗਲੀ ਸੜਕ ਬਣੀ ਸੀ ਤੇ ਇਹ ਇੱਧਰ ਨਾ ਬਿਜਲੀ ਘਰ ਅੱਗੇ ਹੈਵੀ ਵਹੀਕਲ ਲੰਘਦੇ ਆ, ਉਹਨੇ ਦੀ ਵਜ੍ਹਾ ਨਾਲ ਸੜਕ ਟੁੱਟੀ ਆ। ਫਿਰ ਇੱਧਰ ਸਾਡੇ ਨਾ ਨਿਕਾਸੀ ਦਾ ਕੋਈ ਹੈ ਨਹੀਂ ਸਾਧਨ। ਹੁਣ ਅਸੀਂ ਨਵਾਂ ਜਿਹੜਾ ਛੱਪੜ ਪੁੱਟਿਆ ਇੱਥੇ, ਤੇ ਹੁਣ ਪਾਣੀ ਦੀ ਨਿਕਾਸੀ ਹੋਈ ਆ, ਹੁਣ ਇਹ ਗਲੀ ਬਣਨੀ। ਪਰ ਕਹਿੰਦੇ ਜੀ ਜਿਹੜੇ ਆਗੂ ਨੇ ਉਹਨਾਂ ਨੂੰ ਆਪਣੇ ਘਰ ਦੀ ਨਹੀਂ ਲੋਕਾਂ ਦੀ ਫਿਕਰ ਹੈ, ਇਹਦੇ ਕਰਕੇ ਲੋਕਾਂ ਦੇ ਕੰਮ ਪਹਿਲਾਂ ਕਰਵਾਏ ਜਾ ਰਹੇ ਜੀ। ਸਰ ਬਿਲਕੁਲ ਝੂਠ ਹੈ ਜੀ, ਕੋਈ ਕੰਮ ਨਹੀਂ ਹੋਇਆ। ਜਿਹੜੀ ਆ ਤੁਸੀਂ ਮੇਨ ਵੇਖਣ ਦੇ ਜੇ ਨਾ, ਇਹ ਹਰਦੀਪੁਰੀ ਜੀ ਆਏ ਸੀ, ਉਹਨਾਂ ਨੇ ਸੜਕ ਬਣਾਈ ਆ, ਉਹਨਾਂ ਨੇ ਅਸੀਂ ਸਟਰੀਟ ਲਾਈਟਾਂ ਲਾਈਆਂ ਆ। 5 ਸਾਲਾਂ ਬਾਅਦ ਹੀ ਬਾਹਰ ਨਿਕਲੇ ਆ ਇਹ ਸਾਡੇ ਮੈਂਬਰ ਸਾਹਿਬ ਆ, ਇਹ 5 ਸਾਲਾਂ ਬਾਅਦ ਹੀ ਬਾਹਰ ਨਿਕਲੇ ਆ। ਇਹ ਆ ਕਿ ਇਹਨਾਂ ਨੂੰ ਪਤਾ ਨਹੀਂ ਕਿ ਪਿੰਡ 'ਚ ਕਿਹੜੀ ਗਲੀ ਬਣੀ ਕਿਹੜੀ ਨਹੀਂ ਬਣੀ। ਅਸੀਂ ਤੇ ਇਹ ਗੱਲ ਕਹਿੰਦੇ ਆ, ਅਸੀਂ ਤੇ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਵੀ ਇੱਥੇ ਹੈਗੇ, ਭਾਵੇਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆ, ਅਸੀਂ ਇੱਕ ਅਪੀਲ ਜ਼ਰੂਰ ਕਰਨਾ ਚਾਹੁੰਦੇ ਆ ਸੰਯੁਕਤ ਸਮਾਜ ਮੋਰਚੇ ਵੱਲੋਂ ਕਿ ਭਰਾਵੋ 20 ਫਰਵਰੀ ਲੰਘ ਜਾਣੀ ਆ, ਆਪਸੀ ਏਕਤਾ ਕਾਇਮ ਰੱਖਿਓ, ਆਪਸੀ ਏਕਤਾ ਨਾ ਤੋੜਿਓ।
ਵੋਟ ਜਿੱਥੇ ਮਰਜ਼ੀ ਪਾਓ। ਇੱਕ ਮੈਂ ਗੱਲ ਕਹੂੰਗਾ ਕਿ ਬੀਜੇਪੀ ਅਕਾਲੀ ਦਲ ਨੂੰ ਵੋਟ ਨਾ ਪਾਓ, ਹੋਰ ਜਿੱਥੇ ਮਰਜ਼ੀ ਪਾ ਦਿਓ, ਕਿਉਂਕਿ ਇਹੀ ਲੋਕ ਜਿਹੜੇ ਦਿੱਲੀ ਦੇ ਵਿੱਚ ਮੋਦੀ ਦੇ ਨਾਲ ਜਿਨ੍ਹਾਂ ਦੀ ਸਾਂਝੀ ਸੁਰ ਸੀ, ਜਿਹੜੇ ਲੋਕ ਕਾਨੂੰਨਾਂ ਦੇ ਹੱਕ ਦੇ ਵਿੱਚ ਸੀ, ਠੀਕ ਆ, ਅਸੀਂ ਧੰਨਵਾਦ ਕਰਦੇ ਹਾਂ ਅਕਾਲੀ ਦਲ ਤੋਂ ਜਿਨ੍ਹਾਂ ਸਾਥ ਦਿੱਤਾ। ਬਾਅਦ ਚ ਆਣ ਕੇ ਲੇਟ ਆਏ ਦਰੁਸਤ ਆਏ ਚਲੋ ਗੱਲ ਠੀਕ ਆ, ਪਰ ਇਹ ਆ ਕਿ ਜੇ ਆਖਣ ਨਾ ਦੁੱਧ ਧੋਤਾ ਕੋਈ ਨਹੀਂ ਹੈਗਾ ਇਹਨਾਂ 'ਚ। ਇਹ ਵੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ, ਇਹ ਵੀ ਵੇਖੋ ਕਿ ਇਹਨਾਂ ਕਿਹੜੀ ਵਾਸ਼ਿੰਗ ਮਸ਼ੀਨ ਰੱਖੀ ਆ। ਕੱਲ ਤੱਕ ਉਹ ਬੰਦਾ ਭ੍ਰਿਸ਼ਟ ਹੁੰਦਾ ਵਾ, 58 ਬੰਦੇ ਇਹਨਾਂ ਦੇ ਵਿੱਚ ਜਿਹੜੇ ਜਿਹਨਾਂ ਨੂੰ ਟਿਕਟਾਂ ਦਿੱਤੀਆਂ ਉਹ ਸਾਰੇ ਮਤਲਬ ਦੂਜੀਆਂ ਪਾਰਟੀਆਂ 'ਚੋਂ ਆਏ ਆ। ਉਹ ਕਿੱਥੋਂ ਮਤਲਬ ਕਿ ਦੁੱਧ ਧੋਤੇ ਹੋ ਗਏ, ਉਹ ਕਿੱਥੋਂ ਆਮ ਆਦਮੀ ਹੋ ਗਏ। ਆਮ ਆਦਮੀ ਵਾਲੀ ਕੋਈ ਗੱਲ ਨਹੀਂ, ਸਿਰਫ ਗੱਲ ਇਹ ਆ ਕਿ ਇਹ ਕੇਜਰੀਵਾਲ ਸਾਹਿਬ ਵੀ ਜਿਹੜੇ ਆ ਨਾ, ਮੰਨ ਲਓ ਕਿ ਰਾਜੇਵਾਲ ਸਾਹਿਬ ਨੇ ਇਹਨਾਂ ਨੂੰ ਸਬੂਤ ਦਿੱਤੇ ਖੁਦ ਭ੍ਰਿਸ਼ਟ ਲੀਡਰਾਂ ਦੇ, ਔਰ ਉਹ ਉਸ ਚੀਜ਼ ਨੂੰ ਸਾਬਤ ਨਹੀਂ ਕਰ ਸਕੇ। ਇਹ ਵੀ ਇੱਕ ਕਾਰਪੋਰੇਟ ਘਰਾਣਿਆਂ ਦਾ ਹੀ ਇੱਕ ਮੰਨ ਲਓ ਕਿ ਸ਼ੋਅ ਹੈ ਇਹਨਾਂ ਦਾ। ਗੱਲ ਕੋਈ ਕਿਸੇ ਐਮਐਲਏ ਕੋਲ 5 ਸਾਲ ਰਹਿੰਦੀ ਵਜ਼ਾਰਤ, ਸਿੱਧੂ ਸਾਹਿਬ ਕੋਲ ਪਿਛਲੇ 15 ਸਾਲਾਂ 18 ਸਾਲਾਂ ਤੋਂ ਵਜ਼ਾਰਤ ਆ। ਐਮਪੀ ਰਹਿ 2 ਤੋਂ 3 ਵਾਰ, ਐਮਐਲਏ ਰਹੇ, ਇਸ ਹਲਕੇ ਤੇ ਵਿਕਾਸ ਕਰ ਸਕਦੇ ਸੀ। ਪਿਛਲੇ 15-18 ਸਾਲਾਂ 'ਚ ਨਸ਼ਾ ਹੀ ਰਿਹਾ, ਸਿਰਫ ਨਸ਼ਾ ਹੀ। ਬੇਰੁਜ਼ਗਾਰੀ ਰਹੀ, ਹਸਪਤਾਲ ਵੇਖ ਲਓ, ਸਕੂਲ ਵੇਖ ਲਓ, ਕਿਤੇ ਵੀ ਕੁਝ ਨਹੀਂ ਬਣਿਆ। 5 ਸਾਲਾਂ 'ਚ ਕੀ 18 ਸਾਲਾਂ 'ਚ ਨਹੀਂ ਕੁਝ ਬਣਾ ਪਾਏ ਤੇ ਗਾਂ ਕੀ ਬਣਾਉਣਗੇ ਸਿੱਧੂ ਸਾਹਿਬ। ਦੇਖੋ ਜੀ, ਮੈਂ ਸੰਯੁਕਤ ਸਮਾਜ ਮੋਰਚੇ ਵੱਲੋਂ ਵੀ ਗੱਲ ਕਰਦਾ। ਇਹਨਾਂ ਨੇ ਇਲਜ਼ਾਮ ਲਾਇਆ ਕਿ ਕੇਜਰੀਵਾਲ ਸਾਹਿਬ ਨੇ ਟਿਕਟਾਂ ਵੇਚੀਆਂ, ਤੇ ਉਦੋਂ ਕੇਜਰੀਵਾਲ ਸਾਹਿਬ ਚੰਗੇ ਜਦੋਂ ਰਾਜੇਵਾਲ ਸਾਹਿਬ ਅੰਦਰ ਬਹਿ ਕੇ ਮੀਟਿੰਗਾਂ ਕਰਦੇ ਸੀ, ਇਹਨਾਂ ਨੂੰ 60 ਟਿਕਟਾਂ ਦੇ ਦਿੰਦੇ, ਤੇ ਫਿਰ ਕੇਜਰੀਵਾਲ ਸਾਹਿਬ ਚੰਗੇ ਸੀ। ਜਦੋਂ ਇਹ ਤਾਰੀਫਾਂ ਕਰਦੇ ਸੀ ਉਦੋਂ ਕੇਜਰੀਵਾਲ ਸਾਹਿਬ ਚੰਗੇ ਸੀ। ਇਹ ਮੈਨੂੰ ਦੱਸਣ ਇਹਨਾਂ ਨੇ ਕਿੰਨੀਆਂ ਕੁ ਕਿਸਾਨਾਂ ਨੂੰ ਟਿਕਟਾਂ ਦਿੱਤੀਆਂ, ਦੱਸੋ ਜੀ। ਵੇਖੋ ਜੀ, ਜਿਹੜਾ ਸੰਯੁਕਤ ਸਮਾਜ ਮੋਰਚਾ ਉਹਨੇ ਹਰ ਵਰਗ ਨੂੰ ਟਿਕਟ ਦਿੱਤੀ ਆ। ਉਹਦੇ ਵਿੱਚ ਬੁੱਧੀਜੀਵੀ ਵੀ ਆ, ਉਹ 'ਚ ਸਨਅਤਕਾਰ ਵੀ ਆ, ਉਹ 'ਚ ਉਹ ਕਿਸਾਨ ਵੀ ਆ। ਉਹ ਸਾਰੇ ਵਰਗਾਂ ਨੂੰ ਮੰਨ ਲਓ ਕੋਈ ਇੱਕ ਬੰਦਾ ਸਾਬਤ ਕਰ ਦੇ ਕਿਸੇ ਦਾ ਵੀ। ਮੰਨ ਲਓ ਕਿ ਮੈਂ ਪੰਜਾਬ ਕਿਸਾਨ ਯੂਨੀਅਨ ਦੇ ਨਾਲ ਰੁਲਦਾ ਸਿੰਘ ਮਾਨਸਾ ਵਾਲੀ ਨਾਲ ਮੈਂ ਸੰਬੰਧਿਤ ਹਾਂ, ਮੈਂ ਉਹਦਾ ਮੰਨ ਲਓ ਕਿ ਜ਼ਿਲ੍ਹੇ ਅੰਮ੍ਰਿਤਸਰ ਦਾ ਪ੍ਰਧਾਨ ਆ। ਅਸੀਂ ਉਸ ਮੋਰਚੇ ਦਾ ਇੱਕ ਹਿੱਸਾ ਵਾਂ, ਪਰ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਕੋਈ ਬੰਦਾ ਇਹ ਸਾਬਤ ਕਰ ਦੇ ਕਿ ਸੰਯੁਕਤ ਸਮਾਜ ਮੋਰਚੇ ਨੇ ਕੋਈ ਟਿਕਟ ਵੇਚੀ ਆ, ਠੀਕ ਹੈ। ਇਹ ਗੱਲ ਇਹ ਸਾਬਤ ਕਰ ਦੇਣ ਵੀ ਕੇਜਰੀਵਾਲ ਸਾਹਿਬ ਨੇ ਟਿਕਟਾਂ ਵੇਚੀਆਂ। ਉਹ ਕਹਿੰਦੇ ਅਸੀਂ ਪਾਰਟੀ ਦੀ ਮਾਨਤਾ ਰੱਦ ਕਰਾਵਾਂਗੇ, ਜਿੰਨੇ ਟਿਕਟ ਵੇਚੀ ਉੱਤੇ ਉਸੇ ਵੇਲੇ ਕਰਾਉਣ। ਉਹਨਾਂ ਪ੍ਰੈਸ ਕਾਨਫਰੰਸ ਕੀਤੀ। ਮਹਾਰਾਜ ਸਬੂਤ ਰਾਜੇਵਾਲ ਸਾਹਿਬ ਲੈ ਕੇ ਗਏ, ਖੁਦ ਸਾਡੇ ਜਿਹੜੇ ਲੀਡਰ ਸੀ। ਮੰਨ ਲਓ ਤੁਸੀਂ ਆਮ ਟੀਵੀ ਦੇ ਵਿੱਚ ਵੀ ਰੋਜ਼ ਸੁਣਦੇ ਹੋ, ਸਾਰਾ ਕੁਝ ਹੀ ਹੈ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਫਿਰ ਤੁਸੀਂ ਇੱਕ ਗੱਲ ਵੇਖੋ ਨਾ, ਜਿਹੜੇ ਹਲਕਿਆਂ 'ਚ ਇਹਨਾਂ ਟਿਕਟਾਂ ਦਿੱਤੀਆਂ, ਜਿਹੜੇ ਬੰਦੇ ਦਲ ਬਦਲੀ ਕਰਕੇ ਆਏ ਆ, ਲਾਲੀ ਮਜੀਠੀਆ, ਕੱਲ ਤੱਕ ਉਹਨੂੰ ਇਹ ਭ੍ਰਿਸ਼ਟ ਦੱਸਦੇ ਸੀ, ਅੱਜ ਉਹ ਇਹਨਾਂ ਦੀ ਪਾਰਟੀ ਸ਼ਾਮਲ ਹੋ ਗਿਆ, ਉਹ ਟਿਕਟ ਲੈ ਲਈ ਉਹਨੇ। ਇੱਕ ਭਰਾ ਉਹਦਾ ਕਾਂਗਰਸ ਵੱਲੋਂ ਲੜ ਰਿਹਾ, ਆਪ ਉਹ ਆਮ ਆਦਮੀ ਪਾਰਟੀ ਵੱਲੋਂ ਲੜ ਰਿਹਾ। ਕੀ ਉਹਨੂੰ ਕਹੋਗੇ ਉਹ ਆਮ ਆਦਮੀ ਆ? ਇਸੇ ਤਰ੍ਹਾਂ ਹੀ ਹੋਰ ਵੀ ਮੰਨ ਲਓ ਮੈਂ ਬੜੇ ਲੋਕ ਵੇਖਣਾ ਵਾ ਜਿਹੜੇ ਮੰਨ ਲਓ ਕਿ ਇਸ ਤਰ੍ਹਾਂ ਹੀ ਮੰਨ ਲਓ ਜਿਹੜੇ ਕਿੰਨੇ ਫਿਰੋਜ਼ਪੁਰ ਤੋਂ ਜਿਹੜੇ ਉਹ ਆਪਣਾ ਸਬੂਤ ਉੱਥੇ ਲੈ ਕੇ ਜਾ ਰਹੇ ਨੇ, ਕੀ ਉਹ ਜਨਤਕ ਨਹੀਂ ਕਰ ਸਕਦੇ? ਮੈਨੂੰ ਇਸ ਗੱਲ ਦਾ ਜਵਾਬ ਦਿਓ। ਦੂਜੀ ਗੱਲ, ਆਪਾਂ ਮੁੱਦਿਆਂ ਦੀ ਗੱਲ ਕਰੀਏ, ਥੋੜੀ ਰਾਜਨੀਤੀ ਜਿਹੜੀ ਮੁੱਦਿਆਂ ਤੇ ਹੋਣੀ ਚਾਹੀਦੀ ਆ। ਇਹ ਗੱਲਾਂ ਨਹੀਂ ਕੋਈ ਇਧਰੋਂ ਆ ਗਿਆ ਕੋਈ ਉਧਰ ਚਲ ਗਿਆ। ਆਪਾਂ ਇਸ ਗੱਲ ਤੇ ਆਈਏ ਜਿੱਥੇ ਆਪਾਂ ਇਸ ਟਾਈਮ ਖੜੇ ਆ। ਕੀ ਉਹ ਪੇਂਟ ਕਰਾਉਣ ਨਾਲ ਸਮਾਰਟ ਸਕੂਲ ਬਣ ਗਿਆ? ਤੁਸੀਂ ਇੱਕ ਵਾਰੀ ਉਧਰ ਕੈਮਰੇ ਦੀ ਝਾਤੀ ਮਰਵਾਓ। ਗੌਰਮੈਂਟ ਹਾਈ ਸਮਾਰਟ ਸਕੂਲ, ਉਹ ਪਾਰਕ ਦੇਖੋ ਜੀ ਆ ਸਮਾਰਟ ਸਕੂਲ ਦੀ। ਮਤਲਬ ਸਾਨੂੰ ਸ਼ਰਮ ਹੋਣੀ ਚਾਹੀਦੀ, ਅਸੀਂ ਕਿਹੜੀ ਰਾਜਨੀਤੀ ਕਰ ਰਹੇ ਹਾਂ। ਸਿੱਧੂ ਸਾਹਿਬ ਟੀਵੀ ਤੇ ਜ਼ਰੂਰ ਰੌਲਾ ਪਾਉਂਦੇ ਨੇ ਕਿ ਹਾਂਜੀ ਮੈਂ ਪੰਜਾਬ ਦਾ ਮਾਡਲ ਲੈ ਕੇ ਆਵਾਂਗਾ। ਜੇ ਇਹੋ ਜਿਹਾ ਮਾਡਲ ਲੈ ਕੇ ਆਓਗੇ, ਲੱਖ ਲੜਨ ਤੇ ਇਹੋ ਜਿਹੇ ਮਾਡਲ ਤੇ। ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਮਾਡਲ। ਕੋਈ ਮੁੱਦਿਆਂ ਦੀ ਰਾਜਨੀਤੀ ਤੇ ਆਓ, ਫਿਰ ਅਸੀਂ ਕਵਾਂਗੇ ਕਿ ਠੀਕ ਆ ਕੋਈ ਕੰਮ ਕੀਤਾ। ਇੱਕ ਵਾਰੀ ਐਮਪੀ ਰਹਿ ਚੁੱਕੇ ਨੇ, ਇੱਕ ਵਾਰੀ ਪੂਰਬੀ ਤੋਂ ਆਪਣੇ ਐਮਐਲਏ ਨੇ, ਉਹਨਾਂ ਦੀ ਘਰ ਦੀ ਐਮਐਲਏ ਰਹੀ। ਜੇ 15 ਸਾਲਾਂ 'ਚ ਨਹੀਂ ਵਿਕਾਸ ਕਰ ਸਕਦੇ ਤੇ ਕਿਹੜੇ 5 ਸਾਲਾਂ 'ਚ ਅਸੀਂ ਇਹਨਾਂ ਤੋਂ ਉਮੀਦ ਰੱਖਦੇ ਹਾਂ ਕਿ ਇਹ ਵਿਕਾਸ ਕਰਨਗੇ? ਭਾਜੀ ਜਿਹੜਾ ਬੰਦਾ ਆਪਣੀ ਮਾਂ ਭੈਣ ਦਾ ਹੀ ਨਹੀਂ ਹੋਇਆ, ਉਹ ਕਿਸੇ ਦਾ ਕੀ ਹੋਊਗਾ? ਭਾਜੀ ਅਸੀਂ ਕਿਸੇ ਦੇ ਘਰ ਤੇ ਸਿਆਸਤ ਨਹੀਂ ਕਰਦੇ। ਉਹਨਾਂ ਦੀ ਸਿਸਟਰ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ, ਜਿਹੜਾ ਬੰਦਾ ਆਪਣੇ ਘਰਦਿਆਂ ਦਾ ਹੀ ਨਹੀਂ ਹੋਇਆ, ਉਹ ਕਿਸੇ ਦਾ ਕੀ ਹੋਊਗਾ? ਬਸ ਇਹਨਾਂ ਕੋਲ ਗੱਲ ਮੁੱਦਿਆਂ ਦੀ ਆ ਜੀ। ਪਰਿਵਾਰਕ ਜਿਹੜੇ ਸੀ ਉਹਨਾਂ ਦੇ ਕਰਕੇ ਪਹਿਲੀ ਗੱਲ ਤੇ ਵੇਖੋ, ਮੇਰੀ ਗੱਲ ਸੁਣੋ, ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿੰਦਾ ਕਿਸੇ ਦੀ ਘਰ ਦੇ ਵਿੱਚ ਆਪਾਂ ਨਾ ਸਿਆਸਤ ਕਰੀਏ, ਠੀਕ ਹੈ ਜੀ। ਦੂਸਰੀ ਗੱਲ ਇਹ ਆ, ਇਹ ਵਿਚਾਰੇ ਆਏ ਆ ਬਾਹਰੋਂ, ਇਹਨਾਂ ਨੂੰ ਪਿੰਡ ਮੋਦਲ ਦਾ ਕੋਈ ਪਤਾ ਨਹੀਂ ਕਿ ਮੋਦਲ ਵਿੱਚ ਕਿੱਥੇ ਵਿਕਾਸ ਹੋਇਆ ਵਾ। ਸਿਰਫ ਮੋਦਲਾਂ ਦਾ ਇੱਕ ਬੰਦਾ, ਉਹਨਾਂ ਨੂੰ ਪੁੱਛੋ ਕਿ ਮੋਦਲ 'ਚ ਵਿਕਾਸ ਹੋਇਆ ਕਿ ਨਹੀਂ। ਇਹ ਤੇ ਆਮ ਵਾਲੇ ਪਾਰਟੀ ਗੱਲਾਂ ਕਰੀ ਜਾਂਦੇ ਆ, ਗੱਲਾਂ ਕਰੀ ਜਾਂਦੇ। ਜਾਂ ਤਾਂ ਇੱਥੇ ਪਿੰਡ 'ਚ ਰਹਿਣ। ਸਮਾਰਟ ਸਕੂਲ ਦੀ ਗੱਲ ਇਹਨਾਂ ਕੀਤੀ ਭਾਜੀ ਹੋਣਾ। ਤੁਸੀਂ ਇੱਥੇ ਅੰਦਰ ਜਾ ਕੇ ਵੇਖੋ, ਅੰਦਰ ਕੀ ਨਹੀਂ ਕੁਛ ਬਣਿਆ। ਇਹ ਆਪਾਂ ਇੱਦਾਂ ਨਹੀਂ ਕਿ ਬਾਹਰੋਂ ਵੇਖ ਕੇ ਆਪਾਂ ਇੱਕ ਮਿੰਟ ਤੁਹਾਨੂੰ ਮੌਕਾ ਮਿਲੂਗਾ ਭਾਜੀ ਪੂਰਾ। ਇਹ ਕਰਕੇ ਮੈਂ ਕਹਿੰਦਾ ਵਾਂ ਵੀ ਆਪਾਂ ਵਿਕਾਸ ਹੋਇਆ ਵਾ, ਅਸੀਂ ਮੰਨਦੇ, ਸਾਰਾ ਪਿੰਡ ਮੰਨੂਗਾ। ਸਿਰਫ ਮੈਂ ਨਾ ਕਿ ਜਿਹੜੀ ਗੱਲ ਆਉਣ ਵਾਲੇ ਸਮੇਂ 'ਚ ਜਿਹੜਾ ਵਿਕਾਸ ਰਹਿੰਦਾ ਉਹਦੀ ਗੱਲ ਕਰੀ ਵੀ ਇਹ ਆਹ ਕਰਾਵਾਂਗੇ, ਸਾਡੀ ਸਰਕਾਰ ਆਊਗੀ ਤਾਂ ਅਸੀਂ ਆਹ ਕਰਾਵਾਂਗੇ। ਤੇ ਆਪਾਂ ਮੇਰੀ ਗੱਲ ਸੁਣੋ, ਸਾਰੀ ਗੱਲ ਜਿਹੜਾ ਵਿਕਾਸ ਹੋਊਗਾ ਉਹ ਤੇ ਆਪਾਂ ਕੋਈ ਗੱਲ ਨਹੀਂ ਕਰਦੇ। ਪਾਰਟੀ 20 ਤਰੀਕ ਨੂੰ ਮੈਂ ਕਹਿੰਦਾ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋ ਜਾਣਾ ਵਾ। ਜਿਹੜੇ ਚੰਨੀ ਸਾਹਿਬ ਨੇ ਕੰਮ ਕਰਤੇ ਉਹ ਨਾ ਜ਼ਿੰਦਗੀ 'ਚ ਕਿਸੇ ਨੇ ਕਰਨੇ ਆ ਤੇ ਨਾ ਅੱਗੇ ਕੋਈ ਹੋਣਾ ਹੀ ਆ। ਸਮਾਰਟ ਸਕੂਲਾਂ ਦੀ ਗੱਲ ਕਰ ਲੈਂਦੇ ਜੀ। ਇੱਥੇ ਮਾਸਟਰ ਵੀ ਹੈਗੇ ਸਾਡੇ ਨਾਲ। ਸਮਾਰਟ ਸਕੂਲਾਂ ਦੀ ਜਿਹੜੀ ਗੱਲ ਆ ਰਹੀ ਆ, ਸਮਾਰਟ ਸਕੂਲ ਜਿਹੜੇ ਨੇ ਉਹ ਸਹੀ ਨਹੀਂ ਬਣੇ।
ਨਹੀਂ ਵੇਖੋ ਜੀ, ਜਿਹੜੀ ਸਮਾਰਟ ਸਕੂਲਾਂ ਦੀ ਗੱਲ, ਮੈਂ ਨਹੀਂ ਸਮਝਦਾ ਵੀ ਇਹਦੇ ਵਿੱਚ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਖੁਦ ਵੀ ਪਾਖਰਪੁਰੇ ਟੀਚਰ ਆ। ਉਹਦੇ 'ਚ ਅਸੀਂ ਆਪਣੀ ਜਿਹੜੀ ਆ ਅਧਿਆਪਕਾਂ ਨੇ ਕੰਟਰੀਬਿਊਸ਼ਨ ਕਰਕੇ ਜਾਂ ਆਪਣੇ ਸੁਸਾਇਟੀ ਦੇ ਜਾਂ ਲੋਕਾਂ ਕੋਲ ਜਿਹੜਾ ਲੈ ਕੇ ਉਹ ਜਿਹੜੇ ਸਮਾਰਟ ਸਕੂਲ ਬਣਾਏ ਆ। ਤੇ ਵਾਕਈ ਇਹ ਜਿਸ ਤਰ੍ਹਾਂ ਸਾਥੀ ਗੱਲ ਕਰਨ ਡਿਆ ਵੀ ਜਿਹੜੀ ਸਮਾਰਟ ਸਕੂਲਾਂ ਦੀ ਗੱਲ ਹੈ, ਸਿਰਫ ਬੋਰਡ ਲਾ ਦਿੱਤੇ ਗਏ ਆ। ਤੇ ਆਮ ਆਦਮੀ ਪਾਰਟੀ ਵੀ ਇਹਦਾ ਕ੍ਰੈਡਿਟ ਨਾ ਲਵੇ ਇਹ ਗੱਲ ਦਾ, ਕਿਉਂਕਿ ਜਦੋਂ ਪਿੱਛੇ ਜੇ ਗਏ ਆ ਅਜੇ ਵੀ ਉੱਥੇ ਕੰਟਰੈਕਟ ਟੀਚਰ ਆ। ਜਦੋਂ ਸਾਡੇ ਇੱਥੇ ਆ ਕੇ ਗੱਲਾਂ ਕਰਦੇ ਆ ਵੀ ਅਸੀਂ ਸਾਰੇ ਰੈਗੂਲਰ ਕਰਦੇ ਹਾਂ, ਕੀ ਗੱਲ ਸਭ ਤੋਂ ਪਹਿਲਾਂ ਉੱਥੇ ਇੰਪਲੀਮੈਂਟ ਨਹੀਂ ਹੋ ਸਕਦੀਆਂ ਗੱਲਾਂ? ਜੇ ਪੁਰਾਣੀ ਪੈਨਸ਼ਨ ਦੀ ਗੱਲ ਇੱਥੇ ਕਰਦੇ ਆ, ਦਿੱਲੀ 'ਚ ਪਹਿਲਾਂ ਇੰਪਲੀਮੈਂਟ ਕਿਉਂ ਨਹੀਂ ਹੋਈ? ਕਿਉਂਕਿ ਇਹ ਆਮ ਆਦਮੀ ਪਾਰਟੀ ਦਾ ਵੀ ਦੋਹਰਾ ਕਿਰਦਾਰ ਆ। ਦੂਸਰੇ ਪਾਸੇ ਜੇ ਆਪਾਂ ਕਾਂਗਰਸ ਦੀ ਗੱਲ ਕਰਦੇ ਆ ਤੇ ਇਹਨਾਂ ਨੇ 36,000 ਜਿਹੜੇ ਮੁਲਾਜ਼ਮ ਪੱਕੇ ਕਰਨ ਦੀ ਗੱਲ ਕੀਤੀ ਹੈ। ਵੱਡੇ ਚੰਨੀ ਸਾਹਿਬ ਨੇ ਹੋਰਡਿੰਗ ਲਗਾ ਤੇ ਮੇਰੇ ਹਿਸਾਬ ਨਾਲ ਵੀ ਹਜ਼ਾਰਾਂ ਕਰੋੜ ਰੁਪਈਆ ਉੱਤੇ ਲਾਤਾ। ਉਹ ਤੋਂ ਘੱਟ ਪੈਸੇ ਸਾਡੇ ਜਿਹੜੇ ਉਹ ਮੁਲਾਜ਼ਮ ਪੱਕੇ ਹੁੰਦੇ ਸੀ। ਇਸ ਕਰਕੇ ਕਾਂਗਰਸ ਸਰਕਾਰ ਨੇ ਕੋਈ ਮੁਲਾਜ਼ਮ ਪੱਕਾ ਨਹੀਂ ਕੀਤਾ। ਈਵਨ ਕਿ ਮੈਨੂੰ ਲੱਗਦਾ ਵੀ ਪਹਿਲੀ ਵਾਰੀ ਹੋਇਆ ਵੀ ਜਿਹੜਾ ਪੇ ਕਮਿਸ਼ਨ ਜਿਹੜਾ ਇਹਨਾਂ ਲੰਗੜਾ ਦਿੱਤਾ ਸਾਨੂੰ ਮੁਲਾਜ਼ਮਾਂ ਨੂੰ, ਔਰ ਅੱਜ ਤੱਕ ਕੋਈ ਉਹ ਮਲਟੀਪਲਾਈ ਫੈਕਟਰ ਨਹੀਂ ਉਹਦਾ। ਆਪਣਾ ਹੀ ਇਹ ਜਿਹੜਾ ਸਾਡਾ ਖਾਲੀ ਪੀਪਾ ਮੰਤਰੀ ਮਨਪ੍ਰੀਤ ਬਾਦਲ ਆਪਣੇ ਘਰੋਂ ਇੱਕ ਮਲਟੀਪਲਾਈ ਫੈਕਟਰ ਲੈ ਕੇ ਆਇਆ ਤੇ ਉਹ ਸਾਡੇ 'ਤੇ 15% ਵਾਲਾ ਲਾਗੂ ਕਰਤਾ। ਮਤਲਬ ਵੀ ਬਹੁਤ ਕੋਝੀਆਂ ਹਰਕਤਾਂ ਇਹਨਾਂ ਦੀਆਂ। ਤੇ ਮੈਂ ਤਾਂ ਸਮਝਦਾ ਵੀ ਫਿਰ ਪੁਰਾਣੀ ਪੈਨਸ਼ਨ ਦੀ ਜੇ ਗੱਲ ਕਰਦੇ ਆ ਤੇ ਉਹਦੇ ਵਿੱਚ ਕਾਂਗਰਸ ਵੀ ਕਰੇ ਦੁੱਧ ਧੋਤੀ ਨਹੀਂ। ਆਪ ਜਦੋਂ ਵੀ ਕਿਸੇ ਵੀ ਪਾਰਟੀ ਦਾ ਕੋਈ ਐਮਐਲਏ ਜਿੰਨੀ ਵਾਰੀ ਬਣਦੇ ਉਨੀਆਂ ਪੈਨਸ਼ਨਾਂ। ਔਰ ਇਸ ਵੇਲੇ ਪੰਜਾਬ ਦੇ ਸਿਰਫ ਇੱਕ ਪਾਰਟੀ ਆ ਅਕਾਲੀ ਦਲ, ਜਿਹਨੇ ਸਟੇਜਾਂ ਤੋਂ ਵੀ ਤੇ ਆਪਣੇ ਮੈਨੀਫੈਸਟੋ ਵਿੱਚ ਪੁਰਾਣੀ ਪੈਨਸ਼ਨ ਦੀ ਗੱਲ ਕੀਤੀ ਆ। ਇਸ ਕਰਕੇ ਜਿਹੜਾ ਮੁਲਾਜ਼ਮ ਦਾ ਮੂਡ ਆ ਇਸ ਵੇਲੇ ਬਿਲਕੁਲ ਇੱਕ ਤਰਫਾ ਵਾ ਤੇ ਉਹ ਮੇਰੇ ਹਿਸਾਬ ਨਾਲ ਆਉਣ ਵਾਲੀ ਜਿਹੜੀਆਂ ਇਲੈਕਸ਼ਨ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੂ। ਸੋ ਭਾਜਪਾ ਦੇ ਵੀ ਇੱਕ ਬੁਲਾਰੇ ਪਹੁੰਚੇ ਹੋਏ ਨੇ, ਸੁਰਿੰਦਰ ਕੰਵਲ ਕਹਿੰਦੇ ਜੀ ਭਾਜਪਾ ਦਾ ਬਾਈਕਾਟ ਕਰ ਦੇਣਾ ਚਾਹੀਦਾ ਚੋਣਾਂ 'ਚ। ਉਹਨਾਂ ਨੇ ਕਿਸਾਨਾਂ ਦੀ ਗੱਲ ਨਹੀਂ ਸੁਣੀ। ਦੇਖੋ, ਹਮੇਸ਼ਾ ਤੋਂ ਹੀ ਇੱਕ ਗੱਲ ਰਹੀ ਆ ਸਾਡੇ ਪੰਜਾਬੀਆਂ ਦੀ ਕਿ ਅਸੀਂ ਲੋਕ ਨਾ ਮਤਲਬ ਧਾਵੇ ਲੋਕ ਆ। ਤੇ ਜਦੋਂ ਵੀ ਬੰਦਾ ਕੋਈ ਧਾਵਾ ਹੁੰਦਾ ਵਾ ਨਾ, ਉਦੋਂ ਉਹਦੀ ਬੁੱਧੀ ਓਨੀ ਕੰਮ ਨਹੀਂ ਕਰ ਪਾਉਂਦੀ ਹੁੰਦੀ ਤੇ ਉਹ ਜੋ ਕੁਝ ਦਿਖਦਾ ਹੁੰਦਾ ਨਾ ਉਸੇ ਹਿਸਾਬ ਦੇ ਨਾਲ ਹੀ ਉਹ ਫੈਸਲੇ ਲੈਣੇ ਸ਼ੁਰੂ ਕਰ ਦਿੰਦਾ। ਲੇਕਿਨ ਜੇਕਰ ਆਪਾਂ ਬਰੀਕੀ ਦੇ ਨਾਲ ਰਾਜਨੀਤਿਕ ਵਿਵਸਥਾ ਨੂੰ ਹੁਣ ਤੱਕ ਸਮਝੀਏ, ਜੇ ਸਾਡੇ ਲੋਕ ਸਿਆਣੇ ਹੁੰਦੇ, ਰਾਜਨੀਤਿਕ ਵਿਵਸਥਾ ਨੂੰ ਸਮਝਦੇ ਹੁੰਦੇ, ਕਾਂਗਰਸ ਦੀ 70 ਸਾਲ ਦੀ ਲੰਬੀ ਸਰਕਾਰ ਦੇ ਦੌਰਾਨ ਹੁਣ ਤੱਕ ਲੋਕਾਂ ਦਾ ਆਹ ਹਾਲ ਹੋਣਾ ਸੀ। ਜੇ ਲੋਕ ਰਾਜਨੀਤਿਕ ਤੌਰ ਤੇ ਸਥਿਰ ਹੀ ਹੁੰਦੇ ਤੇ ਲੋਕਾਂ ਦਾ 70 ਸਾਲ ਥੋੜੀ ਆਹ ਹਾਲ ਹੋਣਾ ਸੀਗਾ। ਤਾਂ ਲੋਕਾਂ ਨੂੰ ਹਜੇ ਤੱਕ ਰਾਜਨੀਤਿਕ ਸਮਝ ਪੈਣ ਹੀ ਨਹੀਂ ਦਿੱਤੀ ਗਈ, ਕਿਉਂਕਿ ਸਿੱਖਿਆ ਦੀ ਗੱਲ ਨਹੀਂ ਕੀਤੀ ਗਈ। ਜੇਕਰ ਲੋਕਾਂ ਤੱਕ ਸਿੱਖਿਆ ਦੀ ਗੱਲ ਕੀਤੀ ਜਾਂਦੀ ਤੇ ਲੋਕਾਂ ਨੂੰ ਅੱਜ ਪਤਾ ਲੱਗਦਾ ਨਾ ਕਿ ਸਾਡੇ ਵਾਸਤੇ ਕਿਹੜੀ ਸਰਕਾਰ ਚੰਗੀ ਹੈ, ਕਿਹੜੀ ਸਰਕਾਰ ਮਾੜੀ ਹੈ। ਮੈਂ ਵਾਪਸੀ ਆਉਣੀ ਆ ਕਿ ਜਦੋਂ ਆਪਾਂ ਭਾਜਪਾ ਦੀ ਗੱਲ ਕਰਦੇ ਹਾਂ, ਪਿਛਲੇ ਦੌਰ ਦੇ ਦੌਰਾਨ 1 ਸਾਲ ਭਾਜਪਾ ਦੇ ਲਈ ਚੰਗਾ ਨਹੀਂ ਰਿਹਾ। ਚੰਗਾ ਹੀ ਮਾੜੀ ਸਥਿਤੀ ਹਰ ਪਾਰਟੀਆਂ ਦੇ ਲਈ ਆਉਂਦੀ ਆ। ਤਾਂ ਮੈਂ ਪਹਿਲੀ ਗੱਲ ਕਰਦੀ ਹਾਂ ਕਿ ਜਦੋਂ ਆਪਾਂ ਅਕਾਲੀਆਂ ਦੀ ਗੱਲ ਕਰਦੇ, ਕਿਉਂਕਿ ਅਕਾਲੀਆਂ ਦਾ ਪਿਛਲੇ ਦਿਨਾਂ ਦੇ ਦੌਰਾਨ ਜਦੋਂ ਰਾਜ ਰਿਹਾ ਵਾ 10-15 ਸਾਲ, ਉਸ ਤੋਂ ਰੀਸੈਂਟ ਜਿਹੜਾ ਰਾਜ ਰਿਹਾ ਵਾ ਉਹ ਕਾਂਗਰਸ ਦਾ ਹੀ ਰਿਹਾ ਵਾ। ਲੇਕਿਨ ਜੇ ਨਾ ਦੋਨਾਂ ਪਾਰਟੀਆਂ ਦੀ ਗੱਲ ਕਰੀਏ ਤੇ ਉਹ ਕੀ ਕਹਿੰਦੇ ਹੁੰਦੇ ਨਾ, ਨੂੰਹ ਪੁੱਤ ਕੁੜਮ ਧੀ, ਇਹ ਸਾਰਾ ਕੁਣਬਾ ਜਿਹੜਾ ਵਾ ਇੱਕੋ ਹੀ ਕੁਣਬਾ ਜਿਹੜਾ ਪੂਰੇ ਪੰਜਾਬ ਦਾ ਭਾਰ ਆਪਣੇ ਸਿਰ ਤੇ ਚੁੱਕੀ ਫਿਰਦਾ ਵਾ। ਤੇ ਰਿਸ਼ਤਿਆਂ ਦੀ ਲੜੀ ਨੇ ਇੰਨੀ ਜ਼ਿਆਦਾ ਰਾਜਨੀਤੀ ਦੀ ਬਰੀਕੀ ਨੂੰ ਤੋੜ ਕੇ ਰੱਖ ਦਿੱਤਾ ਵਾ ਕਿ ਲੋਕਾਂ ਤੱਕ ਚੀਜ਼ਾਂ ਪਹੁੰਚੀਆਂ ਨਹੀਂ। ਉਹ ਤੇ ਕਦੀ ਧੀ ਖੁਸ਼ ਹੋ ਗਈ, ਕਦੀ ਪੁੱਤ ਖੁਸ਼ ਹੋ ਗਿਆ, ਕਦੀ ਭੈਣ ਖੁਸ਼ ਹੋ ਗਈ, ਕਦੀ ਜੀਜਾ ਖੁਸ਼ ਹੋ ਗਿਆ ਤੇ ਕਦੀ ਸਾਲਾ ਖੁਸ਼ ਹੋ ਗਿਆ। ਇਸ ਤੋਂ ਇਲਾਵਾ ਤੇ ਹੋਰ ਰਾਜਨੀਤੀ 'ਚ ਕੁਝ ਨਹੀਂ ਰਹਿ ਗਿਆ। ਤਾਂ ਇਸ ਕਰਕੇ ਜਿਹੜੀ ਹੁਣ ਤੁਸੀਂ ਦੇਖੋ ਕਿ ਸਾਰਾ ਕੁਝ ਇਹ ਸਰਕਾਰਾਂ ਕੇਂਦਰ ਤੋਂ ਲੈ ਕੇ ਆ ਰਹੀਆਂ ਨੇ। ਜਦੋਂ ਵਜ਼ੀਫਿਆਂ ਦੀ ਗੱਲ ਕਰਦੇ ਆ 60-40 ਰੇਸ਼ੋ ਦਾ ਸੀਗਾ। 60-40 ਰੇਸ਼ੋ ਦੇ ਵਿੱਚ ਕੀ ਹੁੰਦਾ ਵਾ ਕਿ ਸਾਰੇ ਦੀ ਸਾਰਾ ਜਿਹੜਾ ਕੇਂਦਰ ਸਰਕਾਰ ਤੋਂ ਆ ਰਿਹਾ ਵਾ ਉਹ ਮੰਤਰੀ ਖਾਈ ਜਾਣਦੇ ਨੇ। ਐਸਸੀ ਦੇ ਵਜੀਫੇ ਮੰਤਰੀ ਖਾ ਗਏ। ਹੁਣ ਨਰਸਾਂ ਵਿਚਾਰੀਆਂ ਸੜਕਾਂ ਤੇ ਤੁਰੀਆਂ ਫਿਰਦੀਆਂ ਸੀ, ਸਿੱਧੂ ਸਾਹਿਬ ਆਪਣੀ ਗੱਡੀ ਉਹਦੇ ਤੇ ਚੜਾ ਦਿੰਦੇ ਆ। ਹੁਣ 60-40 ਰੇਸ਼ੋ ਦਾ ਉਹਦੇ ਵਿੱਚ ਵੀ ਅਨੁਪਾਤ ਸੀਗਾ ਜਿਹੜਾ ਕਿ ਲਾਗਲੇ ਰਾਜ ਹਰਿਆਣਾ ਦੇ ਵਿੱਚ ਮਿਲਦਾ ਪਿਆ ਵਾ, ਲੇਕਿਨ ਸਾਡੇ ਪੰਜਾਬ ਦੇ ਵਿੱਚ ਉਹਨਾਂ ਨੂੰ ਉਹ ਨਹੀਂ ਦਿੱਤਾ ਗਿਆ। ਹੁਣ ਗੱਲ ਫਿਰ ਉੱਥੇ ਆ ਜਾਂਦੀ ਆ ਕਿ ਕੰਮ ਕੋਈ ਕਰ ਰਿਹਾ ਵਾ ਤੇ ਸਾਡੀਆਂ ਚੇਪੀਆਂ ਜਿਹੜੀਆਂ ਵਾ ਉਹ ਕਦੀ ਕਾਂਗਰਸ ਦੀਆਂ ਲੱਗਦੀਆਂ ਨੇ। ਜੇਕਰ ਆਪਾਂ ਗੱਲ ਕਰਦੇ ਹਾਂ ਕਰੋਨਾ ਦੇ ਦੌਰਾਨ ਲੋਕਾਂ ਨੂੰ ਰੋਟੀ ਮਿਲੀ ਆ, ਲੋਕਾਂ ਨੂੰ ਸਾਰਾ ਕੁਝ ਜਿਹੜਾ ਆਪਾਂ ਕਹਿ ਸਕਦੇ ਕਣਕ ਦੂਜੀ ਤੀਜੀਆਂ ਚੀਜ਼ਾਂ ਮਿਲੀਆਂ ਨੇ, ਉਹ ਸਾਰੀਆਂ ਸੈਂਟਰ ਤੋਂ ਹੀ ਆ ਰਹੀਆਂ ਨੇ ਜਿਹਦਾ ਕੋਈ ਪੈਸਾ ਨਹੀਂ ਆ। ਤੁਸੀਂ ਦੇਖੋ ਕਿਸਾਨਾਂ ਦੇ ਸਨਮਾਨ ਨਿਧੀ, ਫਿਰ ਆਯੁਸ਼ਮਾਨ ਕਾਰਡ ਇੱਕ ਇਹੋ ਜਿਹਾ ਕਾਰਡ ਆ ਜਿਹਦੇ ਵਿੱਚ ਤੁਹਾਨੂੰ ਪਤਾ ਅਗਰ ਇੱਕ ਆਪ ਨਾਰਮਲ ਬੰਦਾ ਉਹਦੇ ਦਿਲ ਦਾ ਆਪਰੇਸ਼ਨ ਹੁੰਦਾ ਵਾ ਤੇ ਵੱਡੇ ਵੱਡੇ ਹਸਪੀਟਲ ਉਹਨਾਂ ਨੂੰ ਵੜਨ ਨਹੀਂ ਦਿੰਦੇ। ਆਯੁਸ਼ਮਾਨ ਕਾਰਡ ਇੱਕ ਇਹੋ ਜਿਹਾ ਕਾਰਡ ਲੋਕਾਂ ਨੂੰ ਸੁਵਿਧਾ, ਉਹ ਵੀ ਤਾਂ ਸੈਂਟਰ ਗਵਰਨਮੈਂਟ ਦੀ ਆਈ ਆ। ਮਤਲਬ ਅਸੀਂ ਭਾਵ ਸਾਰੇ ਸੈਂਟਰ ਜਿਹੜੀ ਉਹ ਕੰਮ ਕਰ ਰਹੀ ਹੈ ਪਰ ਨਾਮ ਜਿਹੜੇ ਸਿਰਫ ਲੋਕਾਂ ਨੂੰ ਪਤਾ ਨਹੀਂ ਆ ਇਸ ਚੀਜ਼ ਦਾ। ਤਾਂ ਰਾਜਨੀਤਿਕ ਬਰੀਕੀ ਸਾਨੂੰ ਸਮਝਣ ਦੀ ਲੋੜ ਹੋਊਗੀ ਕਿ ਮੋਦੀ ਇਸ ਸਮੇਂ ਕਿੰਨਾ ਕੰਮ ਕਰਦੇ ਪਏ ਆ ਲੋਕਾਂ ਦੇ ਲਈ। ਮਜ਼ਦੂਰਾਂ ਦੇ ਖਾਤਿਆਂ ਦੇ ਵਿੱਚ ਤੁਸੀਂ ਜਾ ਕੇ ਦੇਖੋ, ਮੇਰੀ ਬੀਬੀ ਘਰੇ ਕੰਮ ਕਰਦੀ ਆ। ਸਾਲ ਇੱਕ ਕਹਿੰਦੇ ਜੀ 1 ਸਾਲ ਕਿਸਾਨਾਂ ਨੂੰ ਬਿਠਾ ਛੱਡਿਆ, ਉਹਦੇ ਬਾਰੇ ਤੁਸੀਂ ਕੀ ਸਮਝਦੇ? ਹਾਂ, ਉੱਥੇ ਉਹਨਾਂ ਨੇ ਇਹ ਗੱਲ ਖੁਦ ਮੰਨੀ ਆ। ਦੇਖੋ ਇੱਕ ਇਹ ਵੀ ਵਡਿਆਈ ਆ ਕਿ ਮੈਂ ਲੋਕਾਂ ਦੇ ਲਈ ਚੰਗਾ ਕਰਨ ਵਾਸਤੇ ਲੈ ਕੇ ਆਏ ਸੀ ਇਹ ਕਾਨੂੰਨ, ਲੇਕਿਨ ਜੇ ਮੈਂ ਲੋਕਾਂ ਨੂੰ ਨਹੀਂ ਸਮਝਾ ਪਾਇਆ ਤੇ ਆਈ ਫੀਲ ਸੌਰੀ।
ਉਹਨਾਂ ਨੇ ਸੌਰੀ ਮਹਿਸੂਸ ਕੀਤੀ ਆ ਔਰ ਉਹਨਾਂ ਨੇ ਵਾਪਸ ਲੈ ਲਏ ਆ। ਬਟ ਜੇਕਰ ਅਸੀਂ ਫਿਰ ਉਹੀ ਗੱਲ ਆ ਗਈ ਕਿ ਸਾਡੇ ਲੋਕ ਧਾਵੇ ਆ ਦੂਰਅੰਦੇਸ਼ੀ ਨਾਲ ਨਹੀਂ ਸੋਚਦੇ। ਹੁਣ ਸਾਡੀਆਂ ਜਿਹੜੀਆਂ ਫਸਲਾਂ ਨੇ ਉਹ ਕਿੰਨੇ ਬੁਰੇ ਤਰੀਕੇ ਤੇ ਜਦੋਂ ਓਵਰ ਕੈਮੀਕਲਾਈਜੇਸ਼ਨ ਦੇ ਨਾਲ ਖਾਦਾਂ ਇੰਨੀਆਂ ਵੱਧ ਗਈਆਂ ਵਾ, ਇੰਟਰਨੈਸ਼ਨਲ ਮੰਡੀ ਸਾਡੀਆਂ ਫਸਲਾਂ ਨਹੀਂ ਚੁੱਕਣ ਡਈ, ਕਿੱਥੇ ਜਾਣਗੇ ਲੋਕ। ਤੋ ਅਗਲੀ ਗੱਲ ਜਦੋਂ ਆਉਂਦੀ ਹੈ, ਜਦੋਂ ਕੇਜਰੀਵਾਲ ਸਾਹਿਬ ਦੀ ਗੱਲ ਆਉਂਦੀ ਹੈ, ਹੁਣੇ 2 ਪਰਤੀ ਚਿਹਰੇ ਵਾਕਈ ਇੱਕ ਵੀਰ ਨੇ ਪਹਿਲਾਂ ਵੀ ਕਿਹਾ ਜਦੋਂ ਟੀਚਰ ਨੇ, ਹੁਣ ਟੀਚਰ ਤੋਂ ਵੱਧ ਸਨਮਾਨਯੋਗ ਹਸਤੀ ਤਾਂ ਦੁਨੀਆ ਤੇ ਕੋਈ ਨਹੀਂ ਨਾ ਹੋ ਸਕਦੀ, ਤਾਂ ਉਹ ਕਦੀ ਝੂਠ ਵੀ ਨਹੀਂ ਬੋਲਣਗੇ। ਹੁਣ ਤੁਸੀਂ ਦੇਖੋ ਕਿ 800 ਜੇਕਰ ਅਸੀਂ ਕਹਿੰਦੇ ਉਹਨਾਂ ਨੇ 1000 ਮੁਹੱਲਾ ਕਲੀਨਿਕ ਦੀ ਗੱਲ ਕੀਤੀ, ਲੇਕਿਨ ਖੋਲੇ ਕਿੰਨੇ 167। ਹੁਣ 167 ਕਲੀਨਿਕ ਉਹਨਾਂ ਦੇ ਵਿੱਚੋਂ ਐਸੇ ਕਲੀਨਿਕ ਖੋਲੇ ਗਏ ਜਿਹੜੇ ਸਿਰਫ ਫਸਟ ਟਾਈਮ ਮੀਡੀਆ ਨੂੰ ਵਿਖਾਉਣ ਵਾਸਤੇ ਖੋਲੇ ਗਏ। ਔਰ ਉਹਦੇ ਉੱਤੇ ਮੈਂ ਗੱਲ ਕਰਦੀ, ਉਹਦੇ ਉੱਤੇ ਫਿਰ ਇਹਨਾਂ ਨੇ 800 ਕਰੋੜ ਰੁਪਏ ਦੀ ਐਡ ਕੀਤੀ। ਜਵਾਬ ਲਾ ਲੈਂਦੇ ਜੀ ਆਪ ਵਾਲਿਆਂ ਕੋਲੋਂ ਸਵਾਲ ਕੀਤੇ ਜਾ ਰਹੇ ਜੀ। ਦੇਖੋ ਜਿਹੜੇ ਕਹਿ ਰਹੇ ਆ ਕਿ ਮੁਹੱਲਾ ਕਲੀਨਿਕ ਹੈ, ਮੁਹੱਲਾ ਕਲੀਨਿਕ ਖੁੱਲੇ ਆ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਨਹੀਂ ਖੁੱਲੇ। ਔਰ ਸਾਰੀ ਦੁਨੀਆ ਨੂੰ ਪਤਾ ਹੈ, ਸਾਰੀ ਦੁਨੀਆ ਨੂੰ ਪਤਾ ਹੈ। ਉਹ ਬਾਕੀ ਬੀਜੇਪੀ ਦੀ ਇਹ ਗੱਲ ਰਹੀ ਹੈ ਕਿ ਉਹਨੇ ਆਪਣੀ ਗੱਲ ਮਨਾਣੀ ਹੁੰਦੀ, ਕਿਸੇ ਦੂਸਰੀ ਦਾ ਗੱਲ ਦਾ ਕੋਈ ਪਤਾ ਨਹੀਂ ਹੁੰਦਾ। ਇਸ ਕਰਕੇ ਕੋਈ ਇਹੋ ਜਿਹੀ ਗੱਲ ਨਹੀਂ। ਮੁਹੱਲਾ ਕਲੀਨਿਕ ਵੀ ਆ, ਸਕੂਲ ਵੀ ਹੋਏ ਆ, ਹਸਪੀਟਲ ਵੀ ਬਣਿਆ। ਕੇਜਰੀਵਾਲ ਜੀ ਨੇ ਉਹ ਕੰਮ ਕੀਤਾ ਜੋ ਕਿਸੇ ਵੀ ਰਾਜਨੀਤਿਕ ਨੇ ਨਹੀਂ ਕੀਤਾ। ਕਹਿ ਰਹੇ ਕਿ ਸਾਲ ਜੇ ਉਹਨਾਂ ਨੇ ਕਿਸਾਨਾਂ ਨੂੰ ਬਿਠਾਇਆ ਤੇ ਮਾਫੀ ਮੰਗੀ ਜੀ ਕਿਸਾਨਾਂ ਦੇ ਕੋਲੋਂ। ਮੈਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰਦਾ ਕਿ ਭੈਣ ਜੀ ਹੁਣੀ ਸਾਡੇ ਬੀਜੇਪੀ ਵੱਲੋਂ ਨੇ, ਧੰਨਵਾਦ ਕਰਦੇ ਸੀ ਇਹਨਾਂ ਦਾ। ਪਰ ਕਾਰਨ ਇਹ ਆ, ਅੱਜ ਤੱਕ ਜਿਹੜੀ ਲਖੀਮਪੁਰ ਖੀਰੀ 'ਚ ਘਟਨਾ ਹੋਈ ਆ, ਇਹਨਾਂ ਨੂੰ ਭੈਣ ਜੀ ਉਹਨਾਂ ਨੂੰ ਪੁੱਛੋ ਕਿ ਉਹਦੇ ਉੱਤੇ ਉਸ ਮੰਤਰੀ ਨੂੰ ਇਹਨਾਂ ਨੇ ਸਜ਼ਾ ਦਿੱਤੀ ਆ। ਅਸੀਂ ਕੱਲ ਨੂੰ ਸੰਯੁਕਤ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਵਾਅਦਾ ਖਿਲਾਫੀ ਖਿਲਾਫ ਮੰਨ ਲਓ ਜਿਹੜਾ ਨਾ ਵਾਅਦਾ ਕੀਤਾ ਸੀ ਬੀਜੇਪੀ ਨੇ, ਉਹ ਤੋਂ ਇਹ ਮੁੱਕਰੇ ਆ। ਔਰ ਉਹਦੇ ਸਬੰਧ ਵਿੱਚ ਕੱਲ ਅਸੀਂ ਡੀਸੀ ਦਫ਼ਤਰਾਂ ਦੇ ਸਾਹਮਣੇ ਧਰਨੇ ਦੇ ਰਹੇ ਹਾਂ, ਐਸਡੀਐਮ ਦੇ ਦਫ਼ਤਰਾਂ ਦੇ ਸਾਹਮਣੇ ਧਰਨੇ ਦੇ ਰਹੇ ਹਾਂ ਕਿ ਇਸੇ ਖਿਲਾਫ ਹੀ, ਇਸੇ ਚੀਜ਼ ਦੇ। ਕਿਉਂ ਕਰੇਗੀ ਜੀ ਜਿਹੜੇ ਕਿਸਾਨਾਂ ਨੂੰ ਮਾਰਿਆ ਸੀ ਜਿਨ੍ਹਾਂ ਨੇ ਜੀ ਉਹਨਾਂ ਨੂੰ ਕਾਰਵਾਈ। ਦੇਖੋ ਕਿਸਾਨਾਂ ਨੂੰ ਮਾਰਿਆ ਵਾਲੀ ਗੱਲ ਜਿਹੜੀ ਆ ਉਹ ਠੀਕ ਆ, ਦੈਟ ਵਾਸ ਦਾ ਐਕਸੀਡੈਂਟ, ਲੇਕਿਨ ਉਸ ਮਾਮਲੇ ਦੀ ਜਾਂਚ ਹੋਣ ਡਈ ਆ ਵੀਰ। ਕਦੀ ਵੀ ਕੋਈ ਬੰਦਾ ਮਨੁੱਖ ਕੋਈ ਵੀ ਹੋਵੇ ਕਦੀ ਨਹੀਂ ਚਾਹੁੰਦਾ ਕਿ ਅਸੀਂ ਐਕਸੀਡੈਂਟ ਨਹੀਂ, ਇਹ ਜਾਣ ਬੁੱਝ ਕੇ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਤੇ ਗੱਡੀਆਂ ਚੜਾਈਆਂ ਗਈਆਂ ਹੰਕਾਰੇ ਹੋਏ ਮੰਤਰੀ ਵੱਲੋਂ। ਔਰ ਉਸ ਮੰਤਰੀ ਅੱਜ ਵੀ ਮੰਤਰੀ ਮੰਡਲ 'ਚ ਇਹਨਾਂ ਦਾ ਬੈਠਾ। ਚਲੋ ਮੰਨ ਲਿਆ ਔਰ ਸਾਡੇ ਮੰਨ ਲਿਆ। ਮੋਦੀ ਸਾਹਿਬ ਨੇ ਅੱਜ ਤੱਕ 700 ਕਿਸਾਨਾਂ ਦਾ ਕਤਲ ਕੀਤਾ ਮੋਦੀ ਸਰਕਾਰ ਨੇ। 750 ਕਿਸਾਨ ਉੱਥੇ ਸਾਡਾ ਸ਼ਹੀਦ ਹੋ ਗਿਆ, ਅਸੀਂ ਸ਼ਹੀਦ ਕਵਾਂਗੇ। ਇਹ ਸ਼ਹੀਦ ਮੰਨਣ ਲਈ ਤਿਆਰ ਨਹੀਂ ਬੀਜੇਪੀ, ਇਹ ਸ਼ਹੀਦ ਮੰਨਣ ਲਈ ਤਿਆਰ ਨਹੀਂ। ਅਸੀਂ 750 ਕਿਸਾਨ ਸਾਡਾ ਸ਼ਹੀਦ ਹੋਇਆ ਵਾ। ਅੱਜ ਇਹ ਕਿਹੜੇ ਮੂੰਹ ਨਾਲ ਲੋਕਾਂ ਜਾਣ ਕੇ ਵੋਟਾਂ ਮੰਗ ਰਹੇ ਆ। ਦੂਜੀ ਗੱਲ ਇਹ ਆ, ਮੋਦੀ ਸਾਹਿਬ ਨੇ ਜਾਂ ਇਹਨਾਂ ਦੇ ਕਿਸੇ ਮੰਤਰੀ ਨੇ ਕਿਤੇ ਹਾ ਦਾ ਨਾਰਾ ਮਾਰਿਆ ਹੋਵੇ ਉਹਨਾਂ ਕਿਸਾਨਾਂ ਲਈ, ਜਾਂ ਜਿਹੜੇ ਉੱਥੇ ਜਿਹੜੇ ਮੰਨ ਲਓ ਲਖੀਮਪੁਰ ਖੀਰੀ ਜਿਹੜੇ ਸ਼ਹੀਦ ਹੋ ਗਏ ਆ, ਜਿਨ੍ਹਾਂ ਉੱਤੇ ਮੰਨ ਲਓ ਕਿ ਸ਼ਾਂਤਮਈ ਧਰਨੇ ਦੇ ਵਿਰੋਧ ਕਰਕੇ ਆ ਰਹੇ ਸੀ, ਉਹਨਾਂ ਉੱਤੇ ਗੱਡੀਆਂ ਚੜਾਈਆਂ ਗਈਆਂ। ਅੱਜ ਬੀਜੇਪੀ ਵਾਲਿਆਂ ਨੂੰ ਮੈਂ ਨਾ ਕਿ ਇਹ ਪਾਰਟੀ ਨੂੰ ਸ਼ਰਮ ਆਉਣੀ ਚਾਹੀਦੀ ਲੋਕਾਂ ਜਾਣ ਲੱਗਿਆ ਕਿ ਅਸੀਂ ਕਿਹੜੇ ਮੂੰਹ ਨਾਲ ਜਾ ਕੇ ਲੋਕਾਂ 'ਚ ਵੋਟਾਂ ਮੰਗ ਰਹੇ ਆ ਜਿਹੜੇ ਲੋਕਾਂ ਦੇ ਕਾਤਲ ਨੇ। ਰਹੀ ਗੱਲ ਮੈਂ ਆਪਣੇ ਜਿਹੜੀ ਲਖੀਮਪੁਰ ਵਾਲੀ ਘਟਨਾ ਵਾ ਉਹਦੇ ਉੱਤੇ ਜਿਹੜੇ ਲੋਕ ਦੋਸ਼ੀ ਨੇ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਹੋਣਗੀਆਂ। ਕਦੀ ਇਦਾਂ ਹੋਇਆ ਵਾ ਕਿ ਕਿਸੇ ਇਤਿਹਾਸ ਦੇ ਵਿੱਚ ਕਿਤੇ ਕਾਨੂੰਨ ਦੇ ਵਿੱਚ ਕੋਈ ਬੰਦਾ ਦੋਸ਼ੀ ਹੋਵੇ ਤੇ ਉਹ ਸਜ਼ਾ ਤੋਂ ਮੁਕਤ ਹੋ ਜੇ? ਦੇਖੋ ਜਿਹੜੇ ਨਹੀਂ ਜਦੋਂ ਵਿਰੋਧ ਹੋਇਆ ਸਾਰੀ ਬੀਜੇਪੀ ਦਾ, ਉਦੋਂ ਉਹਨੂੰ ਗ੍ਰਿਫਤਾਰ ਕਰਨ ਦੀ ਗੱਲ ਕੀਤੀ ਗਈ ਆ। ਦੂਸਰੀ ਗੱਲ ਮੈਂ ਇਹ ਗੱਲ ਕਰਨੀ ਚਾਹੁੰਦਾ, ਇੱਕ ਗੱਲ ਇਹ ਕਹਿਣਾ ਚਾਹੁੰਦਾ ਵੀ ਜਦੋਂ 700 ਸਾਡਾ ਕਿਸਾਨ ਸ਼ਹੀਦ ਹੋਇਆ, ਮੋਦੀ ਸਾਹਿਬ ਨੇ ਪਾਰਲੀਮੈਂਟ ਕੀਤੀ, 2 ਮਿੰਟ ਦਾ ਮੌਨ ਨਹੀਂ ਧਾਰਿਆ। ਜਦੋਂ ਕਿ ਉਹ ਬੰਦਾ ਸੀ, ਜਦੋਂ ਅਸੀਂ ਕੋਈ ਵੀ ਕੋਈ ਲੀਡਰ ਮੰਨਦਾ ਜਾਂ ਕੋਈ ਮੰਨਦਾ ਤਾਂ ਅਸੀਂ ਮੌਨ ਧਾਰਦੇ ਆ। ਦੂਸਰੀ ਗੱਲ ਰਹੀ ਕੇਜਰੀਵਾਲ ਸਾਹਿਬ ਦੀ, ਮੈਂ ਗੱਲ ਕਰਨੀ ਚਾਹੁੰਦਾ। ਮੈਂ ਗੱਲ ਕਰਨੀ ਨਹੀਂ ਚਾਹੁੰਦਾ। ਲਾਕਡਾਊਨ ਦੇ ਦੌਰਾਨ ਵੇਖੋ ਮੇਰੇ ਕੋਲ ਲਾਕਡਾਊਨ ਹੋਇਆ, ਸਭ ਤੋਂ ਵੱਧ ਜੇ ਮੌਤਾਂ ਹੋਈਆਂ ਤੇ ਦਿੱਲੀ ਵਿੱਚ ਹੋਈਆਂ। ਅਸੀਂ ਕਹਿੰਦੇ ਦਿੱਲੀ ਮਾਡਲ ਇੱਥੇ ਲੈ ਕੇ ਆਉਣਾ। ਦੂਸਰੀ ਗੱਲ ਇਹ ਹੋਈ ਵੀ ਅੱਜ ਵੀ ਤੁਸੀਂ ਵੇਖ ਲਓ ਲਾਕਡਾਊਨ ਦਿੱਲੀ ਦੇ ਵਿੱਚ ਹੈਗਾ। ਮੇਰੀ ਗੱਲ ਸੁਣੋ, ਮੈਂ ਕਹਿੰਦਾ ਵੀ ਅੱਜ ਜਦੋਂ ਚੱਲਿਆ ਵਾ ਤਾਂ ਦੂਸਰੀ ਜਿਹੜੀ ਟਰਨ ਆਈ ਆ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਉੱਥੇ ਲਾਸ਼ਾਂ ਸੰਸਕਾਰ ਕਰਨ ਨੂੰ ਜਗ੍ਹਾ ਨਹੀਂ ਲੱਭੀ। ਦੂਸਰੀ ਗੱਲ, ਜਦੋਂ ਅਸੀਂ ਗੱਲ ਕਰਦੇ, ਜਦੋਂ ਕੇਜਰੀਵਾਲ ਸਾਹਿਬ ਪੰਜਾਬ 'ਚ ਆਉਂਦੇ ਆ ਉਦੋਂ ਪੰਜਾਬ ਦੀ ਗੱਲ ਕਰਦੇ ਆ, ਜਦੋਂ ਦਿੱਲੀ 'ਚ ਦਿੱਲੀ ਦੀ ਗੱਲ, ਜਦੋਂ ਪਾਣੀਆਂ ਦੀ ਗੱਲ ਤੇ ਆਉਂਦੀ ਆ ਉਦੋਂ ਇੱਥੇ ਆ ਕੇ ਕੁੱਲ ਗੱਲ ਕਰਦੇ ਆ। ਫਿਰ ਦਿੱਲੀ ਜਾ ਕੇ ਆਪਣਾ ਇਹਨਾਂ ਮਤਾ ਦਿੱਤਾ, ਆਪਣਾ ਦਿੱਤਾ ਵਾ ਆਪਣਾ ਅਦਾਲਤ ਦੇ ਵਿੱਚ ਵੀ ਅਸੀਂ ਪਾਣੀ ਨਹੀਂ ਦੇਣਾ। ਇਹ ਮੇਰੀ ਗੱਲ ਸੁਣੋ, ਦੂਰੀ ਨੀਤੀ ਨਾਲ ਨਾ ਪੜਾਉਣ। ਮੈਂ ਇਹ ਗੱਲ ਕਰੀ ਚਾਹੁੰਦਾ ਵਾਂ। ਸਭ ਤੋਂ ਜ਼ਿਆਦਾ ਪ੍ਰਦੂਸ਼ਣ ਕੇਸਰੀਵਾਲ ਨੂੰ ਜੀ ਦਿੱਲੀੋਂ ਚੜਦਾ। ਇੱਥੇ ਕਹਿੰਦਾ ਜੀ ਪਰਾਲੀ ਸਾਡੀ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਆ। ਭਾਈ ਜੀ ਸਾਨੂੰ ਚੜਦਾ, ਸਾਡੀ ਬਿਮਾਰੀਆਂ ਫੈਲਦੀਆਂ। ਹੁਣ ਪੰਜਾਬ 'ਚ ਆਉਂਦਾ, ਹੁਣ ਨਹੀਂ ਇਹਨੂੰ ਪ੍ਰਦੂਸ਼ਣ ਦੀ ਨਜ਼ਰ ਆਉਂਦਾ ਪਈ ਇਹਨੇ ਨਾਲ ਇਕੱਠ ਕਰਨ ਦੇ। ਦੂਸਰੀ ਗੱਲ ਮੈਂ ਗੱਲ ਚਾਹੁੰਦਾ, ਦੇਖੋ ਸਾਡਾ ਇੱਕ ਮਿੰਟ ਭਗਵੰਤ ਮਾਨ, ਇੱਕ ਸਾਡਾ ਦਵਿੰਦਰ ਸਿੰਘ ਭੁੱਲਰ ਸਾਹਿਬ ਮੇਰੀ ਗੱਲ ਸਜ਼ਾ ਭੁਗਤ ਚੁੱਕੇ ਆ।
ਉਹਦਾ ਮੇਰੀ ਗੱਲ ਸੁਣੋ, ਦਵਿੰਦਰਪਾਲ ਭੁੱਲਰ ਯਾਰ ਮੇਰੀ ਗੱਲ ਸੁਣ, ਤੂੰ ਇਦਾਂ ਨਾ ਆਪੇ ਤੂੰ ਕਿਹਾ ਸ਼ਬਦ ਵੇਖੋ ਮੇਰੇ ਭੁੱਲਰ ਸਾਹਿਬ ਸਜ਼ਾ ਭੁਗਤ ਚੁੱਕਿਆ, ਜਿੰਨਾ ਉਹਨਾਂ ਕਾਰ ਕੀਤਾ ਉਹਨਾਂ ਸਜ਼ਾ ਭੁਗਤ ਲਈ। ਫਿਰ ਮੇਰੀ ਗੱਲ ਸੁਣੋ, ਉੱਥੇ ਸਿਆਣ ਕਿਉਂ ਨਹੀਂ ਕਰਦੇ? ਇੱਥੇ ਆ ਕੇ ਕਹਿੰਦੇ ਨਾ ਜਵਾਬ ਲਾ ਲਈ ਇਹਨਾਂ ਕੋਲੋਂ, ਦੱਸੋ ਜੀ ਕਿਉਂ ਨਹੀਂ ਹੋ ਰਹੀ ਜੀ? ਸਭ ਤੋਂ ਪਹਿਲਾਂ ਜੀ ਇਹਨਾਂ ਪਾਣੀਆਂ ਦੀ ਗੱਲ ਕੀਤੀ ਆ। ਇਹ ਸਿਆਸਤਦਾਨਾਂ ਦੇ ਉਹ ਮੁੱਦੇ ਹੁੰਦੇ ਜਿਹੜੇ ਨਾਲ ਅਲਮਾਰੀਆਂ 'ਚ ਸਾਂਭ ਕੇ ਰੱਖੇ ਹੁੰਦੇ। ਇਹ ਮੁੱਦੇ ਉਦੋਂ ਨਿਕਲਨੇ ਆ ਜਦੋਂ ਇਲੈਕਸ਼ਨਾਂ ਤੋਂ 2 ਮਹੀਨੇ ਰਹਿ ਜਾਂਦੇ। ਦੂਜੀ ਗੱਲ ਕੀਤੀ ਇਹਨਾਂ ਨੇ ਪ੍ਰੋਫੈਸਰ ਸਾਹਿਬ ਦੀ, ਉਹ ਕੱਲ ਸਾਡੇ ਕੇਜਰੀਵਾਲ ਸਾਹਿਬ ਦੀ ਪ੍ਰੈਸ ਕਾਨਫਰੰਸ ਹੋਈ ਆ, ਉਹਨਾਂ ਨੇ ਦੱਸਿਆ ਕਿ ਇਹਦੇ ਤੇ ਪ੍ਰੋਸੈਸ ਚੱਲਦਾ ਪਿਆ ਵਾ, ਇਹਦੀ ਫਾਈਲ ਹੈ ਨਾ ਚੱਲਦੀ ਪਈ। ਦੂਸਰੀ ਗੱਲ ਕਰਦਾ ਮੈਂ ਮੈਮ ਦੀ, ਜਿਹੜੇ ਬੀਜੇਪੀ ਨੇ, ਠੀਕ ਹੈ, ਇਹ 8 ਤੋਂ ਵੀ ਸਜ਼ਾ ਕੱਟ ਕਿੰਨੇ ਚਿਰ ਤੋਂ ਰਹੇ ਨੇ, ਕੀ ਗੱਲ ਇਹਨਾਂ ਨੂੰ 2 ਮਹੀਨੇ ਪਹਿਲਾਂ ਚੇਤਾ ਆ ਗਿਆ? ਇਹ ਸਾਡੇ ਮੈਮ ਸਾਡੇ ਸੀਨੀਅਰ ਨੇ, 8 ਤੋਂ 9 ਸਾਲ ਇਹ ਆਮ ਆਦਮੀ ਪਾਰਟੀ 'ਚ ਰਹੇ ਆ, ਠੀਕ ਹੈ। ਜਦੋਂ ਇਹਨਾਂ ਨੂੰ ਟਿਕਟਾਂ ਨਹੀਂ ਮਿਲਦੀਆਂ ਉਦੋਂ ਕੇਜਰੀਵਾਲ ਮਾੜਾ ਹੋ ਜਾਂਦਾ, ਤੇ ਜਦੋਂ ਠੀਕ ਹੈ ਇਹ ਵੀ ਲਿਆ ਜਾਵੇ ਉਦੋਂ ਕਰੋਨਾ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਦਿੱਲੀ 'ਚ ਹੋਈਆਂ, ਕਿਹੜਾ ਮਾਡਲ ਦਿੱਲੀ ਮਾਡਲ ਕੀਤਾ ਜੀ? ਜਦੋਂ ਉਹਦੇ ਵਿੱਚ ਇਹ ਜਿਹੜੀਆਂ ਵੀਡੀਓ ਵਾਇਰਲ ਕੀਤੀਆਂ ਗਈਆਂ ਇਹ ਯੂਪੀ ਦੀਆਂ ਵੀਡੀਓ ਸੀ, ਜਿਹੜੀਆਂ ਸੜਕਾਂ ਦੇ ਵਿੱਚ ਪੰਜਾਬ ਦਾ ਹਾਲ ਦੱਸਣ, ਪੰਜਾਬ 'ਚ ਕੀ ਕੀਤਾ ਸਿੱਧੂ ਸਾਹਿਬ ਤੇ 5 ਸਾਲ ਨਿਕਲੇ ਹੀ ਨਹੀਂ, ਹਲਕੇ 'ਚ ਇੱਕ ਦਿਨ ਦੱਸਣ ਵੀ ਬੜੇ ਹੁਣ। ਸਵਾਲ ਆ ਇਹ ਆਂਦੇ ਆ ਕਿ ਸਿਹਤ ਸਹੂਲਤਾਂ ਦਿੱਲੀ ਦੇ ਵਿੱਚ ਬਹੁਤ ਵਧੀਆ, ਅਸੀਂ ਮੰਨ ਲੈਨੇ ਆ, ਪਰ ਇਹਨਾਂ ਦਾ ਇੱਕ ਐਮਐਲਏ ਕਰੋਨਾ ਕਾਲ ਦੇ ਦੌਰਾਨ ਜਰਨੈਲ ਸਿੰਘ ਬਿਨਾਂ ਇਲਾਜ ਤੋਂ ਮਰ ਗਿਆ ਔਰ ਉਹਨੂੰ ਸਰਕਾਰ ਹਸਪਤਾਲ 'ਚ ਬੈੱਡ ਤੱਕ ਨਹੀਂ ਮਿਲਿਆ। ਔਰ ਜਲੂਸ ਵੀਰ ਜੀ ਗੱਲ ਇੱਥੇ ਮੁੱਕਦੀ ਆ। ਦੇਖੋ ਜਿਹੜਾ ਇਹ ਇਲਜ਼ਾਮ ਲਗਾ ਰਹੇ ਨੇ, ਇੱਕ ਐਮਐਲਏ ਲੈਵਲ ਦੇ ਬੰਦੇ ਨੂੰ ਉੱਥੇ ਇਲਾਜ ਨਹੀਂ ਮਿਲਿਆ, ਇਹ ਗੱਲ ਬਿਲਕੁਲ ਝੂਠੀ ਆ, ਇਹ ਬਿਲਕੁਲ ਫੈਲਾਈ ਗਈ ਆ। ਦੇਖੋ ਜੀ ਤੁਸੀਂ ਉੱਥੇ ਜਾ ਕੇ ਪੁੱਛ ਸਕਦੇ ਹੋ, ਜਾਂ ਲੋਕੀ ਤੁਹਾਨੂੰ ਦੱਸਦੇ ਵੀ ਹੋਣਗੇ ਕਿ ਦਿੱਲੀ ਦੇ ਵਿੱਚ ਜੋ ਮੈਡੀਕਲ ਫੈਸਿਲਿਟੀਆਂ। ਮੈਮ ਨੂੰ ਸਵਾਲ ਜ਼ਰੂਰ ਕਰਿਓ ਕਿ 9 ਸਾਲ 8 ਸਾਲ ਇਹ ਆਮ ਆਦਮੀ ਪਾਰਟੀ 'ਚ ਰਹੇ, ਟਿਕਟ ਨਹੀਂ ਮਿਲੀ, ਇਹਨਾਂ ਬੀਜੇਪੀ ਜੁਆਇਨ ਕਰ ਲਈ, ਉਦੋਂ ਕਿਉਂ ਕੇਜਰੀਵਾਲ ਦੇ ਛੋਲੇ ਗਾਉਂਦੇ, ਗਲੀਆਂ 'ਚ ਪੋਸਟਰ ਲਾਉਂਦੇ, ਸਾਡੇ ਕੋਲ ਫੋਟੋਆਂ ਵੀ ਆ। ਬਿਲਕੁਲ, ਮੈਂ ਆਪਣੇ ਵੀਰ ਨੂੰ ਦੱਸ ਦਿਆਂ ਕਿ ਸਭ ਤੋਂ ਪਹਿਲਾਂ ਮੈਂ ਇੱਕ ਟੀਵੀ ਪੈਨਲਿਸਟ ਹਾਂ, ਇੱਕ ਜਰਨਲਿਸਟ ਹਾਂ, ਇੱਕ ਰਾਈਟਰ ਹਾਂ। ਮੈਂ ਕਦੇ ਵੀ ਟਿਕਟ ਦੀ ਦੌੜ 'ਚ ਨਹੀਂ ਰਹੀ, ਲੇਕਿਨ ਜਦੋਂ ਮੈਂ ਇਹ ਦੇਖਿਆ ਕਿ ਇਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜੇ ਪੁਰਾਣੇ ਕਾਰਕੁਨ ਨੇ, ਹਰ ਕਿਸੇ ਪਾਰਟੀ ਦਾ ਜਿਹੜਾ ਵਰਕਰ ਹੁੰਦਾ ਨਾ ਉਹਦਾ ਸੋਨੇ ਦੀ ਮੋਹਰ ਹੁੰਦੀ ਆ, ਲੇਕਿਨ ਇਹ ਹਰ ਵਾਰੀ ਕੀ ਕਰਦੇ ਨੇ, ਨੀਆਂ ਦੇ ਵਿੱਚੋਂ ਪੁਰਾਣੇ ਵਰਕਰ ਚੁੱਟ ਕੇ ਬਾਹਰ ਸੁੱਟਦੇ ਨੇ, ਨਵੇਂ ਵਰਕਰ ਭਰਦੇ ਨੇ, ਫਿਰ ਨਵੇਂ ਆਉਂਦੇ ਨੇ ਉਹਨਾਂ ਨੂੰ ਵਰਤਦੇ ਨੇ, ਪੁਰਾਣੇ ਚੁੱਕ ਕੇ ਬਾਹਰ ਸੁੱਟਦੇ ਨੇ। ਕਿੱਥੇ ਨੇ ਪੁਰਾਣੇ ਵਰਕਰ? ਮੈਨੂੰ ਕਿਤੇ ਕੋਈ ਲੋਕ ਘਰਾਂ 'ਚ ਬੈਠੇ ਰੋਣ ਡਏ ਆ। ਔਰ ਅਸੀਂ ਖੜੇ ਆ, ਅਸੀਂ ਪਿਛਲੇ 10 ਸਾਲ ਤੋਂ ਆਮ ਆਦਮੀ ਪਾਰਟੀ 'ਚ ਖੜੇ ਆ, ਅਸੀਂ ਸਾਰੇ ਪੁਰਾਣੇ ਵਰਕਰ ਖੜੇ ਆ। 17 ਤੋਂ ਮੈਂ ਖੜਾ 2013 ਤੋਂ ਮੈਂ ਖੜਾ ਆ, ਤੁਸੀਂ ਮੇਰੇ 2013 ਦੀਆਂ ਇਲੈਕਸ਼ਨਾਂ ਤੋਂ ਅਸੀਂ ਖੜੇ ਆ ਨਾਲ। ਇਹਨਾਂ ਨੂੰ ਪੁੱਛੋ, ਮੈਡਮ ਨੂੰ ਪੁੱਛੋ, ਸਾਨੂੰ ਨਹੀਂ ਜਾਣਦੇ, ਮੈਡਮ ਨੂੰ ਪੁੱਛੋ, ਸਾਨੂੰ ਨਹੀਂ ਜਾਣਦੇ। ਇਹਨਾਂ ਨੂੰ ਪੁੱਛੋ ਜਿਹੜਾ ਸਰਬਜੋਤ ਕਿੱਥੇ ਗਿਆ, ਤਾਂ ਸਰਬਜੋਤ ਕਿੱਥੇ ਗਿਆ? ਸਰਬਜੋਤ ਵੀ ਕਰੋਨਾ ਮਹਾਮਾਰੀ 'ਚ ਕਰੋਨਾ ਹੋ ਗਿਆ ਸੀ, ਉਹਨਾਂ ਨੂੰ ਬਹੁਤ ਬੁਰੀ ਹਾਲਤ ਹੋਈ, ਉਹਨਾਂ ਦੀ 6 ਮਹੀਨੇ ਬੈੱਡ ਤੇ ਰਹੇ। ਅੱਜ ਵੀ ਉਹਨਾਂ ਦੀ ਮਦਰ ਦੀ ਡੈਥ ਹੋ ਗਈ, ਅੱਜ ਵੀ ਉਹ ਰੈਸਟ ਨੇ, ਕਦੀ ਹਲਕੇ 'ਚ ਆਉਂਦੇ ਨੇ, ਇਹ ਨਹੀਂ ਹਲਕੇ 'ਚ ਨਹੀਂ ਆਏ। ਪੰਜਾਬ ਲੈਵਲ ਤੇ ਵੇਖਿਆ ਇਹਨਾਂ ਨੂੰ ਪੁੱਛੋ ਜੇ ਸਰਬਜੋਤ ਕਿੱਥੇ ਲੱਗਿਆ? ਸਾਡੇ ਕੋਲ ਆ ਪਿੰਡ ਜਹਾਂਗੀਰ ਆ, ਸਾਡਾ ਭਰਾ ਜਸਵਿੰਦਰ ਸਿੰਘ, ਉਹ ਕਿੱਥੇ ਗਿਆ? ਭਾਜੀ ਕੇਜਰੀਵਾਲ ਕਹਿੰਦਾ ਆਮ ਪਾਰਟੀ ਆ, ਆਮ ਪਾਰਟੀ ਨਹੀਂ, ਇਹ ਗੁੰਡਾ ਪਾਰਟੀ ਪੰਜਾਬ 'ਚ ਲਿਆ ਰਿਹਾ, ਜਿਹਨੇ ਅੱਜ ਤੱਕ ਲੈਣ ਟਿਕਟਾਂ ਬਣਨ ਡਿਆ ਵਾ, ਸਾਰੇ ਕਾਂਗਰਸੀ ਲੈਣ ਡਿਆ। ਦੇਖੋ ਜਿਹੜੀ ਆਪ ਦੀ ਆਈਡੀਓਲੋਜੀ ਆ, ਆਪ ਦੀ ਇੱਕ ਮਿੰਟ ਵੀ, ਜਿਹੜੀ ਆਪ ਦੀ ਆਈਡੀਓਲੋਜੀ ਆ, ਆਪ ਦੀ ਆਈਡੀਓਲੋਜੀ ਇੱਕ ਸੀਗੀ ਕਿ ਸਾਡੇ ਲੋਕ ਭਾਵਕ ਲੋਕ ਆ, ਪੰਜਾਬੀ ਲੋਕ ਭਾਵਕ ਲੋਕ ਆ। ਹੁਣ ਇੱਥੇ ਜਿੱਦਾਂ ਆਪਣੇ ਭਾਰਤ ਦੇ ਵਿੱਚ ਪਾਕਿਸਤਾਨ ਵਿਕਦਾ ਤੇ ਪਾਕਿਸਤਾਨ ਦੇ ਵਿੱਚ ਭਾਰਤ ਵਿਕਦਾ ਨਾ, ਇਸੇ ਤਰੀਕੇ ਨਾਲ ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਜਜ਼ਬਾਤੀ ਲੋਕ ਆ, ਇਹ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ, ਇਨਕਲਾਬ ਜ਼ਿੰਦਾਬਾਦ ਦੇ ਉਹ ਨਾਰੇ ਨੂੰ ਇੱਥੇ ਵਿਕ ਸਕਦਾ ਵਾ। ਇਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਉਹ ਖੂਬ ਵੇਚਿਆ। ਆਮ ਜਿਹੜੇ ਭੋਲੇ ਭਾਲੇ ਲੋਕ ਸੀਗੇ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਖੇਡੇ। ਇਨਕਲਾਬ ਜ਼ਿੰਦਾਬਾਦ ਦਾ ਉਹ ਜਿਹੜਾ ਇੱਕ ਵੱਡਾ ਪਵਿੱਤਰ ਜਿਹੜਾ ਸ਼ਬਦ ਸੀਗਾ, ਉਹ ਇਹਨਾਂ ਨੇ ਇਸ ਤਰ੍ਹਾਂ ਪੈਰਾਂ 'ਚ ਰੋਲ ਦਿੱਤਾ ਕਿ ਅੱਜ ਪੰਜਾਬ ਦੀ ਧਰਤੀ ਤੋਂ ਅਗਰ ਕੋਈ ਇਨਕਲਾਬ ਉੱਠਣਾ ਹੋਵੇ ਨਾ, ਇਹਨਾਂ ਦੀ ਵਜ੍ਹਾ ਕਰਕੇ ਇਹਨਾਂ ਨੇ ਇਨਕਲਾਬ ਦਾ ਪਵਿੱਤਰ ਸ਼ਬਦ ਖਤਮ ਕਰਕੇ ਰੱਖ ਦਿੱਤਾ। ਦੇਖੋ ਜੀ, ਇਨਕਲਾਬ ਦੀ ਇਹ ਗੱਲ ਕਰਦੇ ਆ ਤੇ ਬੀਜੇਪੀ 'ਚ ਕਿਹੜਾ ਇਨਕਲਾਬ ਜਿਹੜੀ ਇਹਨਾਂ ਨੇ ਬੀਜੇਪੀ ਜੁਆਇਨ ਕਰ ਲਈ? 700 750 ਕਿਸਾਨਾਂ ਦੇ ਕਾਤਲ ਆ ਬੀਜੇਪੀ ਵਾਲੇ, ਇਹਨਾਂ ਨੂੰ ਕਿਹੜਾ ਇਨਕਲਾਬ ਜ਼ਿੰਦਾਬਾਦ ਦੀ ਗੱਲ ਹੈਗੀ ਆ ਜੀ। ਵੇਖੋ ਕਿਸਾਨਾਂ ਦੀ ਤੇ ਤੁਸੀਂ ਗੱਲ ਹੀ ਨਾ ਕਰੋ। ਅਸੀਂ ਇੱਕ ਮਿੰਟ ਸਿੱਖ ਵਿਰੋਧੀ ਚਿਹਰਾ ਕੇਜਰੀਵਾਲ, ਸਿੱਖ ਵਿਰੋਧੀ ਚਿਹਰਾ ਕੇਜਰੀਵਾਲ। ਮੈਂ ਪਰਸੋਂ ਭੁੱਲਰ ਹੋਰਾਂ ਦੇ ਜਿਹੜਾ ਸਿੱਖ ਸਿਆਸਤ ਕਾਰਕੁਨਾਂ ਨੇ ਜਿਹੜਾ ਵਿਰੋਧ ਕੀਤਾ ਸੀਗਾ, ਆਈ ਵਾਸ देयर, ਔਰ ਸਿੱਖ ਵਿਰੋਧੀ ਚਿਹਰਾ ਬਿਲਕੁਲ ਸਾਫ਼ ਨਜ਼ਰ ਆਇਆ। ਝੂਠ ਦਾ ਜਿਹੜਾ ਇਹਨਾਂ ਦਾ ਪਲੰਦਾ ਵਾ। ਸ਼ਹੀਦ ਕਿਉਂ ਨਹੀਂ ਮੰਨਦੇ ਤੁਸੀਂ ਕਿਸਾਨਾਂ ਨੂੰ? ਨਹੀਂ ਦੇਖੋ, ਉੱਥੇ ਇੱਕ ਗੱਲ ਆ,
ਸ਼ਹੀਦ ਸ਼ਬਦ ਨੂੰ ਅਗਰ ਅਸੀਂ ਸ਼ਹੀਦ ਮੰਨਣਾ ਨਾ ਤਾਂ ਮੰਨ ਲਓ ਸਰਹੱਦਾਂ ਦੇ ਉੱਤੇ ਜਿਹੜੇ ਸਾਡੇ ਲੋਕ ਨੇ ਜਦੋਂ ਉਹ ਡਿਫੈਂਸਿੰਗ ਪਾਵਰ ਦੇ ਵਿੱਚ ਜਦੋਂ ਖਲੋਂਦੇ ਨੇ ਦੂਸਰੇ ਦੇਸ਼ ਦੇ ਨਾਲ ਜਦੋਂ ਉਹ ਲੜਦੇ ਨੇ ਜਦੋਂ ਸਾਡੇ ਪਲੀਜ਼ ਮੈਨੂੰ ਗੱਲ ਕਰ ਲੈਣ ਦਿਓ। ਦੇਖੋ ਸ਼ਹੀਦ ਸ਼ਬਦ ਇੱਕ ਪਵਿੱਤਰ ਸ਼ਬਦ ਆ। ਅਸੀਂ ਉਹਨਾਂ ਲੋਕਾਂ ਦੇ ਲਈ ਜਿਹੜੇ ਸਾਨੂੰ ਬਾਹਰਲੀ ਡਿਫੈਂਸ ਦਿੰਦੇ ਨੇ ਹੈ ਨਾ ਜਦੋਂ ਅਸੀਂ ਜਿਹੜੇ ਸਾਡੇ ਸਿਪਾਹੀ ਨੇ ਜਿਹੜੇ ਸਾਡੇ ਆਰਮੀ ਵਾਲੇ ਲੋਕ ਨੇ ਜਾਂ ਜਿਹੜੇ ਅਸੀਂ ਦੂਸਰੇ ਸਿਸਟਮ ਦੇ ਵਿੱਚ ਜਦੋਂ ਆਪਣੀ ਆਜ਼ਾਦੀ ਲੈਣ ਦੇ ਲਈ ਵਰਤੇ ਗਏ ਉਹ ਇੱਕ ਪਵਿੱਤਰ ਸ਼ਬਦ ਸ਼ਹੀਦ ਆ। ਜੇਕਰ ਅਸੀਂ ਸ਼ਹੀਦ ਸ਼ਬਦ ਨੂੰ ਇਸ ਤਰ੍ਹਾਂ ਵੀ ਵਰਤਣ ਲੱਗ ਪਈਏ ਤੇ ਸਾਡੇ ਸ਼ਹੀਦ ਸ਼ਬਦ ਦਾ ਮਾਇਨਾ ਕੀ ਰਹਿ ਜਾਂਦਾ ਵਾ। ਦੇਖੋ ਇਹ ਜਿਹੜੀ ਦੇਖੋ ਜੋ ਵੀ ਕਿਸਾਨਾਂ ਦਾ ਮੈਂ ਖੁਦ ਇੱਕ ਕਿਸਾਨ ਦੀ ਧੀ ਆ ਮੈਂ ਖੁਦ ਇੱਕ ਕਿਸਾਨ ਆ ਮੈਨੂੰ ਬਹੁਤ ਦੁੱਖ ਆ। ਅਸੀਂ ਜਦੋਂ ਦੇਖੋ ਮੈਂ ਹੁਣ ਇੱਕ ਗੱਲ ਕਰਨ ਲੱਗੀ ਆ ਜਿਹੜੀ ਤੁਹਾਨੂੰ ਸਾਰਿਆਂ ਨੂੰ ਉਸ ਚੀਜ਼ ਦੇ ਉੱਤੇ ਸੋਚਣ ਲਈ ਮਜਬੂਰ ਕਰੂਗੀ। ਜਦੋਂ ਬੱਚੇ ਮਰਨ ਡਏ ਆ 18 19 ਸਾਲ ਦੇ ਬੱਚੇ ਮਰਨ ਡਏ ਆ ਮੈਂ ਵੀ ਇੱਕ ਮਾਂ ਵਾਂ ਔਰ ਅਖੀਰ ਦੇ ਉੱਤੇ ਆ ਕੇ ਅਗਸਤ ਦੇ ਵਿੱਚ ਆ ਕੇ ਅਸੀਂ ਕੁਝ ਬੁੱਧੀਜੀਵੀ ਕੁਝ ਜਰਨਲਿਸਟ ਕੁਝ ਰਾਈਟਰਸ ਨੇ ਇਕੱਠੇ ਹੋਏ ਆ ਜਿਹਦੇ ਵਿੱਚ ਜਦੋਂ ਸਾਡੇ ਸਿੱਖ ਕਾਰਕੁਨ ਜਿਹੜੇ ਨੇ ਜਿਹੜੇ ਯੂਨੀਵਰਸਿਟੀਆਂ ਦੇ ਚਾਂਸਲਰ ਵਾਈਸ ਚਾਂਸਲਰ ਵਗੈਰਾ ਵੀ ਨੇ ਅਸੀਂ ਸਾਰਿਆਂ ਨੇ ਬੈਠ ਕੇ ਇਕੱਠਿਆਂ ਨੇ ਸਲਾਹ ਕੀਤੀ ਕਿ ਇਸ ਮਸਲੇ ਦਾ ਹੱਲ ਕੀ ਕੀਤਾ ਜਾਵੇ। ਦੈਨ ਮੈਂ ਆਪ ਛੱਡ ਕੇ ਅਸੀਂ ਸਾਰੇ ਉਧਰ ਜੁਆਇਨ ਹੋਏ ਕਿ ਅਸੀਂ ਆਪਣੇ ਪੁੱਤ ਧੀਆਂ ਨਹੀਂ ਮਰਵਾਉਣਾ ਚਾਹੁੰਦੇ ਕਿਉਂਕਿ ਉਹ ਕੌਣ ਨੇ ਅਸੀਂ ਉਹ ਸਾਡੇ ਹੀ ਬੱਚੇ ਨੇ ਨਾ ਸਾਡੇ ਹੀ ਧੀਆਂ ਪੁੱਤ ਰੋਜ਼ ਨਿਕਲ ਕੇ ਤੇ ਟਰਾਲੀਆਂ ਭਰ ਕੇ ਕੋਈ ਟਰਾਲੀ ਤੋਂ ਡਿੱਗ ਕੇ ਮਰ ਗਿਆ ਕੋਈ ਕਿਸੇ ਚੀਜ਼ ਤੋਂ ਡਿੱਗ ਕੇ ਮਰ ਗਿਆ ਕੌਣ ਮਰਦਾ ਪਿਆ ਸੀ ਐਟਲੀਸਟ ਤਾਂ ਸਾਡੇ ਹੀ ਪੁੱਤ ਮਰੇ ਨਾ ਤਾਂ ਸਾਨੂੰ ਕਿਉਂ ਨਹੀਂ ਸਮਝ ਆਉਂਦੀ ਕਿ ਅਸੀਂ ਕੋਈ ਵਿਚਲਾ ਰਸਤਾ ਕੱਢੀਏ। ਵੇਖੋ ਜੀ ਹਾਂਜੀ ਹਾਂ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਸੇ ਕਿਸਾਨ ਦਾ ਬੇਟਾ ਹੀ ਸਰਹੱਦਾਂ ਦੇ ਉੱਤੇ ਸ਼ਹੀਦ ਹੋ ਰਿਹਾ ਜਿਹੜੇ ਕਿਸਾਨ ਦਿੱਲੀ ਇੱਕ ਮਿੰਟ ਤੁਹਾਡੀ ਸਾਰੀ ਲੀਡਰਸ਼ਿਪ ਨਹੀਂ ਮੈਂ ਇਹ ਨਹੀਂ ਆਖਿਆ ਅਸੀਂ ਸ਼ਹੀਦ ਨਹੀਂ ਮੰਨ ਸਕਦੇ ਤੁਹਾਡਾ ਸਵਾਲ ਗਲਤ ਹੈ ਅਮਰਪਾਲ ਜੀ ਮੈਂ ਨਹੀਂ ਕਿਹਾ ਸ਼ਹੀਦ ਨਹੀਂ ਮੰਨ ਸਕਦੇ ਦਾ ਦਰਜਾ ਪਾਉਂਦਾ ਸੀ ਕਿਤੇ ਤੇ ਤੁਸੀਂ ਕੀ ਮੰਨਦੇ ਹੋ ਕਿ ਨਹੀਂ ਮੰਨਦੇ। ਤੁਹਾਨੂੰ ਇਹ ਗੱਲ ਕਹਿਣੀ ਆ ਕਿ ਸ਼ਹੀਦ ਸ਼ਬਦ ਦੀ ਇੱਕ ਉੱਚਤਾ ਵਾ ਜਿਹੜੇ ਕਿਸਾਨਾਂ ਦੀ ਮੌਤ ਹੋਈ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ। ਦੇਖੋ ਜਿਹੜੇ ਕਿਸਾਨਾਂ ਦੀ ਮੌਤ ਹੋਈ ਆ ਉਹ ਸਾਡੇ ਹੀ ਬਾਸ਼ਿੰਦੇ ਆ ਉਹਨਾਂ ਦੇ ਸ਼ਹੀਦ ਮੰਨਦੇ ਕਿ ਨਹੀਂ ਮੰਨਦੇ ਕਿਸਾਨਾਂ ਦਾ ਇਹ ਸਵਾਲ ਹੈ। ਦੇਖੋ ਇਹ ਜਿਹੜੇ ਅਧਿਕਾਰੀ ਜਿਹੜੇ ਉੱਪਰ ਬੈਠੇ ਨੇ ਨਾ ਉਹਨਾਂ ਦੇ ਮੰਨਣ ਨਾ ਮੰਨਣ ਤੇ ਮਰਸਿਆ ਮੈਂ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦੀ ਬਸ। ਸਾਡੇ ਵਾਸਤੇ ਇਹ ਉਸ ਪਾਰਟੀ ਦੇ ਨੁਮਾਇੰਦਗੀ ਕਰਦੇ ਆ ਜਿਹੜੀ ਪਾਰਟੀ ਉਹਨਾਂ ਕਿਸਾਨਾਂ ਨੂੰ ਸ਼ਹੀਦ ਨਹੀਂ ਮੰਨਦੀ ਠੀਕ ਹੈ ਔਰ ਉਸੇ ਹੀ ਕਿਸਾਨ ਦਾ ਬੇਟਾ ਦਿੱਲੀ ਦੀਆਂ ਸਰਹੱਦਾਂ ਤੇ ਸ਼ਹੀਦ ਹੋ ਰਿਹਾ ਜੰਗ ਵਿੱਚ ਚਾਹੇ ਉਹ ਚੀਨ ਦਾ ਬਾਰਡਰ ਹੋਵੇ ਚਾਹੇ ਦੂਜੀ ਹੋਵੇ ਸਾਡੇ ਪੰਜਾਬ ਦੇ ਹੀ ਰੋਜ਼ ਤਿਰੰਗੇ ਝੰਡੇ ਲਪੇਟ ਕੇ ਉਹਦੀਆਂ ਲਾਸ਼ਾਂ ਆਉਂਦੀਆਂ ਔਰ ਉਹੀ ਕਿਸਾਨ ਉੱਥੇ ਬੈਠੇ ਸੀ ਜਿਹੜੇ ਪੁੱਤ ਦਾ ਸੰਸਕਾਰ ਕਰਕੇ ਫੇਰ ਜਾ ਕੇ ਦਿੱਲੀ ਦੀ ਹੱਦ ਤੇ ਜਾ ਕੇ ਬਹਿ ਜਾਂਦਾ ਸੀਗਾ ਔਰ ਉਹ ਕਿਸਾਨ ਸ਼ਹੀਦ ਕਿਉਂ ਨਹੀਂ ਹੋਏ ਜਿਹੜੇ ਉੱਥੇ ਮੰਨ ਲਓ ਸ਼ਹੀਦ ਹੋਏ ਆ ਉਹ ਹਰ ਹਾਲਤ ਵਿੱਚ ਅਸੀਂ ਉਹਨਾਂ ਨੂੰ ਮੰਨ ਲਓ ਕਿ ਸ਼ਹੀਦ ਮੰਨਦੇ ਆ ਜਿਹੜੇ ਕਿਸਾਨ ਇਹ ਬੀਜੇਪੀ ਮੰਨੇ ਜਾਂ ਨਾ ਮੰਨੇ ਪਰ ਮੈਂ ਨਾ ਜੇ ਨਹੀਂ ਮੰਨਦੇ ਅੱਜ ਇਹਨਾਂ ਨੂੰ ਕੋਈ ਹੱਕ ਨਹੀਂਗਾ ਬੀਜੇਪੀ ਨੂੰ ਇਹ ਬੜੀ ਬੇਸ਼ਰਮੀ ਨਾਲ ਇਹ ਪਾਰਟੀ ਲੋਕਾਂ ਜਾ ਰਹੀ ਆ ਅੱਜ ਉਸ ਪਾਰਟੀ ਨੂੰ ਲੋਕਾਂ ਕੋਲੋਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਜਿਹੜਾ ਹੋਰ 750 ਕਿਸਾਨਾਂ ਨੂੰ ਸ਼ਹੀਦ ਨਹੀਂ ਮੰਨਦਾ ਮੈਂ ਗੱਲ ਸਮਝੂਗਾ ਮੈਂ ਅਪੀਲ ਕਰੂੰਗਾ ਸਾਰਿਆਂ ਨੂੰ ਬੇਸ਼ਰਮੀ ਬਾਰ-ਬਾਰ ਇੱਕ ਸ਼ਬਦ ਵਰਤਿਆ ਜਾ ਰਿਹਾ ਬੇਸ਼ਰਮੀ ਕੀ ਸਾਨੂੰ ਸਾਡੀ ਭਾਸ਼ਾ ਦੀ ਸ਼ਲੀਨਤਾ ਨਹੀਂ ਆਉਂਦੀ ਹੈਗੀ ਅਸੀਂ ਮੈਂ ਨੁਮਾਇੰਦਾ ਉਹਦੀ ਦੇਖੋ ਅਸੀਂ ਅਗਰ ਦੇਖੋ ਉਹਨੇ ਕੁਛ ਨਹੀਂ ਕੀਤਾ ਜੇਕਰ ਤੁਸੀਂ ਨੁਮਾਇੰਦੇ ਜੇ ਇੱਕ ਮਿੰਟ ਜੇਕਰ ਤੁਸੀਂ ਨੁਮਾਇੰਦੇ ਜੇ ਤਾਂ ਤੁਸੀਂ ਸਾਡੇ ਸਿੱਖਾਂ ਨੂੰ ਸ਼ਹੀਦ ਕਿਉਂ ਨਹੀਂ ਮੰਨਦੇ। ਜੇਕਰ ਕਾਂਗਰਸ 84 ਦੇ ਵਿੱਚ ਸਾਡੇ ਸਭ ਤੋਂ ਸਰਵ ਉੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਦਿੰਦੀ ਆ ਤੇ ਉਸ ਤੋਂ ਬਾਅਦ ਕਾਂਗਰਸ ਨੂੰ ਕਿੰਨੇ ਚਿਰ ਦੇ ਲਈ ਸਾਡੇ ਪੰਜਾਬ ਦੇ ਵਿੱਚ ਉਹਨੂੰ ਰਾਜ ਦਿੱਤਾ ਜਾਂਦਾ ਵਾ ਫਿਰ ਸਾਡੇ ਪੰਜਾਬੀਆਂ ਦੀ ਦੂਰਅੰਦੇਸ਼ੀ ਕਿੱਥੇ ਖਲੋਤੀ ਹੈ ਵੀ ਤਾਂ ਸਵਾਲ ਬੜੇ ਵੱਡੇ ਨੇ ਨਾ ਜੇਕਰ ਅਸੀਂ ਹਮੇਸ਼ਾ ਹੀ ਵਿਰੋਧੀ ਰਾਜਨੀਤੀ ਕਰਦੇ ਆ। ਕਾਂਗਰਸ ਦਾ ਕਹਿੰਦੇ ਜੀ ਵੀ 84 ਦੇ ਵਿੱਚ ਮਤਲਬ ਹੋਇਆ ਸੀ ਕਾਂਗਰਸ ਦਾ ਵੇਖੋ ਜਿਹੜਾ ਹੋਇਆ ਮੰਦਭਾਗਾ ਹੋਇਆ ਉਹਦੇ ਵਾਸਤੇ ਰਾਹੁਲ ਗਾਂਧੀ ਨੇ ਉਸ ਪਰਿਵਾਰ ਨੇ ਆ ਕੇ ਬਹੁਤ ਵਾਰੀ ਮਾਫੀ ਮੰਗ ਚੁੱਕਾ ਵਾ ਠੀਕ ਆ ਤੇ ਭਾਜਪਾ ਵਰਗੂ ਨੇ ਕਿ ਉਸ ਜਿਹੜੇ ਗਲਤੀ ਕਰਦੀ ਮੰਨਣੀ ਨਹੀਂਗੀ ਇਸ ਕਰਕੇ ਕਾਂਗਰਸ ਉਹ ਤੇ ਪਾਰਟੀ ਅਸੀਂ ਮਾਫੀ ਮੰਗ ਲਈ ਜੀ ਤੁਸੀਂ ਕਿਉਂ ਨਹੀਂ ਮੰਗਦੇ ਸ਼ਹੀਦ ਕਿਉਂ ਨਹੀਂ ਮੰਨਦੇ ਉਹਨਾਂ ਨੂੰ। ਤੁਸੀਂ ਰਾਹੁਲ ਗਾਂਧੀ ਅਜੇ ਉਦਣ ਆਏ ਸੀਗੇ ਉਹਨਾਂ ਨੇ ਮਾਫੀ ਨਹੀਂ ਮੰਗੀ ਉਹਨਾਂ ਦੀ ਲਾਸਟਲੀ ਮਤਲਬ ਇੱਕ ਫੇਰੀ ਸੀਗੀ ਚੁਣਾਵ ਫੇਰੀ ਮਾਫੀ ਜ਼ਰੂਰੀ ਨਹੀਂ ਉਹਨਾਂ ਦਾ ਕਹਿਣਾ ਨਹੀਂ ਹਰ ਵਾਰੀ ਮਾਫੀ ਜ਼ਰੂਰੀ ਨਹੀਂ ਤੁਸੀਂ ਦੇਖੋ ਲੰਗਰ ਦੇ ਵਿੱਚ ਬੈਠੇ ਨੇ ਉਹਨਾਂ ਨੇ ਪੰਗਤ ਦੇ ਵਿੱਚ ਬਹਿ ਕੇ ਖਾਣਾ ਤੱਕ ਨਹੀਂ ਛਕਿਆ ਤਾਂ ਫਿਰ ਅਸੀਂ ਕੀ ਕਹਿ ਸਕਦੇ ਆ ਇਹਨਾਂ ਦੇਖੋ ਜਿਹੜੇ ਸਿੰਬੋਲਿਕ ਧਿਰਾਂ ਹੁੰਦੀਆਂ ਨੇ ਰਾਜਨੀਤੀ ਜਦੋਂ
ਜਦੋਂ ਵੀ ਕਿਸੇ ਵੱਡੇ ਸਥਾਨ ਤੇ ਜਾਂਦੀ ਆ ਆਪਣੀ ਸਿੰਬੋਲਿਕ ਕੰਮ ਕਰਦੀ ਹੈ ਕਿ ਅਸੀਂ ਆ ਨਹੀਂ ਕੀਤਾ, ਇਹਦਾ ਆ ਮਤਲਬ ਸੀਗਾ। ਤਾਂ ਇਹਦਾ ਮਤਲਬ ਜੇਕਰ ਉਹਨਾਂ ਨੇ ਆ ਕੇ ਮਾਫੀ ਨਹੀਂ ਮੰਗੀ ਸਤਿਕਾਰ ਦੇ ਵਜੋਂ, ਫਿਰ ਉਹਨਾਂ ਨੇ ਲੰਗਰ ਦੇ ਵਿੱਚ ਬੈਠ ਕੇ ਪੰਗਤ ਦੇ ਵਿੱਚ ਖਾਣਾ ਨਹੀਂ ਖਾਦਾ, ਤੇ ਇਹ ਕੀ ਅਸੀਂ ਮੰਨੀਏ ਕਿ ਉਹ ਪੰਜਾਬ ਨੂੰ ਕੀ ਸਮਝਦੇ ਨੇ? ਸਿਰਫ ਇੱਕ ਪਰਿਵਾਰ ਦੀ ਰਾਜਨੀਤੀ ਦੇ ਦੁਆਲੇ ਘੁੰਮ ਕੇ ਅਸੀਂ ਕਦੀ ਉਹ, ਫਿਰ ਤੁਸੀਂ ਦੇਖੋ ਹੁਣ ਕਾਂਗਰਸ ਦੇ ਵਿੱਚ ਜਿਹੜੇ ਇਹਨਾਂ ਦੇ ਪ੍ਰਧਾਨ ਸਾਹਿਬ ਨੇ, ਕਦੀ ਕਹਿੰਦੇ ਨੇ ਮੁੰਨੀ ਬਾਈ, ਕਦੀ ਕਹਿੰਦੇ ਆ ਪੱਪੂ, ਤੇ ਤੁਸੀਂ ਹੁਣ ਦੇਖੋ ਉਹੀ ਮੁੰਨੀ ਬਾਈ ਤੇ ਉਹ ਪੱਪੂ ਚੰਗੇ ਹੋ ਗਏ ਹੁਣ। ਜਿਸ ਤਰ੍ਹਾਂ ਇਹਨਾਂ ਨੂੰ ਪਹਿਲਾਂ ਆਮ ਆਦਮੀ ਪਾਰਟੀ ਚੰਗੀ ਲੱਗਦੀ, ਉਹ ਚੰਗੀ ਭਾਜਪਾ ਜਾ ਕੇ। ਇਹ ਗੱਲ ਤੇ ਇਦਾਂ ਹੀ ਆ, ਜੇ ਤੁਹਾਨੂੰ ਉਹ ਚੰਗੀ ਲੱਗਦੀ ਅੱਜ ਤੁਹਾਨੂੰ ਉਹ ਮਾੜੀ ਲੱਗਣ ਲੱਗ ਪਈ ਆ। ਗੱਲ ਕੋਈ ਨਹੀਂ ਜੀ, ਸ਼ਬਦਾਂ ਦੀ ਗੱਲ ਇਹ ਆ, ਆਮ ਪਾਰਟੀ ਤੇ ਕਾਂਗਰਸ ਇਹਨਾਂ ਦੋਵਾਂ ਦਾ ਕੋਈ ਬਹੁਤਾ ਫਰਕ ਨਹੀਂ ਆ। ਜਿਹੜੀ ਗੱਲ ਮੇਰੀ ਭੈਣ ਕਰਨ ਡਈ ਆ, ਜਿਹੜੀ ਮੇਰੀ ਭੈਣ ਗੱਲ ਕਰਨ ਡਈ ਦਿੱਲੀ ਦੀ, ਉਹ ਉੱਥੇ ਦਿੱਲੀ ਤੋਂ ਬਾਅਦ ਸਭ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਹਿੱਸਾ ਪਾਇਆ। ਬੰਗਲਾ ਸਾਹਿਬ ਗੁਰਦੁਆਰੇ, ਸੀਸਗੰਜ ਗੁਰਦੁਆਰਾ ਸਾਹਿਬ ਤੋਂ ਵੱਧ ਤੋਂ ਵੱਧ ਲੰਗਰ ਉੱਥੇ ਪਹੁੰਚੇ ਆ। ਜੋ ਹਾਲਤ ਹੋਈ ਕਰੋਨਾ ਵਿੱਚ, ਜਿਹੜੇ ਸੰਸਕਾਰ ਦੇ ਟਾਈਮ ਤੇ ਵੀ ਜਿਹੜੇ ਸਾਡੇ ਪ੍ਰਧਾਨ ਸਾਹਿਬ ਸੀ, ਮੀਤ ਪ੍ਰਧਾਨ ਉੱਥੇ ਜਾ ਕੇ ਸੰਸਕਾਰ ਕਰਦੇ ਰਹੇ ਆ। ਇਹ ਤੇ ਉੱਥੇ ਆਮ ਪਾਰਟੀ ਬਿਲਕੁਲ ਫੇਲ ਹੋਈ ਆ ਦਿੱਲੀ ਸ਼ਹਿਰ ਦੇ ਵਿੱਚ। ਅੱਜ ਮੈਂ ਜਿੰਨੇ ਬਾਜੀ ਗੱਲਾਂ ਕਰੀ ਇੱਕ ਗੱਲ ਆ, ਪ੍ਰਧਾਨ ਸਾਹਿਬ ਤੁਹਾਡੇ ਛੱਡ ਕੇ ਬੀਜੇਪੀ 'ਚ ਕਿਉਂ ਚਲੇ ਗਏ ਫਿਰ? ਨਹੀਂ ਇਹ ਗੱਲ ਹੈ ਜੀ, ਮੰਨ ਲਓ ਗੱਲ ਆ ਕਿ ਜਿਹੜੀ ਇਹ ਗੱਲ ਕਰਦੇ ਆ ਨਾ ਗੁਰਦੁਆਰਾ ਸਾਹਿਬ ਦੀ, ਅਕਾਲੀ ਨਹੀਂ, ਇੱਕ ਮਿੰਟ ਮੇਰਾ ਜਵਾਬ ਲੈ ਲਓ। ਕਿਸਾਨੀ ਅੰਦੋਲਨ ਦੇ ਦੌਰਾਨ ਨਾ ਅਕਾਲੀ ਦਲ ਨੇ ਕੋਈ ਮਦਦ ਕੀਤੀ ਆ, ਇਹ ਬਿਲਕੁਲ ਝੂਠ ਆ। ਇਹ ਲੋਕ ਤੇ ਉਹਨਾਂ ਚਿਰ ਵੀ ਨਹੀਂ ਲਾਉਂਦੇ, ਕੱਪੜੇ ਬਦਲ ਲੱਗਿਆ ਚਿਰ ਲੱਗਦਾ। ਸਾਡੇ ਪਿੰਡ ਤੇ ਪਾਰਟੀ ਬਦਲ ਲੱਗਿਆ 2 ਮਿੰਟ ਨਹੀਂ ਲੱਗਦੇ। ਉਹ ਰਾਤੋਂ ਰਾਤ ਹੀ ਕਾਂਗਰਸੀ ਜਿਹੜੇ ਅਕਾਲੀਆਂ ਦੀਆਂ ਗੱਡੀਆਂ ਚੜ ਗਏ। ਇੱਕ ਮਿੰਟ, ਮੈਂ ਸਿਰਫ ਇੱਕ ਗੱਲ ਕਰਨੀ ਚਾਹੁੰਦਾ ਵਾ ਕਿ ਸਾਡੀ ਭੈਣ ਨੇ ਮੰਨ ਲਓ ਕਿ ਚਲੋ ਕਿਹਾ ਥੋੜਾ, ਮੈਨੂੰ ਵੀ ਉਸ ਗੱਲ ਤੇ ਮੈਂ ਫੀਲ ਕਰਦਾ ਜਦੋਂ ਮੈਨੂੰ ਸ਼ਬਦ ਨਹੀਂ ਵਰਤਣਾ ਚਾਹੀਦਾ, ਪਰ ਇਹਨਾਂ ਲੋਕਾਂ ਨੇ, ਇਹਨਾਂ ਦੀ ਪਾਰਟੀ ਨੇ ਸਾਨੂੰ ਕਿਸਾਨਾਂ ਨੂੰ, ਦਿੱਲੀ ਦੀਆਂ ਸਰਹੱਦਾਂ ਤੇ ਬੈਠਿਆਂ ਨੂੰ ਕਦੀ ਸਾਨੂੰ ਨਕਸਲੀ ਕਿਹਾ, ਕਦੀ ਸਾਨੂੰ ਇਹਨਾਂ ਨੇ ਖਾਲਿਸਤਾਨੀ ਕਿਹਾ। ਮੰਨ ਲਓ ਕਿ ਸਾਨੂੰ ਕਿਹੜਾ ਸ਼ਬਦ ਹੈ ਜਿਹਦੇ ਨਾਲ ਨਹੀਂ ਨਵਾਜਿਆ ਗਿਆ? ਔਰ ਇੱਥੋਂ ਤੱਕ ਕਿ ਦਿੱਲੀ ਦੀਆਂ ਸਰਹੱਦਾਂ ਤੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਰੋਕਣ ਵਾਸਤੇ ਕੀ ਉਹ ਬਾਹਰ ਦੇ ਵਿਦੇਸ਼ੀ ਸੀ ਜਿਨ੍ਹਾਂ ਦੇ ਜਿਹੜੇ ਸੂਏ ਲਾਤੇ ਗਏ ਸੀ? ਉਦੋਂ ਵੀ ਸਾਡੀ ਭੈਣ ਨੂੰ ਉਹਨਾਂ ਦੇ ਵੀ ਖਿਲਾਫ ਆਵਾਜ਼ ਇਹਨਾਂ ਨੂੰ ਬੁਲੰਦ ਕਰਨੀ ਚਾਹੀਦੀ ਸੀ। ਮੈਂ ਸਮਝਦਾ ਪੰਜਾਬ ਦੀ ਲੀਡਰਸ਼ਿਪ ਨੂੰ, ਜੇ ਪੰਜਾਬ ਦਾ ਇਹ ਖਾਂਦੇ ਸੀ ਔਰ ਪੰਜਾਬ ਦੇ ਹੱਕ 'ਚ ਆਵਾਜ਼ ਉਤਾਰਨੀ ਚਾਹੀਦੀ ਪੰਜਾਬ ਦੀ ਲੀਡਰਸ਼ਿਪ ਨੂੰ, ਬੀਜੇਪੀ ਦੀ ਨੂੰ। ਪਰ ਜਿੱਥੋਂ ਤੱਕ ਇਹਨਾਂ ਦਾ ਆਮ ਆਦਮੀ ਪਾਰਟੀ ਵਾਲਿਆਂ ਦਾ ਸਵਾਲ ਆ, ਇਹਨਾਂ ਲੈ ਲਓ ਕਿ ਇਹਨਾਂ ਦੇ ਜਿਹੜੇ ਲੀਡਰ ਆ ਨਾ, ਉਹ ਇਹ ਵਾਕਿਆ ਸਹੀ ਗੱਲ ਹੈ ਕਿ ਕੇਜਰੀਵਾਲ ਸਾਹਿਬ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹਨੂੰ ਪਰਾਂ ਕਰ ਦਿੰਦੇ ਆ, ਫਿਰ ਨਵੀਂ ਆਉਂਦੀ ਆ। ਇਹਨਾਂ ਨੂੰ ਗੱਲ ਮੁੱਦੇ ਤੇ ਕਰਦੇ ਆ। ਮੁੱਦੇ ਤੇ ਇਹ ਹੈ ਕਿ ਪਿਛਲੇ 10 ਸਾਲ ਅਕਾਲੀ ਦਲ ਪਾਰਟੀ ਰਹੀ ਭਾਜੀ, ਸਾਰੇ ਏਰੀਏ ਚਲ ਜਾਓ, ਮਾਵਾਂ ਦੇ ਪੁੱਤ ਮਰੇ, ਮਾਵਾਂ ਦੇ ਪੁੱਤ ਨਸ਼ੇ ਨਾਲ ਮਰੇ। ਉਸ ਤੋਂ ਗੱਲ ਕਰਦੇ ਆ 5 ਸਾਲ ਤੋਂ ਕਾਂਗਰਸ ਦੀ ਸਰਕਾਰ ਆ, 4.5 ਸਾਲ ਕੈਪਟਨ ਸਾਹਿਬ ਰਹੇ। ਇਹਨਾਂ ਨੂੰ ਦੱਸੋ ਕਿਹੜਾ ਇਹਨਾਂ ਦਾ ਮੈਨੀਫੈਸਟੋ ਪੂਰਾ ਕੀਤਾ? ਘਰ ਘਰ ਨੌਕਰੀ, ਘਰ ਘਰ ਨੌਕਰੀ, ਸਮਾਰਟਫੋਨ ਵੋ ਜੇ। ਫਿਰ ਇਹਨਾਂ ਨੇ ਸਾਰਾ ਭਾਂਡਾ ਕੈਪਟਨ ਤੇ ਭੰਡਤਾ ਤੇ ਕਹਿੰਦੇ ਜੀ 111 ਦਿਨਾਂ ਲਈ ਚੰਨੀ ਸਾਹਿਬ ਨਵੀਂ ਸਰਕਾਰ ਆ ਗਈ। 4.5 ਸਾਲਾਂ ਦਾ ਹਿਸਾਬ ਕੌਣ ਦਊਗਾ? 5.5 ਸਾਲ ਨੂੰ ਕਿਵੇਂ ਦੇਖਦੇ ਤੁਸੀਂ? ਅੱਜ ਤੇ ਬਹੁਤ ਸੋਹਣਾ ਸਮਝਦੇ ਆ ਜੀ। ਹਾਂਜੀ, ਕਹਿੰਦੇ ਕੈਪਟਨ ਨੇ ਕੀਤਾ ਕੁਝ ਨਹੀਂ ਕੀਤਾ ਕੋਈ ਸਿੱਧੂ ਸਾਹਿਬ ਦੇ ਸਭ ਜ਼ਿਆਦਾ ਵਾਅਦਾ ਕਰਤੀ ਹੈ। ਪਿੰਡ ਵਿੱਚ ਜੋ ਸਿੱਧੂ ਸਾਹਿਬ ਆਏ ਆ, ਉਹਨਾਂ ਨੇ ਆ ਕੇ ਮੈਂ 40 ਸਾਲ ਤੋਂ ਵੇਖ ਰਿਹਾ, ਹੋਰ ਵਿਕਾਸ ਹੋਇਆ ਕਾਫੀ, ਪੰਚਾਇਤ ਨੇ ਕਾਫੀ ਵਿਕਾਸ ਕਰਾਇਆ। ਪਹਿਲਾਂ ਕੋਈ ਗਰਾਊਂਡ ਨਹੀਂ ਸੀ, ਪਾਰਕ ਨਹੀਂ ਸੀ, ਅੱਜ ਤੁਸੀਂ ਵੇਖ ਸਕਦੇ ਨਹੀਂ ਵਧੀਆ ਪਾਰਕ ਬਣਾ ਦਿੱਤੀ ਹੈ ਨੌਜਵਾਨ ਨੂੰ ਸੈਰ ਵਾਸਤੇ। ਤੇ ਸਿੱਧੂ ਸਾਹਿਬ ਜੋ ਕਰ ਰਹੇ ਆ ਬਹੁਤ ਵਧੀਆ ਕਰ ਰਹੇ ਆ। ਜੋ ਸਿੱਧੂ ਸਾਹਿਬ ਨੇ ਕੁਝ ਨਹੀਂ ਕੀਤਾ। ਸਿੱਧੂ ਸਾਹਿਬ ਨੇ ਵੱਧ ਤੋਂ ਵੱਧ ਸਾਡੇ ਪਿੰਡ ਦੇ ਵੱਧ ਤੋਂ ਵੱਧ ਧੜੇ ਬਣਾਏ ਜੀ। ਧੜੇ ਏਸੀ ਪਰਿਵਾਰ ਨੂੰ ਲੜਾਉਣ ਵਾਸਤੇ ਬਹੁਤ ਤਗੜੇ ਵੱਡੇ ਧੜੇ ਬਣਾਏ ਜੇ। 4.5 ਸਾਲ ਹੋ ਗਏ ਸਿੱਧੂ ਸਾਹਿਬ ਇੰਨਾ ਕਿ ਸੁੱਤਾ ਹੀ ਕਿ ਹੁਣ ਇਹਨੂੰ ਜਾਗ ਆ ਗਈ। ਕੁੰਭ ਕਰਨ ਦੀ ਨੀਂਦ ਸੁੱਤਾ ਸੀ ਸਿੱਧੂ ਸਾਹਿਬ। ਹੁਣ ਵੇਖੋ ਜੀ, ਹੁਣ ਜਾ ਕੇ ਪਿਆ ਜੀ। ਸੁੱਤੇ ਨਹੀਂ ਜੀ, ਆ ਰਹੇ ਆ ਪਿੰਡ ਵਿੱਚ। ਉਹਨਾਂ ਦਾ ਇਹ ਮਤਲਬ ਇਹ ਨਹੀਂ ਹੈਗਾ, ਉਹਨਾਂ ਦਾ 4 ਸਾਲ ਬਾਅਦ ਆ ਉਹਨਾਂ ਰਹੇ ਦਾ ਜੀ। ਇਹ ਨਹੀਂ ਹੈਗਾ 4.5 ਸਾਲ ਬਾਅਦ ਆ ਰਹੇ ਜੀ ਸਿੱਧੂ ਸਾਹਿਬ। ਆਉਂਦੇ ਆ ਪਿੰਡ ਦੇ ਵਿੱਚ ਨਹੀਂ ਆਉਂਦੇ ਸਿੱਧੂ ਸਾਹਿਬ। ਪਿੰਡ 'ਚ ਕਿਦਨ ਇਹਨਾਂ ਨੇ ਆਣ ਕੇ ਕਦੀ ਰੌਂਡ ਕੀਤਾ ਹੋਵੇ? ਸਿਰਫ ਆਣ ਕੇ ਕਿਸੇ ਦੇ ਘਰ ਚਾਹ ਪੀ ਜਾਣਗੇ। ਇਹਨਾਂ ਦੇ ਸਾਰੇ ਅਸੀਂ ਜਾਣਦੇ ਕੁੰਡੀਆਂ। ਜੀ ਤੁਸੀਂ ਵੀ ਇਹਨਾਂ ਨਾਲ ਕਰ ਰਹੇ, ਪ੍ਰੈਸ ਕਾਨਫਰੰਸ ਕਰਦੇ ਰਹੇ ਜੇ, ਹਮੇਸ਼ਾ ਇਹ ਗੱਲ ਕਹਿੰਦੇ ਵੀ ਮੈਂ ਵੋਟਾਂ ਮੰਗਣ ਨਹੀਂ ਜਾਂਦਾ। ਉਹ ਬੰਦੇ ਨੂੰ ਇੰਨਾ ਕੁ ਹੰਕਾਰ ਆ ਵੀ ਮੈਂ ਕਿਸੇ ਕੋ ਵੋਟ ਨਹੀਂ, ਮੈਨੂੰ ਸੈਲੀਬ੍ਰਿਟੀ ਹੋਣ ਕਰਕੇ ਵੋਟਾਂ ਪੈਂਦੀਆਂ। ਐਰਕਾ ਅੰਮ੍ਰਿਤਸਰ ਪੂਰਬੀ ਹਲਕੇ ਲੋਕ ਦੱਸ ਦੇਣਗੇ ਵੀ ਭਾਊ ਤੈਨੂੰ ਵੋਟਾਂ ਕਿੱਦਾਂ ਪੈਂਦੀਆਂ ਰਹੀਆਂ, ਤੇ ਹੁਣ ਭੱਜ ਕੇ ਤੈਨੂੰ ਭੱਜਦਾ ਤੂੰ ਦੱਸਣਗੇ ਲੋਕ ਕਹਿੰਦੇ ਜੀ। ਇਹ ਤਾਂ ਚਲੋ ਜੀ 20 ਤਰੀਕ ਤੋਂ ਪਤਾ ਲੱਗੂਗਾ ਕਿਹਨੂੰ ਦੱਸਦੇ ਆ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਜੋ ਕਹਿ ਰਿਹਾ ਸਿੱਧੂ ਸਾਹਿਬ ਆ ਨਹੀਂ ਰਹੇ, ਪਰ ਇਹ ਵੇਖ ਰਹੇ ਵੀ ਵਿਕਾਸ ਕਰਾ ਰਹੇ ਆ। ਸਾਨੂੰ ਇਹ ਨਾ ਮਤਲਬ ਫੇਰੀ ਦਾ ਮਤਲਬ ਨਹੀਂ ਆ, ਪਿੰਡ ਦਾ ਵਿਕਾਸ ਜ਼ਰੂਰੀ ਆ। ਹਾਂਜੀ ਇੱਕ ਮਿੰਟ ਜੀ। ਹੈਲੋ, ਮੈਂ ਪੰਚਾਇਤ ਮੈਂਬਰ ਹੋਣ ਦੇ ਕਾਰਨ ਸਿੱਧੂ ਨੇ 2 ਪਰਚੇ ਕਰਾਏ ਆ। ਉਹਨੇ ਖੁਦ ਮੇਰੇ ਤੇ, ਉਹਨਾਂ ਪਤਾ ਪੰਚਾਇਤ ਮੈਂਬਰ ਅਕਾਲੀ ਦਲ ਆ, ਉਹਨੇ ਮੇਰੇ ਤੇ 2 ਪਰਚੇ ਕਰਾ ਕੇ ਪੂਰੇ ਮੇਰਾ ਜ਼ੋਰ ਲਾਇਆ, ਮੈਨੂੰ ਅੰਦਰ ਕਾਉਣ ਦੀ ਕੋਸ਼ਿਸ਼ ਕੀਤੀ ਆ। ਰਾਤ ਮੇਰਾ ਪੁਲਿਸ ਆਉਂਦੀ ਰਹੀ ਪਰ ਮੇਰਾ ਕਾਬੂ ਨਹੀਂ ਉਹਨਾਂ ਦਾ ਆਇਆ।
ਇਹੋ ਜਿਹੇ ਧੱਕੇਸ਼ਾਹੀਆਂ ਕਰਦੇ ਰਹੇ ਆ। ਹੁਣ ਸਾਡੀ ਕਾਲੀ ਦੇ ਲਾਉਗੀ ਤਾਂ ਅਸੀਂ ਉਹਨਾਂ ਦੀ ਕੀਸੀਆਂ ਕਰਾਵਾਂਗੇ। ਇਹਨਾਂ ਕੋਲ ਸਿਰਫ ਇਹੋ ਜੇ ਵੀ ਉਹ ਆਏ ਤੇ ਇਹਨਾਂ ਦੇ ਪਰਚੇ ਕਰਾਤੇ, ਉਹ ਗਏ ਤੇ ਉਹਨਾਂ ਨੇ ਬਸ ਇਹਨਾਂ ਕੋਲ ਇਹੋ ਕੋਸ਼ਿਸ਼ ਜੇ। ਆਮ ਪਬਲਿਕ ਸਮਝ ਚੁੱਕੀ ਆ ਕਿ ਇਹਨਾਂ ਕੋਲ ਕੋਈ ਵਿਕਾਸ ਦਾ ਕੋਈ ਹੱਲ ਨਹੀਂ ਆ। ਸਿਰਫ ਇਹਨਾਂ ਕੋਲ ਮੁੱਦਿਆਂ ਦਾ ਪੁੱਛੋ ਕਿ ਸਰ ਅਸਲ ਬੇਨਤੀ ਆ, ਇਹ ਆਪਾਂ ਪਿੰਡ ਦੇ ਵਿੱਚ ਬੈਠੇ ਆ ਸਾਰੇ ਭਰਾਵਾਂ, ਸਾਰਿਆਂ ਨੇ ਇੱਥੇ ਰਹਿਣਾ। ਇਹ ਜਿਹੜੇ ਮਾਨਯੋਗ ਇਹ ਮੇਰੇ ਵੀਰ ਜਿਹੜੇ ਜੋ ਵੀ ਮਤਲਬ ਲੀਡਰ ਸਾਹਿਬ ਆਏ ਆ ਨਾ, ਇਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਵੀ ਤੁਸੀਂ ਥੋੜਾ ਜਿਹਾ ਨਾ ਆਪਣੇ ਕੰਟਰੋਲ ਮੁਤਾਬਕ ਰਹੀਏ। ਕਿਉਂ ਆਪਾਂ ਇਹ ਸਾਰੇ ਇੱਥੇ ਕੋਈ ਇੱਥੇ ਕਿਸੇ ਦੀ ਦੁਸ਼ਮਣੀ ਨਹੀਂ ਇਹ ਨਹੀਂ ਸਾਡੇ ਮੂਦਲਾ ਵਾਲਿਆਂ ਦਾ ਜਵਾਬ ਲਾਉਣਾ, ਮੂਦਲਾ ਵਾਲਿਆਂ ਦਾ ਉਹ ਤਾਂ ਵੀ ਸਾਰੇ ਬੰਦੇ ਕਿੱਥੋਂ ਆਏ ਜਾਣਦਾ ਕੋਈ ਨਹੀਂ ਇਹਨਾਂ ਨੂੰ ਕੋਈ ਵੀ। ਸਾਡੇ ਮੂਦਲਾ ਦਾ ਇੱਕ ਮਿੰਟ, ਮੈਂ ਸਾਬਕਾ ਸਰਪੰਚ ਆ ਸੇਵਾ ਸਿੰਘ ਮੂਦਲ ਤੋਂ, ਸ਼੍ਰੋਮਣੀ ਅਕਾਲੀ ਦਲ ਬਾਦਲ। ਇਹ ਜਵਾਬ ਜੋ ਇਹ ਬੋਲੀ ਜਾਂਦੇ ਮੇਰੇ ਵੀਰ, ਇਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਇੱਥੇ ਕਦੀ ਵੇਖੇ ਕਦੀ ਵੜਿਆ ਜਦੋਂ ਤੁਹਾਡੀ ਸ਼ਕਲ ਨਹੀਂ ਵੇਖੀ ਕਦੀ ਇਹਨਾਂ ਨੂੰ ਡਿਬੇਟ ਪੂਰਬੀ ਹਲਕੇ ਦੀ ਹੈ ਵੀਰ ਜੀ। ਇਹ ਪਿੰਡ ਮੂਦਲ ਆ, ਇਹਦੇ ਵਿੱਚ ਜਿਹੜੇ ਕਾਲੀਏ ਤੇ ਕਾਂਗਰਸੀਏ ਇਹਨਾਂ ਦੀਆਂ ਐ ਕਰਕੇ ਕੁੰਡੀਆਂ ਵਾ, ਠੀਕ ਹੈ ਜੀ। ਇਹ ਦੋਵੇਂ ਧਿਰਾਂ ਨਸ਼ਾ ਜਿਹੜਾ ਸਾਡੇ ਪਿੰਡ ਦੇ ਵਿੱਚ ਹੈ ਟੋਪ ਦਾ ਪਕਾਉਣ ਡਿਆ ਆ, ਨਸ਼ਾ ਘਰ ਘਰ ਵੀ ਵਿਕਣ ਡਿਆ ਸਮਝ ਲਓ। ਤੇ ਘੱਟੋ ਘੱਟ ਸਾਡੇ ਪਿੰਡ ਦੇ 9 ਜਵਾਨ ਜਿਹੜੇ 9 ਬੱਚੇ ਮਰੇ ਆ, ਜਵਾਨ ਚੜ੍ਹਦੀ ਮਾਲੀ ਮਰੇ ਆ। ਹਾਂਜੀ ਕਾਂਗਰਸੀਆਂ ਕੋ ਹਰ ਰਾਤ ਨੂੰ ਇਹਦੀ ਦੁਕਾਨ ਤੇ ਸਾਰੇ ਮੀਟਿੰਗਾਂ ਕਰਦੇ ਜੇ ਬੰਦੇ, ਕਾਲੀ ਵੀ ਕਾਂਗਰਸੀ ਇਹ ਵੀ ਉੱਥੇ ਬੈਠਾ ਹੁੰਦਾ। ਪੁੱਛੋ ਠੀਕ ਹੈ ਜੀ। ਉਹ ਚੀਜ਼ ਹੋ ਰਿਹਾ, ਉਹ ਚੀਜ਼ ਹੋ ਰਿਹਾ, ਉਹਦਾ ਨਹੀਂ ਕੋਈ ਮਸਲਾ ਹੈਗਾ, ਉਹ ਨਹੀਂ ਗੱਲ ਹੈਗੀ। ਸਰ ਜੀ ਮੇਰਾ ਵੀਰ ਜੀ ਕਹਿੰਦਾ ਜੀ ਨੌਜਵਾਨ ਮਰੇ ਨੇ, ਇੰਨਾ ਚਿਰ ਹੋ ਗਿਆ। ਵੇਖੋ ਇਹਨਾਂ ਨੂੰ ਪੁੱਛੋ, ਇਹਨਾਂ ਨੇ ਆਵਾਜ਼ ਉਠਾਈ ਉਦੋਂ ਦੀ, ਇਹ ਵੀ ਸੁੱਤੇ ਪਏ ਨਾ ਉਦੋਂ ਦੇ। ਇਹਨਾਂ ਨੂੰ ਚਾਹੀਦੇ 4.5 ਸਾਲ ਹੋ ਗਏ ਸੁੱਤੇ ਨੂੰ। ਹੁਣ ਆਮ ਆਦਮੀ ਪਾਰਟੀ ਦਾ ਕੁਝ ਹਾਂ ਹੁਣ ਯਾਦ ਆਇਆ ਜੀ ਇਹਨਾਂ ਦੀ, ਨਸ਼ਾ ਵਿਕ ਰਿਹਾ ਜੀ, ਉਹ ਵਿਕ ਰਿਹਾ ਜੀ। ਵਰਪਾਲ ਜੀ ਅਲਟੀਮੇਟ ਇਸ ਸਾਰੇ ਤੋਂ ਇਹ ਨਤੀਜਾ ਨਿਕਲਦਾ ਵਾ ਕਿ ਕਾਂਗਰਸ ਤੇ ਅਕਾਲੀਆਂ ਦੀ ਸਰਕਾਰ ਨੇ ਹੁਣ ਤੱਕ ਕੁਝ ਨਹੀਂ ਕੀਤਾ, ਠੀਕ ਹੈ। ਤੀਸਰੀ ਗੱਲ ਆਉਂਦੀ ਆ ਬਦਲ ਦੀ ਕਿ ਜਿਹੜੇ ਆਮ ਆਦਮੀ ਪਾਰਟੀ ਵਾਲੇ ਉਹਨਾਂ ਦੇ ਵੀ ਦੋਗਲੇ ਚਿਹਰੇ ਸਾਹਮਣੇ ਆਉਣ ਲੱਗ ਪਏ ਆ ਵੀ ਕਹਿਣਾ ਇੱਕ ਆ ਤੇ ਖਰਚਾ ਜਿਹੜਾ ਵਾ ਉਹ ਲੱਖ ਕਰਨਾ ਹੈ ਨਾ, ਤੇ ਉਹੀ ਲੱਖ ਖਰਚਾ ਜਿਹੜਾ ਵਾ ਉਹ ਲੋਕਾਂ ਦੇ ਵਿੱਚ ਮੀਡੀਆ ਦੇ ਵਿੱਚ ਪਹੁੰਚਾ ਦੇਣਾ। ਮੈਂ ਇੱਕ ਅਪੀਲ ਕਰਨਾ ਚਾਹੁੰਦੀ ਆ ਕਿ ਈਸਟ ਤੋਂ ਸਾਡੇ ਜਿਹੜੇ ਕੈਂਡੀਡੇਟ ਨੇ ਤਾਮਿਲਨਾਡੂ ਤੋਂ ਆਈਐਸ ਜਿਹੜੇ ਆ 1885 ਦੇ ਪਾਸ ਨੇ, ਔਰ ਉਹ ਹੁਣ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਤੋਂ ਮਤਲਬ ਕਰਕੇ ਆਪਣਾ ਰਿਜ਼ਾਈਨ ਦੇ ਕੇ ਉਹ ਈਸਟ ਦੇ ਵਿੱਚ ਕੈਂਡੀਡੇਟ ਆਏ ਨੇ। ਔਰ ਬਕਾਇਦਾ ਤੌਰ ਤੇ ਇਸ ਕਰਕੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਸੈਂਟਰ ਦੀ ਧਿਰ ਦੇ ਨਾਲ ਅਗਰ ਅਸੀਂ ਵਿਰੋਧ ਦੀ ਭਾਸ਼ਾ ਛੱਡ ਕੇ ਸਾਰਾ ਕੁਝ ਅਸੀਂ ਸੈਂਟਰ ਦੀ ਧਿਰ ਦੇ ਨਾਲ ਅਗਰ ਬੀਜੇਪੀ ਦੇ ਨਾਲ ਜੁੜ ਕੇ ਅਸੀਂ ਜਗਮੋਹਨ ਸਿੰਘ ਰਾਜੂ ਹੋਰਾਂ ਨੂੰ ਅਗਰ ਜਿਤਾਉਂਦੇ ਆ ਤਾਂ ਹਲਕੇ ਦਾ ਵਿਕਾਸ ਜਿਹੜਾ ਆ ਜਿਹੜੀ ਰੋਜ਼ ਦੀ ਪ੍ਰੋਬਲਮ ਆ ਨਾ ਕਿ ਉਹਨੇ ਨਸ਼ਾ ਵਿਕਾਤਾ, ਉਹਨੇ ਪੁੱਤ ਮਰਵਾਤੇ, ਉਹਨੇ ਇੰਜ ਕਰਤਾ, ਉਹਨੇ ਇੰਜ ਕਰਤਾ, ਘੱਟੋ ਘੱਟ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਸੈਂਟਰ ਤੱਕ ਸਿੱਧੀਆਂ ਪਹੁੰਚਣਗੀਆਂ ਤੇ ਸੈਂਟਰ ਤੋਂ ਸਿੱਧਾ ਫੰਡ ਜਿਹੜਾ ਵਾ ਤੁਹਾਡੇ ਲੋਕਾਂ ਦੇ ਵਿੱਚ ਆਊਗਾ ਤੇ ਤੁਹਾਡੇ ਹਲਕੇ 'ਚ ਲੱਗੂਗਾ। ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਆ, ਕਹਿੰਦੇ ਸਰਕਾਰ ਆਊਗੀ, ਜਿਹੜੀ ਹੁਣ ਵੀ ਸਰਕਾਰ ਬੀਜੇਪੀ ਦੀ, ਉਹ ਨਸ਼ਾ ਕਿਉਂ ਨਹੀਂ ਖਤਮ ਹੋ ਰਿਹਾ ਇਹਨਾਂ ਕੋ? ਹੁਣ ਵੀ ਸਰਕਾਰ ਬੀਜੇਪੀ ਦੀ ਆ ਉੱਪਰ। ਮੈਂ ਇੱਕ ਮਿੰਟ ਗੱਲ ਕਰਨੀ ਚਾਹੁੰਦਾ। ਮੇਰੀ ਗੱਲ ਸੁਣੋ ਮਕਾਮਦਰ ਸਾਹਿਬ, ਆਮ ਪਾਰਟੀ ਦੀ ਮੈਂ ਗੱਲ ਕਰਨੀ ਚਾਹੁੰਦਾ। ਵੇਖੋ ਇਹ ਅੱਜ ਨਸ਼ਿਆਂ ਦੀ ਗੱਲ ਕਰਦੇ ਆ, ਇਹਨਾਂ ਨੂੰ ਪੁੱਛੋ ਕੇਜਰੀਵਾਲ ਸਾਹਿਬ ਨੇ ਮਜੀਠੀਆ ਕੋ ਮਾਫੀ ਮੰਗੀ ਕਿ ਨਹੀਂ ਗਈ, ਗੋਡੇ ਟੇਕੇ ਕਿ ਨਹੀਂ ਗਏ, ਤੇ ਉੱਥੇ ਭਗਵੰਤ ਮਾਨ ਨੇ ਅਸਤੀਫਾ ਦਿੱਤਾ, ਸਾਰਾ ਅਸਤੀਫਾ। ਅੱਜ ਕਿਹੜੇ ਮੈਨੂੰ ਨਸ਼ੇ ਦੀ ਗੱਲ ਕਰਦੇ ਆ? ਇੱਕ ਮਿੰਟ, ਪਹਿਲੀ ਗੱਲ ਤੇ ਜਿਹੜਾ ਬੀਜੇਪੀ ਵੱਲੋਂ ਡਾਕਟਰ ਰਾਜੂ ਨੂੰ ਟਿਕਟ ਮਿਲੀ ਆ ਨਾ, ਉਹ ਨਾ ਆਮ ਪਾਰਟੀ ਨੂੰ ਜਿਤਾਉਣ ਦਾ ਕਰਕੇ ਦਿੱਤੀ ਆ ਵੀ ਉਹਦੀ ਵੋਟਿੰਗ ਵੱਧ ਜੇ, ਕਿਉਂਕਿ ਰਜੇਸ਼ ਨਹੀਂ ਵਿਚਾਰਾ ਇੰਨੇ ਚਿਰ ਦਾ ਮਿਹਨਤ ਕਰਨ ਡਿਆ, ਉਹਨੂੰ ਤੇ ਪੁੱਛਿਆ ਨਹੀਂ ਗਏ ਨੇ। ਜਿਹੜਾ ਇੰਨੇ ਚਿਰ ਦਾ ਡਿਆ ਹੈ ਵੀ ਉਹਨੂੰ ਜਾਂ ਤੇ ਉਹਨੂੰ ਟਿਕਟ ਦਿੰਦੇ, ਪਤਾ ਵੀ ਇਹਦਾ ਨੁਕਸਾਨ ਹੋ ਜਾਣਾ, ਵੋਟ ਉਧਰ ਵੱਧ ਜਾਣਗੇ। ਉਹਨਾਂ ਦੇਖੋ ਜੀ ਮੈਡਮ ਨੇ ਹੱਥ ਤੇ ਨਾਂ ਲਿਖ ਕੇ ਲਿਆਈ ਕੈਂਡੀਡੇਟ ਦਾ, ਉਹਨੂੰ ਇਹ ਨਹੀਂ ਪਤਾ ਕੌਣ ਹੈ ਕੈਂਡੀਡੇਟ, ਉਹ ਹੱਥ ਤੇ ਲਿਖ ਕੇ ਲਿਆਈ ਆ। ਇੱਕ ਦੋ ਸਵਾਲ ਲਵਾਂਗੇ ਆਪਾਂ। ਇੱਕ ਤੇ ਸਵਾਲ ਉਹਨਾਂ ਨੇ ਕੀਤਾ ਜੀ ਕਿ ਮਜੀਠੀਆ ਦੇ ਕੋਲੋਂ ਮਾਫੀ ਮੰਗੀ ਕੇਜਰੀਵਾਲ ਸਾਹਿਬ ਨੇ, ਭਗਵੰਤ ਮਾਨ ਨੇ ਅਸਤੀਫਾ ਦਿੱਤਾ ਸੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਠੀਕ ਹੈ ਜੀ, ਉਹ ਤੇ ਮੰਨਦੇ ਆ, ਠੀਕ ਹੈ। ਹੁਣ ਇਹਨਾਂ ਦੇ ਦੇਖੋ ਜੀ ਭਾਜੀ ਛੱਡੋ ਜੀ, ਹੁਣ ਕੇਜਰੀਵਾਲ ਸਾਹਿਬ ਨੇ ਸਾਡੀ ਸੋਚ ਜਿਹੜੀ ਇਹ ਕਹਿੰਦੀ ਆ ਕਿ ਜੇ ਬੰਦੇ ਕੋਲੋਂ ਗਲਤੀ ਹੋ ਗਈ ਆ ਉਹਦੀ ਮਾਫੀ ਮੰਗਣਾ ਕੋਈ ਗੁਨਾਹ ਨਹੀਂ ਆ, ਠੀਕ ਹੈ। ਅਸੀਂ ਪੰਜਾਬ ਦੇ ਲੀਡਰਾਂ ਨੂੰ ਪੁੱਛ ਲਓ ਕਿ ਇਹਨਾਂ ਨੇ ਇਹਨਾਂ ਦੇ ਮਜੀਠੀਆ ਸਾਹਿਬ 15 ਦਿਨ ਭਗੌੜੇ ਰਹੇ ਜੇ ਚੋਰ ਨਹੀਂ ਤੇ ਭਗੌੜੇ ਕਿਉਂ ਰਹੇ?
ਇਹਨਾਂ ਨੂੰ ਪੁੱਛੋ ਜੇ ਮਜੀਠੀਆ ਸਾਹਿਬ ਮੁਜਰਮ ਨਹੀਂ ਤੇ ਭਗੌੜੇ ਕਿਉਂ ਰਹੇ 15 ਦਿਨ ਮਾਫੀ ਕਿਉਂ ਮੰਗੀ ਆ? ਉਦੋਂ ਤੋਂ ਮਾਫੀ ਮੰਗੀ, ਅੱਜ ਤੁਸੀਂ ਇਲਜ਼ਾਮ ਲਾਉਣੇ ਨੇ। ਉਹਨਾਂ ਨੂੰ ਫੜ ਕੇ ਅੰਦਰ ਕਿਉਂ ਨਹੀਂ ਕਰ ਦਿੱਤਾ ਜਾਂਦਾ? ਇਹਨਾਂ ਨੂੰ ਪੁੱਛੋ ਸਾਡੀ ਸਰਕਾਰ ਇੱਕ ਮਿੰਟ, ਇੱਥੇ ਕਿਸੇ ਤੇ ਛੋਟਾ ਜਿਹਾ ਪਰਚਾ ਹੋ ਜੇ ਨਾ ਤੇ ਉਹਨੂੰ ਪਤਾਲ ਚੋਂ ਕੱਢ ਲਿਆਉਂਦੇ। ਇਹਨਾਂ ਨੇ ਕਾਂਗਰਸ ਨੇ ਰਲ ਮਿਲ ਕੇ ਮਜੀਠੀਆ ਨੂੰ ਕਿਉਂ ਨਹੀਂ ਕੱਢਿਆ? ਇਹਨਾਂ ਨੇ ਪੁੱਛੋ ਤੁਹਾਡੇ ਐਮਐਲਏ ਕੋਈ ਉੱਥੇ ਬੋਲਿਆ, ਵਿਧਾਨ ਸਭਾ 'ਚ ਬੋਲਿਆ ਵਾ ਵੀ ਅਸੀਂ ਪੰਜਾਬ ਨੂੰ ਨਸ਼ਾ ਬੰਦ ਕਰਾਂਗੇ। ਇੱਥੇ ਗੱਲਾਂ ਕਰਦੇ 5 ਸਾਲ ਉੱਥੇ ਬੋਲਿਆ ਕੋਈ ਨਹੀਂ ਵਿਧਾਨ ਸਭਾ 'ਚ, ਉਹਦੇ ਚਾਬੀ ਘਰ ਨੂੰ ਆ ਜਾਂਦੇ ਰਹੇ। ਕੌਣ ਜੀ? ਵੀਰ ਮੈਂ ਦੱਸਾਂ ਗੱਲ ਜਿਹੜੀ ਉਹ ਆਪਣਾ ਦਾਲ ਦੇ ਵਿੱਚ ਹੀ ਚੱਲਣ ਦਾ ਕੰਮ। ਅੱਜ ਵੀ ਮਜੀਠੀਆ ਸਾਹਿਬ ਜਿਹੜੇ ਆ ਉਹ ਤੇਰੇ ਆਪਾਂ ਭੁਗਤਣ ਦਾ ਆਪਾਂ ਅੱਜ ਫਿਰ ਗਏ ਆ। ਅੱਜ ਸਭ ਦੁੱਧ ਪਾਣੀ ਦਾ ਪਾਣੀ ਹੋਣਾ ਕਹਿਣ ਦੀ ਗੱਲ ਕਰਨੀ ਸਿੱਧੂ ਵੱਲੋਂ। ਜੀ ਆਖਰੀ ਸਵਾਲ ਹੈ ਜੀ, ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜਾ ਕਹਿ ਰਹੇ ਕਿ ਮਜੀਠੀਏ ਦੇ ਪਰਚਾ ਹੋਇਆ ਜੀ, ਨਸ਼ਾ ਪਕਾਇਆ ਜੀ? ਮਜੀਠੀਏ ਦੇ ਪਰਚਾ ਜਿਹੜਾ ਵਾ ਇਹ ਸਿਆਸਤ ਹੋਇਆ ਵਾ, ਇਹ ਬਿਲਕੁਲ ਜਿਹੜਾ ਵਾ ਮਾੜੀ ਹੋਇਆ ਵਾ। ਕੋਈ ਸਬੂਤ ਨਹੀਂ, ਐਫਆਈਆਰ 'ਚ ਕੋਈ ਗੱਲਬਾਤ ਨਹੀਂ ਹੋਈ। ਅੱਗੇ ਇਹ ਜਿਹੜਾ ਪਰਚਾ ਗੱਲ ਕਰਨ ਰਿਹਾ ਇਹ 2014 ਦੀ ਗੱਲ ਆ। 2014 ਦੀ ਗੱਲ ਬਿਲਕੁਲ ਸਿਆਸਤ ਖੇਡੀ ਗਈ ਆ। ਇਹ ਨਿੱਜੀ ਵੈਰ ਲਿਆ ਵਾ, ਕੋਈ ਗੱਲ ਨਹੀਂ। ਸਾਡੀ ਕੱਲ ਜਮਾਨਤ ਹੋਈ ਨਹੀਂ, ਬਾਹਰ ਆ ਸਿੱਧੂ ਨੇ ਵੇਖੋ ਜੀ ਪਿੰਡ ਦੇ ਵਿੱਚ 2 ਧੜੇ ਬਣਾਤੇ ਆ। ਪੈਸੇ ਤੇ ਪੰਚਾਇਤ ਨੂੰ ਮਿਲਦੇ ਅੱਜ ਤੱਕ ਕਿ ਬਾਹਰੋਂ ਦਿੱਤੇ ਜਾਂਦੇ ਆ। ਇਹਨੇ ਦੂਜੇ ਧੜੇ ਨੂੰ ਵੱਖਰੇ ਪੈਸੇ ਦੇ ਕੇ ਤੇ ਵੱਖਰਾ ਧੜਾ ਕਰਦਾ। ਵੇਖੋ ਜੀ ਪਿੰਡ ਦੇ ਵਿੱਚ ਲੜਾਈਆਂ ਪਾਈਆਂ। ਉਹ ਇੱਟਾਂ ਚੋਰੀ ਵੇਚਣ ਦੇ ਸੀ, ਉਹ ਟਰਾਲੀ ਲੱਥੀ ਪਈ ਜੇ ਇੱਟਾਂ ਚੋਰੀ ਵੇਚਣ ਦੇ ਸੀ ਦਸਦੂ ਦੇ। ਪੰਚਾਇਤ ਚੁਣੀ ਆ, ਡੈਮੋਕ੍ਰੇਸੀ ਆ ਸਾਡੇ ਇੱਥੇ, ਠੀਕ ਆ। ਪੂਰੀ ਇੱਕ ਪੰਚਾਇਤ ਚੁਣੀ ਗਈ, ਬਹੁਤ ਮਤਲਬ ਦੇ ਪੰਚਾਇਤ ਆ, ਉਹਨੂੰ ਦਰਕਨਾਰ ਕਰਕੇ ਇੱਕ ਦੂਜੇ ਧੜੇ ਨੂੰ ਇੱਥੇ ਸਿੱਧੂ ਸਾਹਿਬ ਵੱਲੋਂ ਉਹਨੂੰ ਜਿਹੜੀਆਂ ਗ੍ਰਾਂਟਾਂ ਵਰਤਣਾ ਦਿੱਤੀਆਂ ਜਾ ਰਹੀਆਂ। ਇਹ ਕਿੱਥੋਂ ਦੀ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਆ ਤੇ ਕਿਹੜਾ ਮਾਡਲ ਲੈ ਕੇ ਆਉਣ ਦੇ ਜਿਹੜੇ ਪੰਜਾਬ ਮਾਡਲ ਦੀ ਗੱਲ ਕਰਦਾ? ਕਿਉਂਕਿ ਪਿੰਡ ਦੀ ਪੰਚਾਇਤ ਨੂੰ ਮਜ਼ਬੂਤ ਕਰਨਾ ਰਾਜੀਵ ਗਾਂਧੀ ਦਾ ਵੇਖੋ ਸੁਪਨਾ ਸੀ ਕਿਤੇ ਨਾ ਕਿਤੇ ਵੀ ਪਿੰਡ ਦੀ ਪੰਚਾਇਤ ਮਜ਼ਬੂਤ ਕਰਨੀ ਆ। ਬੇਨਤੀ ਕਰਦੇ ਆ ਕਿ ਸੱਤਾ ਦੇ ਵਿੱਚ ਪੰਚਾਇਤ ਵੱਧ ਤੋਂ ਵੱਧ ਵੋਟਾਂ ਲੈ ਕੇ ਜਿੱਤ ਕੇ ਮਤਲਬ ਪੰਚਾਇਤ ਬਣੀਆਂ। ਸਿੱਧੂ ਸਾਹਿਬ ਅੱਜ ਤੱਕ ਸਾਡੇ ਇਸ ਬਣੀ ਹੋਈ ਪੰਚਾਇਤ ਨੂੰ ਸਰਪੰਚ ਨਹੀਂ ਮੰਨਦਾ। ਦੱਸੋ ਇੱਕ ਰੁਪਈਏ ਜਿਹੜੇ ਆ ਇਹ ਕਿਹੜੇ ਮੂੰਹ ਨਾਲ ਵੋਟਾਂ ਮੰਗਣਾ ਜਾਉਣ ਲੱਗਾ? ਇਹਨੂੰ ਆਪਣੇ ਆਪ ਦੇ ਵਿੱਚ ਕੁਝ ਨਾ ਕੁਝ ਸ਼ਰਮ ਆਉਣੀ ਚਾਹੀਦੀ ਆ ਵੋਟਾਂ ਮੰਗਣ ਲੱਗੇ ਨੂੰ। ਕਿ ਅੱਜ ਦੇਖੋ ਚੰਦ ਦਿਨ ਦਾ ਟਾਈਮ ਆ, ਇਹ ਲੱਗ ਜਾਏਗਾ ਪਤਾ ਇਹਨਾਂ ਦੀਆਂ ਜ਼ਮਾਨਤਾਂ ਦੋਵਾਂ ਤਰ੍ਹਾਂ ਦੀਆਂ, ਆਮ ਪਾਰਟੀ ਦੀਆਂ ਤੇ ਕਾਂਗਰਸ ਜ਼ਮਾਨਤ ਜ਼ਬਤ ਕਰਾਵਾਂਗੇ। ਸਾਡਾ ਮਾਝਾ ਦਾ ਜਰਨੈਲ ਬਿਕਰਮਜੀਤ ਜੀ ਮਜੀਠੀਆ ਜੀ ਚੰਦ ਚਾੜ ਦੇਣਗੇ। ਲੋਕ ਸਾਡੇ ਆ ਬਾਪੂ ਜੀ ਤੁਸੀਂ ਵੀ ਸਾਰਾ ਕੁਝ ਸੁਣਿਆ ਇੱਥੇ ਜਿਹੜੀਆਂ ਵਿਰੋਧੀ ਧਿਰਾਂ ਨੇ ਜਾਂ ਇੱਕ ਦੂਜੇ ਦੇ ਖਿਲਾਫ ਗੱਲਬਾਤ ਕੀਤੀ, ਤੁਸੀਂ ਕੀ ਕਹਿਣਾ? ਅਸੀਂ ਨਹੀਂ ਕੁਝ ਵੀ ਕਹਿਣਾ, ਅਸੀਂ ਕਹਿ ਚੁੱਕੇ ਹਾਂ। ਜੋ ਕਿਹੜਾ ਬੀਬੀ ਨੂੰ ਮੈਂ ਦੱਸ ਦਿੱਤਾ, ਹਾਂਜੀ ਭੈਣ ਜੀ ਨੂੰ ਮੈਂ ਦੱਸ ਦਿੱਤਾ। ਸਾਨੂੰ ਵੇਖ ਲਓ ਵੀ ਜਿਹੜੀ ਸਾਨੂੰ ਕਣਕ ਮਿਲਦੀ ਸੀ ਗਰੀਬਾਂ ਨੂੰ, ਸਾਨੂੰ ਅੱਜ 1.5 ਸਾਲ ਤੋਂ ਹੋ ਗਿਆ ਕਣਕ ਨਹੀਂ ਮਿਲਦੀ। 5-5 ਹਜ਼ਾਰ ਕੋਠਿਆਂ ਦੇ ਇਹਨਾਂ ਨੇ ਫਾਰਮ ਭਰੇ। ਸਾਡਾ ਮੌਕਾ ਜਾ ਕੇ ਵੇਖ ਲੈ ਕਿ ਅਸੀਂ ਚਾਦਰਾਂ ਪਾ ਕੇ ਥੱਲੇ ਮੰਜੇ ਡਾ ਕੇ ਬੈਠੇ। ਜੇ ਨਾ ਹੋਵੇ ਤੇ ਜੋ ਮਰਜ਼ੀ ਕਰ। ਹੋਰ ਵੋਟ ਜਿਹੜੇ ਆ ਵੋਟ ਤੇ ਦੇਣੇ ਹੀ ਦੇਣੇ ਆ। ਕਹਿੰਦੇ ਜੀ ਕੰਮ ਨਹੀਂ ਕਰਾਏ ਜੀ ਤੁਸੀਂ? ਕਿਹੜੇ ਕੰਮ ਨਹੀਂ ਕਰਾਏ? ਉਹ ਕਹਿੰਦੇ ਜੀ ਕਣਕ ਤਾਲੀ ਬੰਦ ਕਰਤੀ ਜੀ, ਉਹਨਾਂ ਦੇ ਉਹ ਕੋਠੇ ਵੀ ਕੱਚੇ ਨੇ ਜੀ। ਕਣਕ ਜਦੋਂ ਆਨਲਾਈਨ ਹੋਏ ਨਾ ਰਿਕਾਰਡ ਉਹਦਾ ਉਦੋਂ ਮਿਸ ਹੋ ਗਏ ਆ। ਉਹਦੇ ਵਾਸਤੇ ਹੁਣ ਜਿਹੜਾ ਫਾਰਮ ਸਾਰਾ ਚੱਲ ਗਿਆ ਵਾ। ਸਿਰਫ ਕੋਡ ਆਫ ਕੰਡਕਟ ਕਰਕੇ ਕੰਮ ਉੱਥੇ ਪ੍ਰੂਵ ਨਹੀਂ ਹੋਏ, ਫਾਰਮ ਚੜ ਗਿਆ। ਜਿਹੜੀ ਇਲੈਕਸ਼ਨ ਤੋਂ ਬਾਅਦ ਸਾਰੀ ਕਣਕ ਮਿਲ ਜੂਗੀ। ਜਿਹੜਾ ਮੈਂ ਵਿਕਾਸ ਦੀ ਕਰੀ ਕਹਿੰਦੇ ਆਹ ਵੇਖੋ ਸਾਹਮਣੇ ਵੇ ਇੱਥੇ ਗੋਡੇ ਗਾਂਦੇ ਸਾਹਮਣੇ ਵੇਖ ਲਓ ਤੇ ਸਿਰਫ ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਪਾਰਟੀਆਂ ਦਾ। ਇਹ ਆਪ ਵਾਲੇ ਜੀ ਕਹਿੰਦੇ ਜੀ ਭਗਵੰਤ ਮਾਨ ਮੁੱਖ ਮੰਤਰੀ ਬਣਨਾ ਚਾਹੀਦਾ। ਵੇਖੋ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਡੇ ਗੁਰੂ, ਉਹਨਾਂ ਦੇ ਆਪਣੇ ਭਗਵੰਤ ਮਾਨ ਜੀ ਨੇ ਝੂਠੇ ਆਪਣੇ ਹਾਰ ਲਾ ਕੇ ਬਾਬਾ ਸਾਹਿਬ ਦੀ, ਪਰ ਉਹ ਸ਼ਰਾਬੀ ਬੰਦਾ ਸ਼ਰਾਬ ਪੀ ਕੇ ਇਹ ਅੰਨਾ ਬੁੱਧੀ ਹੋ ਕੇ ਵੇਖੋ ਬਾਬਾ ਸਾਹਿਬ ਜੀ ਨੇ ਸਰੋਪਾ ਪਾਤਾ। ਇਹ ਵੇਖੋ ਕਿੱਡੀ ਵੱਡੀ ਮਾੜੀ ਗੱਲ ਪਵਿੱਤਰ ਹਾਲ ਹੈ। ਇਹ ਬਾਬਾ ਸਾਹਿਬ ਨੇ ਆਪਣਾ ਗੁਰੂ ਮੰਨਦੇ ਜੀ। ਉਹ ਲਾਸਟ ਸਵਾਲ ਹੈ ਜੀ, ਇਹਦਾ ਜਵਾਬ ਜਿਹੜਾ ਲਾਸਟ ਜਿਹੜਾ ਦਿਓ ਉਹਨਾਂ ਦਾ ਜੀ, ਕਿਉਂ ਕੀਤਾ ਇਦਾਂ? ਦੇਖੋ ਜੀ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਕਿਹਾ ਵਾ ਸਾਰਾ ਕੁਝ ਠੀਕ ਹੈ। ਬਾਕੀ ਇਹ ਸ਼ਰਾਬ ਦੀ ਗੱਲ ਕਰਦੇ, ਇਹਨਾਂ ਨੂੰ ਕਹੋ ਤੁਹਾਡੇ ਅੱਧੇ ਰਿਸ਼ਤੇਦਾਰ ਸ਼ਰਾਬ ਪੀਂਦੇ ਹੋਣੇ, ਛੱਡਿਆ ਇਹਨਾਂ ਨੇ ਉਹਨਾਂ ਨੂੰ, ਬਾਕੀ ਇਹ ਵੀ ਕਰ ਲੈਣ। ਬਾਕੀ ਦੂਜੀ ਗੱਲ ਆ ਭਾਜੀ, ਲੋਕ ਇਸ ਵਾਰ ਬਹੁਤ ਸਮਝਦਾਰ ਆ। 10 ਸਾਲ ਉਹਨਾਂ ਨੇ ਅਕਾਲੀਆਂ ਦਾ ਰਾਜ ਵੇਖਿਆ, ਐਤਕੀ 5 ਸਾਲ ਕਾਂਗਰਸ ਦਾ, ਠੀਕ ਹੈ। ਇਹ ਦੋ ਹਾਥੀ ਆਪਸ 'ਚ ਭਿੜ ਰਹੇ ਨੇ। ਇਹਨਾਂ ਨੂੰ ਇਸ ਵਾਰ ਸਾਡੇ ਇਮਾਨਦਾਰ ਮੈਡਮ ਜਿਹੜੇ ਕਿ 10-15 ਸਾਲਾਂ ਤੋਂ ਗਰੀਬ ਦੱਸ ਦੇਗੀ ਇਹਨਾਂ ਕੋਲ ਪਰਚੇ ਦੀ ਗੱਲ ਕਰਦੇ, ਇਹਨਾਂ ਕੋਲ ਮੁੱਦਿਆਂ ਦੀ ਕੋਈ ਗੱਲ ਨਹੀਂ। ਇਹ ਆ ਜਾਂਦੇ ਨੇ ਸ਼ਰਾਬ ਦੇ, ਇਹ ਆ ਜਾਂਦੇ ਨੇ ਜਵਾਬ। ਇਹ ਕਹਿੰਦੇ ਮੈਡਮ ਦੇ ਪਰਚਾ ਆ ਭਗੌੜੇ ਨੇ। ਜੇ ਭਗੌੜੇ ਨੇ ਉਹ ਸ਼ਰੇਆਮ ਤੁਰੇ ਫਿਰਦੇ, ਤੁਹਾਡੇ ਮਜੀਠੀ ਵਾਂਗੂ ਲੁਕੇ ਥੋੜੀ ਆ। ਜਿਹੜੀ ਸਾਡੇ ਹਲਕੇ ਦੀ ਬੀਬੀ ਜੀਵਨਜੋਤ ਕੌਰ ਹੋਤੀ ਆਮ ਪਾਰਟੀ ਵੱਲੋਂ,
ਉਹ ਤੇਰੇ 75 ਲੱਖ ਦਾ ਹਾਈ ਕੋਰਟ ਦੇ ਵਿੱਚ ਉਹਦੇ ਬਰੰਟ ਨਿਕਲਿਆ ਪਰਚਾ ਆਇਆ ਵਾ ਸਾਨੂੰ ਆਹ ਦੇਣਾ ਇਹ ਤੁਹਾਡੇ ਆਸ ਸਾਨੂੰ ਕੀ ਇੱਕ ਮਿੰਟ ਵੇਖੋ ਜੀ ਅਸੀਂ ਤੇ ਇਹ ਗੱਲ ਕਹਿੰਦੇ ਆ ਕਿ ਮਤਲਬ ਆਪਸੀ ਜਿਹੜੀ ਨਾ ਮਤਲਬ ਚੋਣ ਜਿਹੜੀ ਗੱਲ ਉਹ ਨਹੀਂ ਹੋਣੀ ਚਾਹੀਦੀ। ਵੇਖੋ ਗੱਲ ਕਰੋ ਮੁੱਦੇ ਦੀ ਗੱਲ ਕੋਈ ਨਹੀਂ ਕਰ ਰਿਹਾ। ਇੱਕ ਦੂਜੇ ਦੇ ਐਲੀਗੇਸ਼ਨ ਭਗਵੰਤ ਮਾਨ ਸ਼ਰਾਬੀ ਆ, ਜੇ ਭਗਵੰਤ ਮਾਨ ਸ਼ਰਾਬੀ ਆ ਸੁਖਬੀਰ ਹੋਣੀ ਕਿਹੜੇ ਬਦਰੇ ਆ ਦੂਜੇ ਸਾਰੀ ਲੀਡਰਸ਼ਿਪ ਸਾਰੇ ਇਸ ਤਰ੍ਹਾਂ ਹੀ ਆ। ਇੱਕ ਮਿੰਟ ਗੱਲ ਇਹ ਆ ਗੱਲ ਕਰ ਲੈਂਦੋ ਐਸੀ ਭਾਈਚਾਰੇ ਵਾਲਮੀਕ ਸਮਾਜ ਨੂੰ ਭਗਵੰਤ ਮਾਨ ਨੇ ਇਹੋ ਜਿਹੀ ਤੁਹਮਤ ਲਾਤੀ ਆ, ਉਹ ਜਿਸ ਘਰ ਵੀ ਜਾਣਗੇ ਉਹਨੂੰ ਤੁਹਮਤਾਂ ਦੇ ਲਾਂਤਾਂ ਪੈਣਗੀਆਂ। ਇਹ ਤੁਹਾਡੀਆਂ ਨਿੱਜੀ ਗੱਲਾਂ ਵਾ। ਮੈਂ ਇਹ ਸਮਝਦਾ ਵਾਂ ਕਿ ਲੋਕਾਂ ਦੇ ਮੁੱਦੇ ਲੈ ਕੇ ਇਹਨਾਂ ਨੂੰ ਆਉਣਾ ਚਾਹੀਦਾ ਸੀ, ਜਦੋਂ ਕਿ ਲੋਕਾਂ ਦੇ ਮੁੱਦੇ ਤੇ ਪਾਰਟੀਆਂ ਲਿਆਉਂਦੀਆਂ ਕੋਈ ਨਹੀਂ। ਹੁਣ ਕੇਜਰੀਵਾਲ ਸਾਹਿਬ ਵੀ ਇੱਕ ਬੀਬੀ ਨੂੰ ਮੈਂ 1000 ਰੁਪਇਆ ਦਊਂ, ਸੁਖਬੀਰ ਸਾਹਿਬ ਹੋਣੀ ਪਤਾ ਨਹੀਂ ਕਿਹੜੇ ਸੁਰਤੀ ਵਿੱਚ ਕਹਿੰਦੇ ਮੈਂ 2000 ਦਊਂਗਾ। ਉਹ ਤੁਸੀਂ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਆਏ ਜੇ। ਮਤਲਬ ਪਹਿਲਾਂ ਇਹ ਵੇਖੋ ਸਾਨੂੰ ਰੁਜ਼ਗਾਰ ਦਿਓ, ਰੁਜ਼ਗਾਰ ਚਾਹੀਦਾ ਸਾਨੂੰ। ਸਾਨੂੰ ਆਹ ਚੀਜ਼ ਕਰਤੀ, ਭਿਖਾਰੀ ਬਣਾ ਕੇ ਰੱਖਤਾ ਸਾਡੇ ਲੋਕਾਂ ਨੂੰ ਇਹਨਾਂ ਪਾਰਟੀਆਂ ਨੇ। ਸਾਨੂੰ ਰੁਜ਼ਗਾਰ ਦਿਓ, ਸਾਨੂੰ ਕੰਮ ਚਾਹੀਦਾ ਵਾ, ਸਾਨੂੰ ਤੁਹਾਡੀ ਆਟਾ ਦਾਲ ਨਹੀਂ ਚਾਹੀਦੀ। ਸੋ ਬਹੁਤ ਧੰਨਵਾਦ ਸਾਰੀਆਂ ਪਾਰਟੀਆਂ ਦਾ। ਆਖਰੀ ਸਵਾਲ ਜਿਹੜਾ ਮੈਂ ਲੈ ਲਿਆ ਸੀ ਤੁਹਾਡੇ ਕੋਲੋਂ, ਤਾਂ ਬਹੁਤ ਤੁਹਾਡਾ ਧੰਨਵਾਦ। ਸਿਆਸੀ ਅਖਾੜੇ ਦੇ ਵਿੱਚ ਤੁਸੀਂ ਆਪਣੀਆਂ ਪਾਰਟੀਆਂ ਦਾ ਹਾਂ ਲਓ ਦੱਸੋ। ਮੇਰਾ ਮਤਲਬ ਵੇਖੋ ਇੱਥੇ ਸਭ ਤੋਂ ਪਹਿਲਾਂ ਡਿਸਪਲਿਨ ਰੱਖਣਾ ਜਿਹੜਾ ਜ਼ਰੂਰੀ ਆ। ਮੇਰਾ ਭੱਜ ਕੇ ਗਾੜੀ ਹੋਣਾ, ਫੋਟੋ ਲਵਾਉਣੀ ਉਹ ਗੱਲ ਨਹੀਂ ਹੈਗੀ। ਨਾ ਆਪਾਂ ਪਾਣੀ ਰਿੜਕਣਾ ਜਿਹਦੇ ਚੋਂ ਕੁਝ ਨਾ ਨਿਕਲੇ। ਅਸੀਂ ਦੇਖਣਾ ਜਿੰਨਾ ਇਨਸਾਨਾਂ ਨੇ ਜੋ ਵੀ ਕੁਝ ਕੀਤਾ, ਜੇ ਚੰਗਾ ਕੀਤਾ ਉਹਦਾ ਧੰਨਵਾਦੀ ਆ, ਜਿਹੜਾ ਗਲਤ ਕੀਤਾ ਉਹਦੇ ਅਸੀਂ ਖਿਲਾਫ ਆ। ਆਉਣ ਵਾਲਾ ਸਮਾਂ ਜਿਹੜਾ ਇਹ ਸਾਨੂੰ ਦੱਸਣ ਵੀ ਆਪਾਂ ਕੀ ਕਰਾਂਗੇ। ਸਭ ਤੋਂ ਜ਼ਰੂਰੀ ਸਾਡੇ 'ਚ ਭਰਾਤਰੀ ਭਾਵ ਹੋਵੇ। ਜਿਹੜੇ ਲੀਡਰ ਸਾਡੇ 'ਚ ਫੁੱਟ ਪਾਉਂਦੇ ਆ, ਸਾਨੂੰ ਗੁੰਮਰਾਹ ਕਰਦੇ ਆ, ਅਸੀਂ ਉਹਨਾਂ ਦੇ ਖਿਲਾਫ ਆ। ਅਸੀਂ ਪ੍ਰੇਮ ਸਾਰੇ ਮਜ਼ਦੂਰ ਆ, ਕੰਮਕਾਰ ਕਰਨ ਵਾਲੇ ਆ, ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਆ। ਜਿਹੜੇ ਵੱਡੇ ਝੋਟੇ ਵੱਡੇ ਖਿਡਾਰੀ ਸਾਨੂੰ ਨਚਾਉਂਦੇ ਆ, ਅਸੀਂ ਨਾ ਨੱਚੀਏ। ਬਾਕੀ ਰਹੀ ਗੱਲ ਇਹ ਲੀਡਰਾਂ ਨੂੰ ਭੁਲੇਖਾ ਆ। ਦੁਨੀਆ ਬਹੁਤ ਜਾਗਰੂਕ ਹੋ ਗਈ ਆ, ਜੋ ਮਰਜ਼ੀ ਡਾਂਸ ਕਰਨ, ਜੋ ਮਰਜ਼ੀ ਨਾਚ ਕਰਨ, ਪਰ ਲੋਕਾਂ ਨੇ ਆਪਣੇ ਮਨ 'ਚ ਬਣਾਇਆ ਹੋਇਆ ਕਿ ਕੀ ਕਰਨਾ। 5 ਸਾਲ ਥੋੜੇ ਨਹੀਂ ਹੁੰਦੇ, 5 ਸਾਲ ਬੜੇ ਹੁੰਦੇ ਆ, ਜਿਹਦੇ ਵਿੱਚ ਇਹ ਸਾਰੇ ਖਿਡਾਰੀ ਖੇਡਦਿਆਂ ਪਤਾ ਲੱਗ ਜਾਂਦਾ, ਇਹ ਸਾਰੇ ਖਿਡਾਰੀਆਂ ਨੂੰ ਨੱਚਦਿਆਂ ਪਤਾ ਲੱਗ ਜਾਂਦਾ, ਇਹ ਸਾਰੇ ਖਿਡਾਰੀਆਂ ਨੂੰ ਬੋਲਦਿਆਂ ਪਤਾ ਲੱਗ ਜਾਂਦਾ। ਅਸੀਂ ਸਾਰੇ 5 ਅਖਬਾਰਾਂ ਪੜ੍ਹਦੇ ਹਾਂ, 10 ਅਖਬਾਰਾਂ ਪੜ੍ਹਦੇ ਹਾਂ, ਰਸਾਲੇ ਪੜ੍ਹਦੇ ਹਾਂ, ਜੀਵਨ ਹੰਢਾਉਂਦੇ ਹਾਂ, ਇਹਨਾਂ ਦੇ ਵਿੱਚ ਰਹਿੰਦੇ ਹਾਂ। ਇਹ ਭੁੱਲੇ ਆ ਹਰ ਇੱਕ ਨੂੰ ਪਤਾ, ਪਰ ਸਾਨੂੰ ਸਭ ਤੋਂ ਜ਼ਰੂਰੀ ਪੱਤਰਕਾਰਾਂ ਦਾ ਸਾਥ ਦੇਣਾ ਚਾਹੀਦਾ, ਸਾਰਿਆਂ ਦੀ ਗੱਲ ਸੁਣਨੀ ਚਾਹੀਦੀ ਆ, ਡਿਸਪਲਿਨ ਰੱਖਣਾ ਚਾਹੀਦਾ। ਠੀਕ ਹੈ ਬਾਪੂ ਜੀ। ਸੋ ਇਹ ਨੇ ਪਿੰਡ ਮੂਦਲ ਦੇ ਵਿੱਚ ਅੱਜ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਨੇ, ਜਿਹੜੇ ਅੱਜ ਅਦਾਰਾ ਜੀਤ ਵੱਲੋਂ ਸਿਆਸੀ ਖੜਾ ਜੋ ਲਗਾਇਆ ਗਿਆ ਸੀ ਉਹਦੇ ਵਿੱਚ ਆਪਣੀ ਪਾਰਟੀ ਦਾ ਪੱਖ ਰੱਖਿਆ। ਪਿਛਲੇ ਸਾਲਾਂ ਦੇ ਵਿੱਚ ਕੀ ਕੁਝ ਖਾਸ ਰਿਹਾ, ਕੀ ਕੁਝ ਚੁਣੌਤੀਆਂ ਰਹੀਆਂ ਤੇ ਕੀ ਕੁਝ ਜਿਹੜੀਆਂ ਸੀ ਗਲਤੀਆਂ ਉਹਨਾਂ ਨੇ ਕੀਤੀਆਂ, ਤਾਂ ਉਹਨਾਂ ਗਲਤੀਆਂ ਦਾ ਖਮਿਆਜਾ ਜਿਹੜਾ ਸੀ ਇਸ ਵਾਰ ਸ਼ਾਇਦ ਭੁਗਤਣਾ ਵੀ ਪਵੇਗਾ, ਜਾਂ ਲੋਕ ਤੈਅ ਕਰਨਗੇ ਕਿ ਆਖਰ ਉਹਨਾਂ ਨੇ ਪਿਛਲੇ 5 ਸਾਲਾਂ ਦੇ ਵਿੱਚ ਕੀ ਕੁਝ ਪ੍ਰਭਾਵ ਜਿਹੜਾ ਸੀ ਉਹ ਪਾਰਟੀਆਂ ਦੇ ਕੋਲੋਂ ਲਿਆ ਤੇ ਕਿਸ ਨੂੰ ਉਹ ਵੋਟ ਦੇਣਗੇ। ਸੋ ਬਹੁਤ ਧੰਨਵਾਦ ਸਾਰੀਆਂ ਪਾਰਟੀਆਂ ਦਾ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਜਿਹੜੀ ਸ਼ਮੂਲੀਅਤ ਕੀਤੀ ਸੀ, ਆਪਣੇ ਵਿਚਾਰ ਰੱਖੇ, ਆਪਣੇ ਪਾਰਟੀਆਂ ਦੀ ਗੱਲਬਾਤ ਰੱਖੀ ਸੀ। ਸੋ ਹੋਰ ਵੀ ਸਿਆਸੀ ਅਖਾੜੇ ਦੇ ਵਿੱਚ ਲੋਕ ਕਚਹਿਰੀ ਲੈ ਕੇ ਅਸੀਂ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਹਰਿੰਦਰ ਸਿੰਘ ਦੇ ਨਾਲ ਸੁਰਿੰਦਰਪਾਲ ਸਿੰਘ ਵਰਪਾਲ, ਅੰਮ੍ਰਿਤਸਰ।